ਮਨੁੱਖ ਦਾ ਜਨਮ, ਸ੍ਰਿਸ਼ਟੀ ਦਾ ਜਨਮ ਆ ਉਹ ਕਿਸੇ ਰੱਬ ਨੇ ਇੱਕ ਖਿਆਲ ਆਇਆ ਉਹਨੂੰ ਤੇ ਉਹ ਪੈਦਾ ਕਰਤਾ। ਦੂਜੇ ਵਿਚਾਰਧਾਰਾ ਇਹ ਕਹਿੰਦੀਆਂ ਨਹੀਂ, ਇਦਾਂ ਨਹੀਂ ਹੋਇਆ। ਇਹ ਸਵਾਲ ਨੇ ਇਹ ਮਨੁੱਖ ਦੇ ਦਿਮਾਗ 'ਚ ਜਦੋਂ ਆਏ ਤਾਂ ਉਸ ਇੱਕ ਤਰ੍ਹਾਂ ਦੇ ਹਾਲਾਤ ਕੀ ਸੀ ਜੀ। ਮਨੁੱਖ ਜੰਗਲਾਂ 'ਚੋਂ ਨਿਕਲ ਕੇ ਸੱਭਿਅਤਾ ਵੱਲ ਆਉਂਦਾ, ਗੁਫਾਵਾਂ 'ਚ ਰਹਿੰਦਾ, ਪੱਥਰਾਂ ਨੂੰ ਰਗੜ ਕੇ ਅੱਗ ਬਾਲਣੀ ਸਿੱਖਦਾ, ਸ਼ਿਕਾਰ ਕਰਦਾ। ਉਹ ਸਾਰੀ ਜਿਹੜੀ ਆਪਾਂ ਕਹਿੰਦੇ ਆ ਵੀ ਇਹ ਮਨੁੱਖ ਦੀ ਕੁਦਰਤ ਦੇ ਨਾਲ ਇੱਕ ਜੱਦੋ-ਜਹਿਦ ਸੀਗੀ। ਵਿਗਿਆਨ ਦੇ ਵਿੱਚ ਵੀ ਅੱਜ ਤੋਂ ਲਗਭਗ 4-5 ਹਜ਼ਾਰ ਸਾਲ ਪਹਿਲਾਂ ਵੱਖ-ਵੱਖ ਫਿਲਾਸਫਰਾਂ ਨੇ ਇਹ ਅਨੁਮਾਨ ਲਗਾਉਣੇ ਸ਼ੁਰੂ ਕਰਤੇ ਸੀਗੇ ਵੀ ਜੀਵਨ ਧਰਤੀ ਤੇ ਆਏ ਉੱਪਰੋਂ ਨਹੀਂ ਡਿੱਗਿਆ ਨਹੀਂ ਹੈਗਾ, ਵੀ ਇਹ ਇੱਥੋਂ ਦੇ ਨਿਰਜੀਵ ਪਦਾਰਥਾਂ ਦੇ ਵਿੱਚੋਂ ਪੈਦਾ ਹੋਇਆ। ਹੁਣ ਸਾਨੂੰ ਇੱਕ ਡਾਇਨਾਸੌਰ ਦਾ ਪਥਰਾਟ ਮਿਲਦਾ, ਉਹਦੀ ਅਸੀਂ ਡੇਟਿੰਗ ਕਰਦੇ ਹਾਂ, ਉਹ ਮਿਲਿਆ ਜੀ ਸਾਨੂੰ 25 ਕਰੋੜ ਸਾਲ ਪੁਰਾਣਾ। ਇਹ ਕਿਵੇਂ ਪਤਾ ਲੱਗਦਾ ਵੀ ਇਹ 25 ਕਰੋੜ ਸਾਲ ਪੁਰਾਣਾ? ਧਰਤੀ ਤੇ ਜਦੋਂ ਆਪਾਂ ਪਹਿਲੇ ਆਈਟਮ ਦੀ ਕਾਰਬਨ ਡੇਟਿੰਗ ਲੱਭਦੇ ਹਾਂ, ਜਿਹੜਾ ਸਭ ਤੋਂ ਪੁਰਾਣਾ ਸਾਨੂੰ ਧਰਤੀ ਉੱਤੇ ਲੱਭਿਆ ਆਈਟਮ ਜਾਂ ਕੋਈ ਵੀ ਇਸ ਤਰ੍ਹਾਂ ਦੀ ਵਸਤੂ, ਉਹ 450 ਕਰੋੜ ਸਾਲ ਪੁਰਾਣੀ ਹੈ। ਜਦੋਂ ਅਸੀਂ ਬ੍ਰਹਿਮੰਡ ਦੇ ਵਿੱਚ ਬਾਹਰ ਜਾਂਦੇ ਹਾਂ ਵੀ ਇਹ ਕਿੰਨਾ ਕੁ ਪੁਰਾਣਾ ਹੈ, ਤਾਂ ਉੱਥੇ ਸਾਨੂੰ ਸਭ ਤੋਂ ਪੁਰਾਣੀ ਚੀਜ਼ 13.8 ਬਿਲੀਅਨ ਸਾਲ ਪੁਰਾਣੀ ਲੱਭਦੀ ਹੈ। ਧਰਤੀ ਕਿਤੇ ਪੈਦਾ ਕਿਵੇਂ ਹੁੰਦੀ ਹੈ? ਧਰਤੀ ਪਦਾਰਥ ਤੇ ਸਮਾਂ ਇਹ ਕਦੇ ਵੀ ਪੈਦਾ ਨਹੀਂ ਹੋਏ, ਇਹ ਹਮੇਸ਼ਾ ਤੋਂ ਹੈਗੇ ਨੇ, ਹਮੇਸ਼ਾ ਤੱਕ ਰਹਿਣਗੇ। ਕੀ ਜੀਵਨ ਹੋਰ ਕਿਤੇ ਸੰਭਵ ਹੈ? ਕੋਈ ਸਵਾਲ ਨਹੀਂ ਬਣਦਾ ਵੀ ਜੀਵਨ ਨਾ ਹੋਵੇ। ਜੀਵਨ ਪੈਦਾ ਹੋਣਾ ਪਦਾਰਥ ਦੀ ਇੱਕ ਪ੍ਰਕਿਰਿਆ ਹੈ, ਉਹ ਜਿੱਥੇ ਉਹਨੂੰ ਮੌਕਾ ਮਿਲੂਗਾ ਉੱਥੇ ਉਹ ਪੈਦਾ ਹੋਊਗਾ। ਕੀ ਵਿਗਿਆਨ ਦੇ ਵਿੱਚ ਅਨੁਮਾਨ ਦਾ ਸਥਾਨ ਹੈ? ਬਿਲਕੁਲ ਹੈ। ਹੁਣ ਜਿਵੇਂ ਅਨੁਮਾਨ ਦੀ ਉਹ ਗੱਲ ਆਈ ਹੈ, ਅਸੀਂ ਚੰਦ ਤੇ ਜਾਣਾ ਹੈ, ਚੰਦ ਤੇ ਜਾਣ ਦੀ ਪ੍ਰੈਕਟਿਸ ਨਹੀਂ ਨਾ ਹੋ ਸਕਦੀ। ਚੰਦ ਤੇ ਸਾਡਾ ਸੈਟੇਲਾਈਟ ਉਤਾਰਿਆ ਗਿਆ, ਉਹਦੀ ਪ੍ਰੈਕਟਿਸ ਨਹੀਂ ਨਾ ਹੋ ਸਕਦੀ। ਤਾਂ ਉਹ ਸਾਰਾ ਕੈਲਕੂਲੇਟ ਕੀਤਾ ਗਿਆ ਵੀ ਧਰਤੀ ਦਾ ਮਾਸ ਇੰਨਾ, ਧਰਤੀ ਦਾ ਭਾਰ ਇੰਨਾ, ਗ੍ਰੈਵਿਟੀ ਇੰਨੀ, ਚੰਦ ਦਾ ਭਾਰ ਇੰਨਾ, ਗ੍ਰੈਵਿਟੀ ਇੰਨੀ, ਇਹਦੇ ਔਰਬਿਟ 'ਚੋਂ ਕੋਈ ਚੀਜ਼ ਇੰਨੀ ਸਪੀਡ ਤੇ ਘੁੰਮੂਗੀ, ਇੰਨੀ ਸਪੀਡ ਤੇ ਇਹਦੇ ਔਰਬਿਟ 'ਚੋਂ ਬਾਹਰ ਨਿਕਲ ਸਕਦੀ ਆ, ਫਿਰ ਉਹਦੇ ਔਰਬਿਟ 'ਚ ਐਂਟਰ ਕਰੂਗੀ, ਫਿਰ ਉੱਥੇ ਲੈਂਡ ਕਰੂ। ਇਹ ਸਾਰਾ ਸਾਡਾ ਅਨੁਮਾਨ ਹੈ। ਹੁਣ ਇਹ ਅਨੁਮਾਨ ਨੂੰ ਉਧਰ ਰਲਗੜ ਨਹੀਂ ਕਰਨਾ ਚਾਹੀਦਾ ਵੀ ਅਸੀਂ ਭਵਿੱਖ ਦੱਸ ਸਕਦੇ ਹਾਂ। ਮਤਲਬ ਇਹ ਦਵੰਦਵਾਦ ਦੇ ਜ਼ਰੀਏ ਹੀ ਸਮਝਿਆ ਜਾ ਸਕਦਾ ਵੀ ਇੱਥੇ ਕੋਈ ਵੀ ਚੀਜ਼ ਪਹਿਲਾਂ ਜਾਂ ਬਾਅਦ ਨਹੀਂ ਹੈਗੀ। ਵੀ ਆਪਣੇ ਸਾਈਕੋਲੋਜੀਕਲੀ ਸਵਾਲ ਚੱਲਦਾ, ਪਹਿਲਾਂ ਮੁਰਗੀ ਕਾ ਅੰਡਾ। ਜਦੋਂ ਐਵੋਲੂਸ਼ਨ 'ਚ ਗੱਲ ਕਰਾਂਗੇ, ਨਾ ਪਹਿਲਾਂ ਮੁਰਗੀਆਂ ਨਾ ਅੰਡਾ। ਮੰਨ ਲਓ ਜਿਵੇਂ ਆਪਾਂ ਕਹਿੰਦੇ ਫੌਜ ਦੀ ਭਰਤੀ ਹੋ ਰਹੀ ਹੈ, ਉਹਨਾਂ ਨੇ ਇੱਕ ਡੰਡਾ ਲਾਇਆ ਹੋਇਆ ਵੀ ਜਿਹੜੇ ਉਹਦੇ ਥੱਲੇ ਦੀ ਲੰਘੇ ਉਹ ਫੇਲ, ਜਿਹੜੇ ਉਹ 'ਚ ਫਿੱਟ ਬਹਿ ਗਏ ਉਹ ਪਾਸ। ਉਵੇਂ ਕੁਦਰਤ ਹੈ। ਡੱਡੂ ਐਮਫੀਬੀਅਨ ਹੈ, ਜਲ 'ਚ ਵੀ ਰਹਿਣੇ ਵਾਲਾ, ਥਲ 'ਚ ਵੀ ਰਹਿਣੇ ਵਾਲਾ, ਦੋਨੇ ਥਾਵਾਂ 'ਤੇ ਰਹਿਣੇ ਵਾਲਾ। ਡੱਡੂ ਦੇ ਜਦੋਂ ਟੈਡਪੋਲ ਆਂਡੇ 'ਚੋਂ ਨਿਕਲਦੇ ਨੇ, ਉਹਨਾਂ ਦੇ ਫੇਫੜੇ ਨਹੀਂ ਹੁੰਦੇ, ਉਹਨਾਂ ਦੇ ਗਲਫੜੇ ਹੁੰਦੇ ਨੇ, ਤੇ ਲੱਤਾਂ ਬਾਹਾਂ ਨਹੀਂ ਹੁੰਦੀਆਂ, ਪੂੰਛ ਹੁੰਦੀ ਆ, ਫਿੰਸ ਹੁੰਦੇ ਨੇ, ਪੰਖੜੀਆਂ ਹੁੰਦੀਆਂ ਨੇ। ਜਿਵੇਂ ਜਿਵੇਂ ਉਹ ਵੱਡਾ ਹੁੰਦਾ ਜਾਂਦਾ, ਗਲਫੜੇ ਖਤਮ ਹੁੰਦੇ ਜਾਂਦੇ ਨੇ, ਫੇਫੜੇ ਵਿਕਸਿਤ ਹੁੰਦੇ ਜਾਂਦੇ ਨੇ। ਇਹ ਜਿਹੜੀਆਂ ਪੰਖੜੀਆਂ ਨੇ ਇਹ ਖਤਮ ਹੋ ਜਾਂਦੀਆਂ ਨੇ, ਪੂੰਛ ਵੀ ਖਤਮ ਹੋ ਜਾਂਦੀ ਹੈ, ਉਹਦੀ ਜਗ੍ਹਾ 4 ਲੱਤਾਂ ਆ ਜਾਂਦੀਆਂ ਨੇ। ਤਾਂ ਜਿਹੜੀ ਜੇ ਆਪਾਂ ਕਹੀਏ ਵੀ ਇਹ ਥਿਊਰੀ ਤਾਂ ਉਹੀ ਗੱਲਾਂ ਨੇ, ਉਹ ਸਾਡੇ ਸਾਹਮਣੇ ਹਰ ਗਰਮੀਆਂ ਦੇ ਵਿੱਚ ਆਪਾਂ ਸਾਡੇ ਖੇਤਾਂ 'ਚ ਵਾਪਰਦੀ ਦੇਖਦੇ ਹਾਂ। ਜਿਹੜੇ ਸਾਇੰਸ ਨੂੰ ਚੈਲੰਜ ਕਰਦੇ ਆ, ਹਾਂਜੀ, ਉਹ ਕਹਿੰਦੇ ਆ ਵੀ ਜੇ ਇੱਦਾਂ ਵਿਕਾਸ ਹੋਇਆ, ਜਿਵੇਂ ਅਖੀਰ ਆਪਾਂ ਕਹਿੰਦੇ ਵੀ ਬਾਂਦਰਾਂ ਤੋਂ ਮਨੁੱਖ ਬਣਿਆ, ਮੁੱਖ ਦੀ ਗੱਲ ਇੱਦਾਂ ਕਹਿ ਦਿੰਦੇ ਆ, ਹਨਾ। ਤਾਂ ਕਹਿੰਦੇ ਹੁਣ ਕਿਉਂ ਨਹੀਂ ਬਾਂਦਰਾਂ ਤੋਂ ਮਨੁੱਖ ਬਣ ਰਹੇ, ਹੁਣ ਕਿਉਂ ਨਹੀਂ ਬਾਂਦਰ ਆ ਜਿਹੜੇ ਉਹ ਵਿਕਾਸ ਕਰ ਰਹੇ? ਹੁਣ ਜਿਹੜਾ ਚਿੰਪੈਂਜੀ ਤੋਂ ਜਦੋਂ ਮਨੁੱਖ ਅਲੱਗ ਹੁੰਦਾ ਤਾਂ ਉਸ ਪੂਰਵਜ ਦਾ ਨਾਮ ਆ ਆਰਡੀਪਿਥੇਕਸ। ਸਾਡੀ ਜਦੋਜਹਿਦ ਆਰਡੀਪਿਥੇਕਸ ਤੋਂ ਸ਼ੁਰੂ ਹੋ ਜਾਂਦੀ ਹੈ। ਜੇ ਅਸੀਂ ਕਹਿਣਾ ਹੋਵੇ ਮਨੁੱਖ ਦਾ ਪਹਿਲਾ ਪੂਰਵਜ ਕੌਣ ਹੈ, ਤਾਂ ਉਹ ਆਰਡੀਪਿਥੇਕਸ ਹੈ। ਹੁਣ ਜਦੋਂ ਆਪਾਂ ਇਹ ਕਹਿੰਦੇ ਆ ਵੀ ਕੀ ਸਾਡਾ ਬਾਂਦਰ ਪੂਰਵਜ ਹੈ, ਤਾਂ ਐਵੋਲੂਸ਼ਨ ਦੇ ਅਕੋਰਡਿੰਗ ਨਹੀਂ ਹੈਗਾ, ਕਿਉਂਕਿ ਬਾਂਦਰ ਸਾਡੇ ਤੋਂ ਇੱਕ ਧਾਰਾਵਾਂ ਦੇ ਵਿੱਚੋਂ ਵਿਕਸਿਤ ਹੁੰਦਾ ਬਹੁਤ ਸਮਾਂ ਪਹਿਲਾਂ ਅਲੱਗ ਹੋ ਚੁੱਕਾ ਹੈ। ਜਿਹੜੇ ਆਸਟ੍ਰੇਲੋਪਿਥੇਕਸ ਨੇ, ਇਹਨਾਂ ਨੂੰ ਕਹਿੰਦੇ ਵੀ ਇਹ ਬਾਈਪੈਡਲਿਜ਼ਮ ਮਤਲਬ ਦੋ ਪੈਰਾਂ ਤੇ ਤੁਰਨ ਵਾਲੇ ਪਿਓਰ ਆਰਗੇਨਿਜ਼ਮ ਸੀਗੇ ਇਹ। ਹੁਣ ਸਾਨੂੰ ਇਹ ਕਿਵੇਂ ਪਤਾ ਲੱਗਿਆ ਵੀ ਇਹ ਦੋ ਪੈਰਾਂ ਤੇ ਇਹੀ ਨੇ ਜਿਹੜੇ ਉਹ ਤੁਰਦੇ ਸੀ? ਹੁਣ ਜਿਹੜੀ ਆਪਾਂ ਇਹ ਗੱਲ ਕਰ ਰਹੇ ਹਾਂ ਆਸਟ੍ਰੇਲੋਪਿਥੇਕਸ ਦੀ, ਇਹ ਆਇਆ ਸੀਗਾ 24 ਲੱਖ ਸਾਲ ਪਹਿਲਾਂ ਅਫਰੀਕਾ ਦੇ ਜੰਗਲਾਂ 'ਚ। 24 ਤੋਂ 22 ਲੱਖ ਸਾਲ ਪਹਿਲਾਂ ਦਾ ਸਮਾਂ ਮੰਨਿਆ ਜਾਂਦਾ। ਇਹ ਪ੍ਰਜਾਤੀ ਨੇ 7-8 ਲੱਖ ਸਾਲ ਧਰਤੀ ਤੇ ਆਪਣਾ ਜਿਹੜਾ ਜੀਵਨ ਬਤੀਤ ਕੀਤਾ ਅਫਰੀਕਾ ਦੇ ਜੰਗਲਾਂ 'ਚ। ਇਹ ਤੋਂ ਅਗਲੀ ਪ੍ਰਜਾਤੀ ਵਿਕਸਿਤ ਹੋਈ ਹੋਮੋ ਹੈਬਿਲਸ। ਹੁਣ ਹੋਮੋ ਅਸੀਂ ਆ, ਹੋਮੋ ਸੈਪੀਅਨ। ਅਸੀਂ ਜਿਹੜੇ ਸਾਨੂੰ ਪਥਰਾਟ ਮਿਲੇ ਉਹਨਾਂ 'ਚੋਂ ਕਿਸੇ ਪ੍ਰਜਾਤੀ ਨੂੰ ਜਾਂ ਆਪਦਾ ਨਾਮ ਦਿੱਤਾ, ਉਹ ਹੋਮੋ ਹੈਬਿਲਸ ਆ। ਸਭ ਤੋਂ ਵੱਡੀ ਗੱਲ, ਜਿੱਥੇ ਜਿੱਥੇ ਸਾਨੂੰ ਹੋਮੋ ਹੈਬਿਲਸ ਦੇ ਪਥਰਾਟ ਮਿਲੇ, ਉੱਥੇ ਸਾਨੂੰ ਤਰਾਸ਼ੇ ਹੋਏ ਪੱਥਰ ਮਿਲੇ। ਜਿੰਨੀ ਵਾਰ ਵੀ ਸਾਨੂੰ ਆਸਟ੍ਰੇਲੋਪਿਥੇਕਸ ਦੇ ਪਥਰਾਟ ਮਿਲੇ ਨੇ, ਉੱਥੇ ਸਾਨੂੰ ਤਰਾਸ਼ੇ ਹੋਏ ਪੱਥਰ ਨਹੀਂ ਮਿਲਦੇ, ਉੱਥੇ ਸਾਨੂੰ ਪੱਥਰ ਮਿਲਦੇ ਨੇ, ਕੁਦਰਤੀ ਪੱਥਰ ਮਿਲਦੇ ਨੇ। ਤਾਂ ਮਤਲਬ ਇਹ ਇੱਕ ਵੱਡੀ ਉਛਾਲ ਹੈ, ਇੱਕ ਸਟੈਪ ਹੈ ਵੀ ਪੱਥਰਾਂ ਨੂੰ ਹੂਬਹੂ ਉਵੇਂ ਵਰਤਣਾ ਜਿਵੇਂ ਕੁਦਰਤ ਨੇ ਦੇਤੇ, ਫਿਰ ਪੱਥਰਾਂ ਨੂੰ ਆਪਦੇ ਹਿਸਾਬ ਨਾਲ ਤਬਦੀਲ ਕਰਨਾ। ਇੱਥੋਂ ਫਿਰ ਮਨੁੱਖ ਸ਼ੁਰੂ ਹੋ ਜਾਂਦਾ। ਇਹ ਸੁਚੇਤ ਪ੍ਰਕਿਰਿਆ, ਇਹਨੂੰ ਆਪਾਂ ਕਹਿੰਦੇ ਵੀ ਚੇਤਨਾ ਦੀ ਉਤਪਤੀ, ਕੌਨਸ਼ੀਅਸਨੈਸ। ਵੀ ਹੁਣ ਮਨੁੱਖ ਦੇ ਦਿਮਾਗ 'ਚ ਸੰਕਲਪ ਬਣਿਆ। ਅਗਲੀ ਸਪੀਸੀਜ਼ ਹੈ ਹੋਮੋ ਇਰੈਕਟਸ। ਇਰੈਕਟ ਦਾ ਮਤਲਬ ਹੁੰਦਾ ਸਿੱਧਾ। ਇਹ ਉਹ ਪ੍ਰਜਾਤੀ ਸੀ ਜਿਹੜੀ ਸਾਡੇ ਵਾਂਗ ਪਿਓਰਲੀ ਸਿੱਧੀ ਖੜੀ ਹੋ ਚੁੱਕੀ ਸੀ।
ਹੋਮੋ ਇਰੈਕਟਸ ਦੀ ਖਾਸੀਅਤ ਇਹ ਸੀ, ਇਹ 15 ਲੱਖ ਸਾਲ ਪਹਿਲਾਂ ਅਫਰੀਕਾ ਦੇ ਜੰਗਲਾਂ 'ਚ ਵਿਕਸਿਤ ਹੋਏ। ਇਹਨਾਂ ਨੇ ਅੱਗ ਬਾਲਣੀ ਸਿੱਖ ਲਈ ਸੀ। ਸਾਡੇ ਮਾਸ ਤੇ ਅੱਗ ਨਾ ਹੁੰਦੇ ਦੋ ਤਾਂ ਸਾਡਾ ਵਿਕਾਸ ਨਹੀਂ ਹੋਣਾ ਸੀ, ਅਸੀਂ ਇੱਥੇ ਤੱਕ ਨਹੀਂ ਆਉਣਾ ਸੀ। ਮਾਸ ਕਰਕੇ ਹੀ ਸਾਡੀ ਉਤਪਤੀ ਹੋ ਸਕੀ ਆ। ਜੇ ਅੱਜ ਟੋਟੈਲਿਟੀ 'ਚ ਗੱਲ ਕਰਨੀ ਹੋਵੇ, ਜੇ ਅਸੀਂ ਮਾਸ ਨਾ ਖਾਂਦੇ ਹੁੰਦੇ, ਅਸੀਂ ਇਸ ਸਟੇਜ ਤੇ ਜਿੱਥੇ ਅੱਜ ਮਨੁੱਖ ਪਹੁੰਚਿਆ ਇਹ ਨਹੀਂ ਹੋਣਾ ਸੀ। ਵੀ ਜਦੋਂ ਮਨੁੱਖ ਦਾ ਇਤਿਹਾਸ ਆ ਜਿਹੜਾ, ਉਹ ਕਿਵੇਂ ਹੌਲੀ ਹੌਲੀ ਅੱਗੇ ਉਹ ਕਿਰਤ ਨਾਲ ਜੁੜਦਾ, ਵੀ ਕਿਰਤ ਕਰਕੇ ਉਹ ਇੱਥੋਂ ਤੱਕ ਆਇਆ। ਹਾਂਜੀ। ਤਾਂ ਇਹ ਉਹ ਕਿੱਥੋਂ ਆਉਂਦੀ ਆ ਸੋਚ ਉਹਦੇ ਮਨ ਦੇ ਵਿੱਚ ਵੀ ਰੱਬ ਹੈਗਾ, ਕੋਈ ਹੋਰ ਸ਼ਕਤੀ ਚਲਾ ਰਹੀ ਆ, ਡਰਦਾ ਫਿਰ ਉਹ ਚੀਜ਼ ਤੋਂ, ਹਨਾ? ਤਾਂ ਇਹ ਕਿੱਥੋਂ ਆ ਜਾਂਦਾ ਵੀ ਨਹੀਂ ਰੱਬ ਆ? ਮੈਂ ਕਹਿਣਾ ਵੀ ਪਦਾਰਥ ਪਹਿਲਾ ਪਦਾਰਥ ਬਿਨਾਂ ਕਿਸੇ ਚੇਤਨਾ ਤੋਂ ਚੱਲ ਸਕਦਾ। ਮੈਂ ਪਦਾਰਥਵਾਦੀ ਹਾਂ। ਵਿਚਾਰਵਾਦੀ ਕਹਿੰਦੇ ਨੇ ਵੀ ਕੋਈ ਆਤਮਾ ਜਾਂ ਸ਼ਕਤੀ ਇਹਨਾਂ ਨੂੰ ਚਲਾਉਂਦੀ ਆ। ਸਾਡੇ ਪੂਰਵਜ ਇਹਨਾਂ ਦੋਨਾਂ ਚੋਂ ਕੁਝ ਨਹੀਂ ਮੰਨਦੇ ਸੀ। ਉਹ ਸੀਗੇ ਮੈਜੀਕਲ ਵਰਲਡ ਵਿਊ ਦੇ ਐਂਗਲ ਤੋਂ। ਉਹਨੂੰ ਉਹ ਅੱਡ ਤਰ੍ਹਾਂ ਦੀ ਤੀਜੀ ਫਿਲਾਸਫੀ ਹੈ। ਉਹਨੂੰ ਕਹਿੰਦੇ ਨੇ ਜਾਦੂਮਈ ਸੰਸਾਰ ਦ੍ਰਿਸ਼ਟੀਕੋਣ। ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ। ਮੈਂ ਮਨਦੀਪ। ਮਨੁੱਖ ਦੇ ਜਨਮ ਬਾਰੇ, ਮਨੁੱਖ ਦੇ ਵਿਕਾਸ ਬਾਰੇ, ਮਨੁੱਖ ਦੇ ਅੱਗੇ ਵਧਣ ਬਾਰੇ ਬਹੁਤ ਸਾਰੀਆਂ ਵਿਚਾਰਧਾਰਾਵਾਂ ਆਪਸ ਵਿੱਚ ਟਕਰਾਉਂਦੀਆਂ ਨੇ। ਜਿਵੇਂ ਹੁਣ ਮੈਂ ਗੱਲ ਕਰ ਰਿਹਾ, ਮੈਂ ਬੋਲ ਰਿਹਾ, ਮੈਂ ਸਮਝ ਰਿਹਾ, ਮੇਰੇ ਵਿੱਚ ਜਾਨ ਆ। ਜੇਕਰ ਪੱਖਾ ਬੰਦ ਹੋ ਜੇ ਤਾਂ ਮੈਨੂੰ ਗਰਮੀ ਆਊ, ਜੇ ਬਹੁਤ ਜ਼ਿਆਦਾ ਠੰਡ ਹੋ ਜੇ ਤਾਂ ਮੈਂ ਠੰਡ ਮਹਿਸੂਸ ਕਰੂੰਗਾ। ਤਾਂ ਇਹਦੇ ਪਿੱਛੇ ਇੱਕ ਰਹੱਸ ਕਿਹਾ ਜਾਂਦਾ ਕਿ ਕਿਸੇ ਇੱਕ ਵਿਚਾਰਧਾਰਾ ਕਹਿੰਦੀ ਆ ਕਿ ਕਿਸੇ ਰੱਬ ਨੂੰ ਇੱਕ ਖਿਆਲ ਆਇਆ ਤਾਂ ਉਹਨੇ ਅਲੱਗ-ਅਲੱਗ ਪ੍ਰਜਾਤੀਆਂ ਪੈਦਾ ਕਰਤੀਆਂ। ਮਨੁੱਖ ਪੈਦਾ ਕਰਤਾ, ਬਾਂਦਰ ਪੈਦਾ ਕਰਤੇ, ਪੰਛੀ ਪੈਦਾ ਕਰਤੇ। ਤਾਂ ਇੱਕ ਵਿਚਾਰਧਾਰਾ ਇਹ ਕਹਿੰਦੀ ਹੈ ਕਿ ਇਦਾਂ ਨਹੀਂ ਹੋਇਆ, ਇਹ ਪਦਾਰਥ ਤੋਂ ਸਾਰਾ ਕੁਝ ਬਣਿਆ। ਤਾਂ ਇਹ ਪਦਾਰਥ ਕੀ ਆ, ਆਪਾਂ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ। ਦੇਖਣ ਨੂੰ ਇਹ ਬਹੁਤ ਜ਼ਿਆਦਾ ਗੁੰਝਲਦਾਰ ਵਿਸ਼ਾ ਲੱਗਦਾ, ਪਰ ਜਿੰਨਾ ਗੁੰਝਲਦਾਰ ਆ ਓਨਾ ਹੀ ਜ਼ਿਆਦਾ ਦਿਲਚਸਪ ਵੀ ਆ। ਤਾਂ ਮੈਂ ਉਮੀਦ ਕਰੂੰਗਾ ਕਿ ਤੁਸੀਂ ਇਸ ਗੱਲਬਾਤ ਨੂੰ ਅਖੀਰ ਤੱਕ ਸੁਣੋਗੇ। ਸਾਡੇ ਨਾਲ ਪੰਜਾਬੀ ਯੂਨੀਵਰਸਿਟੀ ਦੇ ਖੋਜਾਰਥੀ ਜਿਹੜੇ ਬਨਸਪਤੀ ਤੇ ਖੋਜ ਕਰ ਰਹੇ ਨੇ, ਬਾਈ ਯੋਧਾ ਸਿੰਘ ਨੇ। ਵੀਰੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਮਨਦੀਪ ਜੀ। ਮੈਂ ਗੱਲ ਕਰਨ ਤੋਂ ਪਹਿਲਾਂ ਕਿਹਾ, ਥੋੜੀ ਗੱਲ ਦੱਸੀ ਹੈ ਜੀ ਕਿ ਦੋ ਵਿਚਾਰਧਾਰਾਵਾਂ ਇਹਦੇ ਵਿੱਚ ਟਕਰਾ ਜਾਂਦੀਆਂ। ਇੱਕ ਵਿਚਾਰਧਾਰਾ ਕਹਿੰਦੀ ਆ ਕਿ ਮਨੁੱਖ ਦਾ ਜਨਮ, ਸ੍ਰਿਸ਼ਟੀ ਦਾ ਜਨਮ ਆ, ਉਹ ਕਿਸੇ ਰੱਬ ਨੇ ਇੱਕ ਖਿਆਲ ਆਇਆ ਉਹਨੂੰ ਤੇ ਉਹ ਪੈਦਾ ਕਰਤਾ। ਦੂਜੀ ਵਿਚਾਰਧਾਰਾ ਇਹ ਕਹਿੰਦੀ ਨਹੀਂ, ਇਦਾਂ ਨਹੀਂ ਹੋਇਆ। ਤਾਂ ਇਹ ਵਿਚਾਰਧਾਰਾਵਾਂ ਦਾ ਜਿਹੜਾ ਟਕਰਾਅ ਹੈ, ਪਹਿਲਾਂ ਆਪਾਂ ਇੱਥੋਂ ਹੀ ਗੱਲ ਸ਼ੁਰੂ ਕਰਾਂਗੇ। ਇਹਦੇ ਬਾਰੇ ਤੁਸੀਂ ਕੀ ਸਮਝਦੇ ਹੋ? ਜਦੋਂ ਅਸੀਂ ਥੋੜੀ ਜਿਹੀ ਗੱਲਬਾਤ ਸ਼ੁਰੂ ਕਰਦੇ ਹਾਂ ਐਵੋਲੂਸ਼ਨ ਦੇ ਬਾਰੇ, ਮਨੁੱਖ ਦੇ ਵਿਕਾਸ ਬਾਰੇ ਜਾਂ ਇਸ ਦੁਨੀਆਦਾਰੀ ਬਾਰੇ, ਤਾਂ ਇਹ ਸਾਰੀਆਂ ਚੀਜ਼ਾਂ ਸਵਾਲ ਨੇ। ਤਾਂ ਮੈਂ ਇਹ ਕਹਾਂ ਵੀ ਇਹ ਸਵਾਲ ਕਿਹਦੇ ਦਿਮਾਗ 'ਚ ਆਏ? ਕਿ ਇਹ ਕਿਸੇ ਪਸ਼ੂ ਦੇ ਦਿਮਾਗ 'ਚ ਆ ਸਕਦੇ ਨੇ? ਕਿਸੇ ਟਾਹਣੀ ਤੇ ਬੈਠਾ ਤੋਤਾ ਇਹ ਸਵਾਲ ਕਰ ਸਕਦਾ ਹੈ? ਤਾਂ ਇਹ ਸਾਰੇ ਸਵਾਲ ਮਨੁੱਖ ਨੇ ਕੀਤੇ ਨੇ। ਤੇ ਫਿਰ ਸਾਨੂੰ ਇਹਦੀ ਪਿੱਠ ਭੂਮੀ ਤੇ ਜਾਣਾ ਚਾਹੀਦਾ ਵੀ ਮਨੁੱਖ ਇਹਨਾਂ ਸਵਾਲਾਂ ਨੂੰ ਲੈ ਕੇ ਹੀ ਕਿਉਂ ਪੈਦਾ ਹੋਇਆ, ਜਾਂ ਇਹ ਸਵਾਲ ਮਨੁੱਖ ਦੇ ਹੀ ਦਿਮਾਗ 'ਚ ਕਿਉਂ ਆਏ। ਤਾਂ ਉਹਦੀ ਗੱਲ ਮੈਨੂੰ ਲੱਗਦਾ ਆਪਾਂ ਜਦੋਂ ਲੈਕਚਰ 'ਚ ਅੱਗੇ ਜਾਵਾਂਗੇ, ਆਪਾਂ ਆਪਣੀ ਆਪਸੀ ਗੱਲਬਾਤ 'ਚ ਅੱਗੇ ਜਾਵਾਂਗੇ, ਉਹਦੇ ਵਿੱਚ ਆਪਾਂ ਇਹ ਚੀਜ਼ਾਂ ਨੂੰ ਖੁੱਲ੍ਹ ਕੇ ਵਿਸਥਾਰ ਦੇ ਵਿੱਚ ਵੀ ਡਿਸਕਸ ਕਰਾਂਗੇ ਵੀ ਮਨੁੱਖ ਨੇ ਹੀ ਇਹ ਸਵਾਲ ਕਿਉਂ ਕਰੇ। ਫਿਲਹਾਲ ਆਪਾਂ ਇਸ ਚੀਜ਼ ਤੇ ਫੋਕਸ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕੇਂਦਰਿਤ ਰਹਿਣ ਦੀ ਕੋਸ਼ਿਸ਼ ਕਰਦੇ ਹਾਂ ਵੀ ਜਿਹੜੇ ਇਹ ਸਵਾਲ ਨੇ ਇਹ ਮਨੁੱਖ ਦੇ ਦਿਮਾਗ 'ਚ ਜਦੋਂ ਆਏ ਤਾਂ ਉਸ ਇੱਕ ਤਰ੍ਹਾਂ ਦੇ ਹਾਲਾਤ ਕੀ ਸੀ। ਮਨੁੱਖ ਜੰਗਲਾਂ 'ਚੋਂ ਨਿਕਲ ਕੇ ਸੱਭਿਅਤਾ ਵੱਲ ਆਉਂਦਾ, ਗੁਫਾਵਾਂ 'ਚ ਰਹਿੰਦਾ, ਪੱਥਰਾਂ ਨੂੰ ਰਗੜ ਕੇ ਅੱਗ ਬਾਲਣੀ ਸਿੱਖਦਾ, ਸ਼ਿਕਾਰ ਕਰਦਾ। ਉਹ ਸਾਰੀ ਜਿਹੜੀ ਆਪਾਂ ਕਹਿੰਦੇ ਆ ਵੀ ਇਹ ਮਨੁੱਖ ਦੀ ਕੁਦਰਤ ਦੇ ਨਾਲ ਇੱਕ ਜੱਦੋ-ਜਹਿਦ ਸੀਗੀ। ਇਸ ਜੱਦੋ-ਜਹਿਦ ਨੂੰ ਉਹੀ ਪ੍ਰਜਾਤੀ ਜਾਂ ਉਹੀ ਜੀਵ ਜਿੱਤ ਸਕਦਾ ਜਿਹੜਾ ਕੁਦਰਤ ਨੂੰ ਵੱਧ ਤੋਂ ਵੱਧ, ਬਿਹਤਰ ਤੋਂ ਬਿਹਤਰ ਜਾਣ ਸਕਦਾ। ਤਾਂ ਮਨੁੱਖ ਨੇ ਵੀ ਕੁਦਰਤ ਨੂੰ ਜਾਣਨਾ ਸ਼ੁਰੂ ਕੀਤਾ ਇੱਕ ਪ੍ਰਕਿਰਿਆ 'ਚੋਂ। ਉਹ ਮੰਨ ਲਓ ਇਹ ਨਹੀਂ ਹੈਗਾ ਕੋਈ ਸੁਚੇਤ ਪ੍ਰਕਿਰਿਆ ਸੀ, ਉਹ ਇੱਕ ਰੈਂਡਮ ਪ੍ਰੋਸੈਸ ਸੀਗਾ ਵੀ ਉਹ ਮਨੁੱਖ ਨੇ ਉਹ ਇਸ ਕੁਦਰਤ ਨੂੰ ਸਮਝਣਾ ਸ਼ੁਰੂ ਕੀਤਾ। ਜਦੋਂ ਇਹਨੂੰ ਉਹ ਸਮਝਣਾ ਸ਼ੁਰੂ ਕਰਦਾ ਤਾਂ ਉਹ ਬਹੁਤ ਸਾਰੇ ਸਵਾਲਾਂ ਨੂੰ ਆਪਣੇ ਸਾਹਮਣੇ ਦੇਖਦਾ ਵੀ ਇਹ ਜੰਗਲਾਂ ਨੂੰ ਜਦੋਂ ਅੱਗ ਲੱਗ ਜਾਂਦੀ ਹੈ ਤਾਂ ਅੱਗ ਦਾ ਕਾਰਨ ਕੀ ਹੈ, ਜਦੋਂ ਮੀਂਹ ਪੈਂਦਾ ਤਾਂ ਮੀਂਹ ਕਿੱਥੋਂ ਆਉਂਦਾ, ਹਨੇਰੀ ਚੱਲਦੀ ਹੈ ਤਾਂ ਹਨੇਰੀ ਕਿੱਥੋਂ ਆਉਂਦੀ ਹੈ। ਮਤਲਬ ਕਿ ਆਪਾਂ ਜੇ ਮੈਂ ਇਹਨੂੰ ਸ਼ਾਰਟ ਫਾਰਮ ਦੇ ਵਿੱਚ ਕਹਾਂ, ਇਹ ਬਹੁਤ ਸਾਰੇ ਫਿਨੋਮੀਨਾ ਨੇ, ਵਰਤਾਰੇ ਨੇ। ਜਦੋਂ ਮੈਂ ਹੁਣ ਕਹਾਂ ਵੀ ਅਸੀਂ ਕੁਝ ਚੀਜ਼ਾਂ ਕਰਦੇ ਹਾਂ, ਸਾਡੇ ਸਾਹਮਣੇ ਵੀ ਵਰਤਾਰੇ ਅਸੀਂ ਵੀ ਕਰਵਾਉਂਦੇ ਹਾਂ, ਤਾਂ ਅਸੀਂ ਇਹ ਜਾਣਦੇ ਵੀ ਉਹ ਵਰਤਾਰੇ ਅਸੀਂ ਕਰਵਾਉਂਦੇ ਹਾਂ। ਉਸੇ ਤਰ੍ਹਾਂ ਮਨੁੱਖ ਦਾ ਇਹ ਸਵਾਲ ਉਹਨਾਂ ਵਰਤਾਰਿਆਂ ਬਾਰੇ ਸੀ ਵੀ ਆਪ ਮੁਹਾਰੇ ਤਾਂ ਕੋਈ ਚੀਜ਼ ਹੋ ਨਹੀਂ ਸਕਦੀ, ਫਿਰ ਕਰਵਾ ਕੌਣ ਰਿਹਾ। ਆਪਦੇ ਬਾਰੇ ਵੀ ਸਵਾਲ ਸੀ ਵੀ ਅਸੀਂ ਕੌਣ ਆ, ਅਸੀਂ ਕਿੱਥੋਂ ਆਏ ਆ, ਅਸੀਂ ਪੈਦਾ ਕਿਵੇਂ ਹੁੰਦੇ ਆ। ਇਸੇ ਤਰ੍ਹਾਂ ਕੁਦਰਤ ਬਾਰੇ ਬਹੁਤ ਸਾਰੇ ਸਵਾਲ ਸੀ। ਪਰ ਮਨੁੱਖ ਦੀ ਸੀਮਤਾਈ ਕੀ ਸੀਗੀ ਵੀ ਨਾ ਤਾਂ ਉਦੋਂ ਕੋਈ ਗਿਆਨ ਵਿਗਿਆਨ ਵਿਕਸਿਤ ਹੋਇਆ ਸੀ। ਅੱਜ ਤੋਂ ਆਪਾਂ ਕਈ ਹਜ਼ਾਰ ਸਾਲ ਪਿੱਛੇ ਚਲੇ ਜਾਈਏ, 10-15 ਹਜ਼ਾਰ ਸਾਲ ਪਹਿਲਾਂ ਜਾਂ ਅੱਜ ਤੋਂ 50-60 ਹਜ਼ਾਰ ਸਾਲ ਪਹਿਲਾਂ ਮਨੁੱਖ ਦੀ ਐਵੋਲੂਸ਼ਨ ਲੱਖਾਂ ਸਾਲ ਪਹਿਲਾਂ ਸ਼ੁਰੂ ਹੋ ਚੁੱਕੀ ਸੀ। ਪਰ ਜਿਹੜੇ ਇਹ ਠੋਸ ਸਵਾਲ ਨੇ ਜਿਹੜੇ ਕੁਦਰਤ ਦੇ ਬਾਰੇ ਨੇ, ਆਪਾਂ ਇਹ ਮੰਨਦੇ ਵੀ
50-60 ਹਜ਼ਾਰ 70 ਹਜ਼ਾਰ ਸਾਲ ਪਹਿਲਾਂ ਤੋਂ ਸ਼ੁਰੂ ਹੋਏ ਤਾਂ ਇਹਨਾਂ ਸਵਾਲਾਂ ਦੇ ਵਿੱਚੋਂ ਮਨੁੱਖ ਦੀ ਜਿਹੜੀ ਅਗਿਆਨਤਾ ਤੇ ਮਨੁੱਖ ਦਾ ਜਿਹੜਾ ਕੁਦਰਤ ਦੇ ਪ੍ਰਤੀ ਡਰ, ਉਹਦੇ ਵਿੱਚੋਂ ਦੋ ਧਾਰਾਵਾਂ ਨੇ ਜਨਮ ਲਿਆ। ਜੱਦੋ ਜਹਿਦ ਦੀ ਧਾਰਾ ਦੇ ਵਿੱਚੋਂ ਮਨੁੱਖ ਦਾ ਇੱਕ ਵਿਗਿਆਨਕ ਨਜ਼ਰੀਆ ਵਿਕਸਿਤ ਹੋਇਆ ਵੀ ਅਸੀਂ ਚੀਜ਼ਾਂ ਨੂੰ ਜੇ ਸਮਝਣਾ ਚਾਹੀਏ, ਜੇ ਸਮਝਣਾ ਸ਼ੁਰੂ ਕਰੀਏ ਤਾਂ ਸਾਨੂੰ ਜਵਾਬ ਮਿਲਦੇ ਨੇ। ਇੱਕ ਧਾਰਾ ਇਹ ਸੀਗੀ ਵੀ ਇਹਨਾਂ ਚੀਜ਼ਾਂ ਨੂੰ ਸਮਝਿਆ ਨਹੀਂ ਜਾ ਸਕਦਾ, ਵੀ ਇਹ ਜਿਵੇਂ ਅੱਜ ਵੀ ਆਪਾਂ ਕਹਿ ਦਿੰਦੇ ਆ ਵੀ ਇਹ ਰੱਬ ਦੀ ਜਿਹੜੀ ਲੀਲਾ ਹੈ ਇਹ ਸਾਡੀ ਸਮਝ ਤੋਂ ਬਾਹਰ ਹੈ। ਹਾਂ ਬਿਲਕੁਲ, ਉਹਦੀ ਮਰਜ਼ੀ ਤੋਂ ਬਿਨਾਂ ਆਪਾਂ ਕਹਿੰਦੇ ਨੇ ਪੱਤਾ ਵੀ ਨਹੀਂ ਹਿੱਲਦਾ। ਪਰ ਜਿਵੇਂ ਜਿਵੇਂ ਸਮਾਂ ਬੀਤਦਾ, ਮਨੁੱਖ ਗਿਆਨ ਦੇ ਵਿੱਚ ਸਟੈਪ ਬਾਏ ਸਟੈਪ ਅੱਗੇ ਵੱਧਦਾ, ਇਹਨਾਂ ਸਵਾਲਾਂ ਦੇ ਜਵਾਬ ਲੱਭਣੇ ਸ਼ੁਰੂ ਕਰਦਾ ਤਾਂ ਉਹਨੂੰ ਬਹੁਤ ਸਾਰੇ ਸਵਾਲਾਂ ਦੇ ਜਵਾਬ ਮਿਲਣੇ ਵੀ ਸ਼ੁਰੂ ਹੋ ਜਾਂਦੇ ਨੇ। ਤਾਂ ਸਾਡੇ ਸਾਹਮਣੇ ਇੱਥੋਂ ਦੋ ਧਾਰਾਵਾਂ ਵਿਕਸਿਤ ਹੁੰਦੀਆਂ ਨੇ। ਇੱਕ ਧਾਰਾ ਉਹ ਜਿਹੜੀ ਕਹਿੰਦੀ ਹੈ ਵੀ ਇਹਨਾਂ ਚੀਜ਼ਾਂ ਦੇ ਬਾਰੇ ਖੋਜ ਪੜਤਾਲ ਕਰੋ, ਇਹਨਾਂ ਨੂੰ ਸਮਝੋ, ਇਹਨਾਂ ਨੂੰ ਜਾਣੋ। ਇੱਕ ਧਾਰਾ ਕਹਿੰਦੀ ਹੈ ਵੀ ਨਹੀਂ, ਇਹਨਾਂ ਨੂੰ ਜਾਣਿਆ ਨਹੀਂ ਜਾ ਸਕਦਾ। ਤਾਂ ਉੱਥੋਂ ਸਾਡੀ ਜੀਵਨ ਦੇ ਬਾਰੇ, ਸਾਡੇ ਵਿਕਾਸ ਦੇ ਬਾਰੇ ਵੀ ਦੋ ਧਾਰਾਵਾਂ ਨੇ। ਇੱਕ ਇਹ ਕਹਿੰਦੀ ਹੈ ਵੀ ਮਨੁੱਖ ਧਰਤੀ ਉੱਤੇ ਕਿਸੇ ਸ਼ਕਤੀ ਦੁਆਰਾ ਭੇਜਿਆ ਗਿਆ। ਜਿਵੇਂ ਬਾਈਬਲ ਦੇ ਅਕੋਰਡਿੰਗ 6000 ਸਾਲ ਪਹਿਲਾਂ ਧਰਤੀ ਬਣੀ, ਉਹ ਜਿਹੜਾ ਜੋ ਵੀ ਇੱਕ ਬਾਹਰ ਬੈਠੀ ਹੋਈ ਸ਼ਕਤੀ ਹੈ ਜਿਹਨੇ ਇਹਨੂੰ ਰੈਗੂਲੇਟ ਕਰਿਆ, ਉਹਨੇ ਐਡਮ ਤੇ ਈਵ ਨੂੰ ਧਰਤੀ ਤੇ ਭੇਜਿਆ। ਫਿਰ ਅੱਗੇ ਐਡਮ ਤੇ ਈਵ ਨੇ ਇੱਕ ਫਲ ਖਾਧਾ ਤੇ ਫਿਰ ਸੰਤਾਨਾਂ ਪੈਦਾ ਹੋਈਆਂ ਤੇ ਅਸੀਂ ਕਹਿੰਦੇ ਵੀ ਉਹ ਸਾਰੇ ਅਸੀਂ ਉਹ ਐਡਮ ਤੇ ਈਵ ਦੀਆਂ ਸੰਤਾਨਾਂ ਹੈ। ਦੂਜੇ ਪਾਸੇ ਫਿਰ ਵਿਗਿਆਨ ਹੈ। ਵਿਗਿਆਨ ਦੇ ਵਿੱਚ ਵੀ ਅੱਜ ਤੋਂ ਲਗਭਗ 4-5 ਹਜ਼ਾਰ ਸਾਲ ਪਹਿਲਾਂ ਵੱਖ-ਵੱਖ ਫਿਲਾਸਫਰਾਂ ਨੇ ਇਹ ਅਨੁਮਾਨ ਲਗਾਉਣੇ ਸ਼ੁਰੂ ਕਰਤੇ ਸੀਗੇ ਵੀ ਜੀਵਨ ਧਰਤੀ ਤੇ ਆਏ ਉੱਪਰੋਂ ਨਹੀਂ ਡਿੱਗਿਆ ਨਹੀਂ ਹੈਗਾ, ਵੀ ਇਹ ਇੱਥੋਂ ਦੇ ਨਿਰਜੀਵ ਪਦਾਰਥਾਂ ਦੇ ਵਿੱਚੋਂ ਪੈਦਾ ਹੋਇਆ। ਉਹਦੇ ਵਿੱਚੋਂ ਫਿਰ ਸਮਾਂ ਬੀਤਦਾ ਜਾਂਦਾ ਤਾਂ ਆਪਾਂ ਨੂੰ 17ਵੀਂ 18ਵੀਂ ਸਦੀ ਦੇ ਵਿੱਚ ਆ ਕੇ ਜਦੋਂ ਵਿਗਿਆਨ ਤਰੱਕੀ ਕਰਦਾ, ਠੋਸ ਜਵਾਬ ਵੀ ਮਿਲਦੇ ਨੇ ਵੀ ਧਰਤੀ ਤੇ ਜੀਵਨ ਇੱਕ ਸਮਾਂ ਪਹਿਲਾਂ ਨਿਰਜੀਵ ਪਦਾਰਥਾਂ ਤੋਂ ਪੈਦਾ ਹੋਇਆ ਸੀ, ਜਿਹਦੀ ਆਪਾਂ ਅੱਗੇ ਚੱਲ ਕੇ ਗੱਲ ਕਰਾਂਗੇ ਜੀ। ਤੇ ਫਿਰ ਉਸੇ ਦੇ ਵਿੱਚੋਂ ਲਮਾਰਕ ਆਉਂਦਾ, ਲਮਾਰਕ ਬਹੁਤ ਸਾਰੇ ਵਾਧੇ ਕਰਦਾ ਜੀਵ ਵਿਕਾਸ ਦੇ ਸਿਧਾਂਤ 'ਚ। ਫਿਰ ਡਾਰਵਿਨ ਆਉਂਦਾ। ਤਾਂ ਇਸ ਤਰ੍ਹਾਂ ਕਰਕੇ ਮਤਲਬ ਇੱਕ ਵਿਗਿਆਨ ਦੀ ਧਾਰਾ ਤੇ ਇੱਕ ਗੈਰ ਵਿਗਿਆਨਕ ਧਾਰਾ, ਜਿਹੜੀ ਦੋ ਅਲੱਗ-ਅਲੱਗ ਧਾਰਾਵਾਂ ਵਿਕਸਿਤ ਹੋਈਆਂ ਜਿਨ੍ਹਾਂ ਨੇ ਮਨੁੱਖ ਦੇ ਧਰਤੀ ਤੇ ਉਤਪਤੀ ਬਾਰੇ, ਧਰਤੀ ਤੇ ਜੀਵਨ ਕਿਵੇਂ ਪੈਦਾ ਹੋਇਆ, ਇਹਦੇ ਬਾਰੇ ਦੋ ਅੱਡ-ਅੱਡ ਵਿਚਾਰ ਸਾਨੂੰ ਦਿੱਤੇ ਜੀ। ਆਪਾਂ ਇਹਨਾਂ ਦੋਨਾਂ ਤੇ ਹੀ ਗੱਲਬਾਤ ਕਰਦੇ ਜਾਵਾਂਗੇ। ਹਾਂਜੀ, ਜਿਵੇਂ ਹੁਣ ਤੁਸੀਂ ਕਿਹਾ ਵੀ ਇੱਕ ਜਿਹੜੀ ਵਿਗਿਆਨਕ ਧਾਰਾ ਉਹ ਕਹਿੰਦੀ ਹੈ ਵੀ ਇਦਾਂ ਰੱਬ ਨੇ ਨਹੀਂ ਪੈਦਾ ਕੀਤਾ, ਤਾਂ ਉਹ ਵਿਚਾਰਧਾਰਾ ਦੇ ਵਿੱਚ ਆਪਾਂ ਜੇ ਬੜੀਏ ਤਾਂ ਉਹ ਕੀ ਕਹਿੰਦੀ ਹੈ, ਕਿਵੇਂ ਉਤਪਤੀ ਹੁੰਦੀ ਆ ਇਸ ਧਰਤੀ ਦੀ ਤੇ ਉਸ ਤੋਂ ਅੱਗੇ ਮਨੁੱਖ ਦੀ? ਜੇ ਆਪਾਂ ਉਸ ਧਾਰਾ ਦੇ ਵਿਗਿਆਨ ਦੇ ਜਿਹੜੇ ਕਨਸੈਪਟ ਨੇ ਉਹਨਾਂ ਨੂੰ ਜਦੋਂ ਆਪਾਂ ਸਮਝਣਾ ਸ਼ੁਰੂ ਕਰਦੇ ਹਾਂ, ਜਿਵੇਂ ਆਪਣੇ ਸਾਹਮਣੇ ਮੈਂ ਪਿਛਲੀ ਜਿਹੜੀ ਗੱਲਬਾਤ ਆਪਾਂ ਚ ਗੱਲ ਕੀਤੀ ਸੀ, ਸਾਡੇ ਸਾਹਮਣੇ ਸਵਾਲ ਨੇ, ਅਸੀਂ ਉਹਨਾਂ ਦੇ ਸਵਾਲਾਂ ਦੇ ਜਵਾਬ ਮੰਗਦੇ ਹਾਂ, ਉਹਨਾਂ ਤੇ ਖੋਜ ਪੜਤਾਲ ਕਰਦੇ ਹਾਂ। ਤਾਂ ਜਦੋਂ ਲਗਭਗ ਸਾਨੂੰ ਨਾ 17ਵੀਂ 18ਵੀਂ ਸਦੀ ਦੇ ਵਿੱਚ ਪਥਰਾਟ ਮਿਲਣੇ ਸ਼ੁਰੂ ਹੋ ਗਏ। ਪਥਰਾਟ ਕੀ ਹੁੰਦੇ ਨੇ? ਜਿਹੜੇ ਲੱਖਾਂ ਕਰੋੜਾਂ ਸਾਲ ਪਹਿਲਾਂ ਜੀਵ ਧਰਤੀ ਉੱਤੇ ਸੀਗੇ, ਉਹ ਕੁਝ ਹਾਲਾਤਾਂ ਦੇ ਵਿੱਚ ਉਹਨਾਂ ਦਾ ਅੰਤ ਹੋ ਗਿਆ, ਪਰ ਜਿਹੜੇ ਉਹਨਾਂ ਦੇ ਹੱਡੀਆਂ ਦੇ ਪਿੰਜਰ ਨੇ ਜਾਂ ਉਹਨਾਂ ਦੇ ਕੁਝ ਇੰਪ੍ਰੈਸ਼ਨ ਨੇ ਉਹ ਕਿਵੇਂ ਨਾ ਕਿਵੇਂ ਪ੍ਰੀਜ਼ਰਵ ਹੋ ਗਏ। ਮੰਨ ਲਓ ਕਿਸੇ ਜਗ੍ਹਾ ਜਵਾਲਾਮੁਖੀ ਫਟਦਾ ਤਾਂ ਉਹਦੇ ਲਾਵਾ ਦੇ ਵਿੱਚ ਜਿਹੜੇ ਜੀਵ ਜਮ੍ਹਾਂ ਹੋ ਗਏ, ਕਿਸੇ ਜਗ੍ਹਾ ਕੋਈ ਧਰਤੀ ਦੀ ਉਥਲ-ਫੁਥਲ ਹੋ ਜਾਂਦੀ ਹੈ, ਉਹਦੇ ਮਿੱਟੀ ਹੇਠਾਂ ਕੁਝ ਜਿਹੜੇ ਜੀਵ ਜਮ੍ਹਾਂ ਹੋ ਗਏ ਤਾਂ ਉਹ ਪ੍ਰੀਜ਼ਰਵ ਰਹਿ ਜਾਂਦੇ ਨੇ, ਉਹ ਸਾਂਭੇ ਜਾਂਦੇ ਨੇ ਧਰਤੀ ਦੀ ਗੋਦ ਦੇ ਵਿੱਚ ਕਹਿ ਲਓ। ਉਹ ਸਾਨੂੰ ਮਿਲਣੇ ਸ਼ੁਰੂ ਹੋਏ ਤਾਂ ਸਾਡੇ ਉਹਨਾਂ ਤੇ ਸਵਾਲ ਖੜੇ ਹੋਏ ਵੀ ਇਹ ਜੀਵ ਕੌਣ ਨੇ। ਉਹਦੇ ਵੀਰੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਦੋ ਵਿਚਾਰਧਾਰਾਵਾਂ ਇਹ 'ਚ ਟਕਰਾਉਂਦੀਆਂ ਨੇ, ਤਾਂ ਆਪਾਂ ਜਿਹੜੀ ਵਿਗਿਆਨਕ ਵਿਚਾਰਧਾਰਾ ਪਹਿਲਾਂ ਇਹਦੀ ਤਹਿ 'ਚ ਜਾਣ ਦੀ ਕੋਸ਼ਿਸ਼ ਕਰਾਂਗੇ। ਇਹ ਵਿਚਾਰਧਾਰਾ ਕੀ ਕਹਿੰਦੀ ਹੈ, ਕਿਵੇਂ ਧਰਤੀ ਦੀ ਉਤਪਤੀ ਹੁੰਦੀ ਹੈ, ਕਿਵੇਂ ਮਨੁੱਖ ਦੀ ਫਿਰ ਉਤਪਤੀ ਹੁੰਦੀ ਹੈ ਤੇ ਕਿਵੇਂ ਅੱਗੇ ਵਿਕਾਸ ਹੁੰਦਾ? ਹਾਂਜੀ, ਜਿਵੇਂ ਇਹ ਸਵਾਲ ਆ ਜਦੋਂ ਆਪਾਂ ਗੱਲ ਕਰਦੇ ਹੁਣ ਵਿਗਿਆਨਕ ਵਿਚਾਰਧਾਰਾ ਦੀ, ਤਾਂ ਵਿਗਿਆਨਕ ਵਿਚਾਰਧਾਰਾ ਦਾ ਇੱਕ ਕੰਮ ਢੰਗ ਆ ਕੰਮ ਕਰਨ ਦਾ। ਜਿਵੇਂ ਵਿਗਿਆਨ ਅਲੱਗ-ਅਲੱਗ ਚੀਜ਼ਾਂ ਦੇ ਪ੍ਰਯੋਗ ਕਰਦਾ, ਉਹਨਾਂ ਦੇ ਵਿੱਚੋਂ ਸਵਾਲ ਚੱਕਦਾ, ਜਾਂ ਉਹ ਜੋ ਸਾਨੂੰ ਕੁਦਰਤੀ ਜਾਂ ਪ੍ਰਕਿਰਤਿਕ ਹਾਲਾਤਾਂ ਜੋ ਕੁਝ ਮਿਲਿਆ ਉਹਦੀ ਖੋਜ ਪੜਤਾਲ ਕਰਦਾ। ਹੁਣ ਜਦੋਂ ਅਸੀਂ ਧਰਤੀ ਦੇ ਪੈਦਾ ਹੋਣ ਬਾਰੇ ਜਾਂ ਧਰਤੀ ਤੇ ਜੀਵਨ ਪੈਦਾ ਹੋਣ ਬਾਰੇ ਜਦੋਂ ਗੱਲ ਕਰਨ ਜਾ ਰਹੇ ਹਾਂ, ਇਹਦੇ ਵਿੱਚ ਮਨੁੱਖ ਨੂੰ ਧਰਤੀ ਦੇ ਵਾਤਾਵਰਣ 'ਚੋਂ ਬਹੁਤ ਕੁਝ ਮਿਲਿਆ ਜਿਹਨੇ ਨਵੇਂ ਸਵਾਲ ਪੈਦਾ ਕਰੇ। ਉਹਨਾਂ 'ਚੋਂ ਜੇ ਮੈਂ ਪਹਿਲੀ ਗੱਲ ਕਰਾਂ ਤਾਂ ਪਹਿਲੇ ਉਹ ਪਥਰਾਟ ਨੇ। ਪਥਰਾਟ ਜਿਨ੍ਹਾਂ ਨੂੰ ਆਪਾਂ ਅੰਗਰੇਜ਼ੀ 'ਚ ਫੋਸਿਲ ਕਹਿ ਦਿੰਦੇ ਆ। ਧਰਤੀ ਦੀ ਕੁੱਖ ਦੇ ਵਿੱਚ ਜਾਂ ਧਰਤੀ ਦੀਆਂ ਅਲੱਗ-ਅਲੱਗ ਤਹਿਾਂ ਦੇ ਵਿੱਚ ਸਦੀਆਂ ਪੁਰਾਣੇ, ਕਰੋੜਾਂ ਸਾਲ ਪੁਰਾਣੇ ਫੋਸਿਲ ਪਏ ਹੋਏ ਨੇ। ਅੱਜ ਤੋਂ 50 ਕਰੋੜ ਸਾਲ ਪਹਿਲਾਂ ਧਰਤੀ ਉੱਤੇ ਕਿਹੜੀਆਂ ਮੱਛੀਆਂ ਸੀਗੀਆਂ, ਅੱਜ ਤੋਂ 25 ਕਰੋੜ ਸਾਲ ਪਹਿਲਾਂ ਧਰਤੀ ਉੱਤੇ ਕਿਹੜੇ-ਕਿਹੜੇ ਡਾਇਨਾਸੌਰ ਸੀਗੇ, ਜਾਂ ਆਪਾਂ ਜੇ ਕਈ ਜਗ੍ਹਾ ਡਾਰਵਿਨ ਨੇ ਵੀ ਹਵਾਲੇ ਦਿੱਤੇ ਨੇ ਵੀ ਕਿਸੇ ਪਹਾੜ ਦੀ ਚੋਟੀ ਉੱਤੇ ਸਮੁੰਦਰਾਂ ਦੇ ਜਿਹੜੇ ਜੀਵ ਨੇ, ਘੋਗੇ ਸਿੱਪੀਆਂ ਨੇ, ਉਹਨਾਂ ਦੇ ਸ਼ੈੱਲ ਪਏ ਹੋਏ ਨੇ। ਤਾਂ ਡਾਰਵਿਨ ਕਹਿੰਦਾ ਵੀ ਇੱਕ ਸਮੇਂ ਤੇ ਫਿਰ ਇਹ ਜਿਹੜਾ ਪਹਾੜ ਆ ਜੋ ਉੱਭਰਿਆ ਖੜਾ, ਇਹ ਸਮੁੰਦਰ ਦੇ ਹੇਠਾਂ ਸੀ। ਤਾਂ ਉੱਥੋਂ ਸਾਨੂੰ ਦੇਖੋ, ਹੁਣ ਆਪਾਂ ਕਹਿੰਦੇ ਵੀ ਕੁਦਰਤ ਦੇ ਮੂਹਰੇ ਜਦੋਂ ਅਸੀਂ ਜਾ ਕੇ ਕੁਦਰਤ ਦੇ ਵਿੱਚ ਖੋਜ ਪੜਤਾਲ ਕਰਦੇ ਹਾਂ ਤਾਂ ਸਾਨੂੰ ਉੱਥੋਂ ਚੈਲੰਜ ਮਿਲਦੇ ਨੇ, ਨਵੇਂ-ਨਵੇਂ ਸਬੂਤ ਮਿਲਦੇ ਨੇ। ਤਾਂ ਜਿਹੜੇ ਸਾਨੂੰ ਪਥਰਾਟ ਮਿਲੇ, ਪਥਰਾਟਾਂ ਨੇ ਸਾਡੇ ਮੂਹਰੇ ਬਹੁਤ ਸਵਾਲ ਖੜੇ ਕਰੇ ਵੀ ਜਿਵੇਂ ਆਪਾਂ ਕਹਿੰਦੇ ਰੱਬ ਨੇ ਧਰਤੀ ਤੇ ਜੀਵਨ ਪੈਦਾ ਕਰਿਆ, ਤਾਂ ਜੋ ਰੱਬ ਨੇ ਜੀਵਨ ਪੈਦਾ ਕਰਿਆ ਉਹ ਅਪਰਿਵਰਤਨਸ਼ੀਲ ਹੈ,
ਜਿਵੇਂ ਰੱਬ ਨੇ ਪੈਦਾ ਕਰਤਾ ਸੀ ਉਵੇਂ ਹੀ ਹੈ, ਉਹ 'ਚ ਕੁਝ ਤਬਦੀਲੀ ਨਹੀਂ ਆਈ। ਜਾਂ ਜੋ ਗ੍ਰੰਥਾਂ ਦੇ ਵਿੱਚ ਜੀਵਾਂ ਦਾ ਵਰਣਨ ਹੈ ਉਹੀ ਜੀਵ ਹੈਗੇ ਨੇ। ਫਿਰ ਜਦੋਂ ਸਾਨੂੰ ਡਾਇਨਾਸੌਰ ਲੱਭੇ, ਜਦੋਂ ਸਾਨੂੰ ਪੁਰਾਣੇ ਘੋਗੇ ਛਿੱਪੀਆਂ ਲੱਭੀਆਂ, ਸਾਨੂੰ ਮੱਛੀਆਂ ਦੇ ਪਥਰਾਟ ਲੱਭੇ ਕਰੋੜਾਂ ਸਾਲ ਪੁਰਾਣੀਆਂ, ਹੁਣ ਉਹਨਾਂ ਦਾ ਵਰਣਨ ਨਾ ਕਿਸੇ ਗ੍ਰੰਥ ਦੇ ਵਿੱਚ, ਨਾ ਕਿਸੇ ਧਾਰਮਿਕ ਜਾਂ ਕਿਸੇ ਵੀ ਤਰ੍ਹਾਂ ਦੀ ਸਾਡੇ ਗਿਆਨ ਦੀ ਜਿਹੜੀ ਸਾਇੰਸ ਦੀ ਵੀ ਹੋਵੇ, ਨਾ ਉਸ ਕਿਤਾਬ ਦੇ ਵਿੱਚ ਉਹਦਾ ਕੋਈ ਵਰਣਨ ਹੈ। ਫਿਰ ਉਹ ਜੀਵ ਕੌਣ ਨੇ, ਉਹ ਕਿੱਥੋਂ ਆਏ ਸੀ, ਉਹ ਕੀ ਸੀ, ਸਾਨੂੰ ਕਿਉਂ ਲੱਭੇ ਉਹ? ਫਿਰ ਸਾਡਾ ਜਿਹੜਾ ਸਵਾਲ ਉਹਨਾਂ ਤੇ ਕੇਂਦਰਿਤ ਹੋ ਗਿਆ। ਫਿਰ ਸਾਨੂੰ ਪਤਾ ਲੱਗਿਆ, ਹੁਣ ਦੇਖੋ ਵਿਗਿਆਨ ਜਦੋਂ ਇੱਕ ਸਿਖਰ ਤੇ ਤਰੱਕੀ ਕਰ ਜਾਂਦਾ ਉੱਥੋਂ ਸਵਾਲਾਂ ਦੇ ਜਵਾਬ ਲੱਭਦੇ ਨੇ। ਕੈਮਿਸਟਰੀ ਦੇ ਵਿੱਚ ਕਾਰਬਨ ਡੇਟਿੰਗ, ਯੂਰੇਨੀਅਮ ਦੀ ਡੇਟਿੰਗ, ਇਹ ਤਕਨੀਕਾਂ ਮਿਲ ਗਈਆਂ ਸਾਨੂੰ ਵੀ ਅਸੀਂ ਇਹ ਜੇ ਡੇਟਿੰਗ ਕਰਾਂਗੇ ਕਿਸੇ ਆਬਜੈਕਟ ਦੀ ਚੱਕ ਕੇ, ਕਿਸੇ ਵਸਤੂ ਦੀ ਚੱਕ ਕੇ, ਤਾਂ ਸਾਨੂੰ ਪਤਾ ਲੱਗ ਜੂਗਾ ਉਹ ਕਿੰਨੇ ਕੁ ਕਰੋੜ ਸਾਲ ਪੁਰਾਣੀ ਹੈ। ਹੁਣ ਸਾਨੂੰ ਇੱਕ ਡਾਇਨਾਸੌਰ ਦਾ ਪਥਰਾਟ ਮਿਲਦਾ, ਉਹਦੀ ਅਸੀਂ ਡੇਟਿੰਗ ਕਰਦੇ ਹਾਂ, ਉਹ ਮਿਲਿਆ ਜੀ ਸਾਨੂੰ 25 ਕਰੋੜ ਸਾਲ ਪੁਰਾਣਾ। ਇਹ ਕਿਵੇਂ ਪਤਾ ਲੱਗਦਾ ਵੀ ਇਹ 25 ਕਰੋੜ ਸਾਲ ਪੁਰਾਣਾ? ਇਹ ਤੁਸੀਂ ਐਂ ਮੰਨ ਲਓ, ਜੇ ਮੈਂ ਉਦਾਹਰਨ ਲੈਣੀ ਹੋਵੇ, ਇਹਨੂੰ ਆਪਾਂ ਕਹਿੰਦੇ ਆ ਵੀ ਹਰ ਐਟਮ ਦੀ ਹਾਫ ਲਾਈਫ ਹੁੰਦੀ ਹੈ। ਹਾਫ ਲਾਈਫ ਕੀ ਆ? ਮੰਨ ਲਓ ਇਸ ਕਮਰੇ ਦੇ ਵਿੱਚ ਕਣਕ ਪਈ ਹੈ, ਇਹ ਕਣਕ ਦਾ ਇੱਕ ਰੇਟ ਹੈ ਘਟਣ ਦਾ। ਮੰਨ ਲਓ ਇਹ 5 ਦਿਨਾਂ 'ਚ ਇੰਨੀ ਘਟੂ, 10 ਦਿਨਾਂ 'ਚ ਇੰਨੀ ਘਟੂ, 20 ਦਿਨਾਂ 'ਚ ਇੰਨੀ ਘਟੂ। ਤਾਂ ਜੇ ਆਪਾਂ ਕਹੀਏ ਇਨੀਸ਼ੀਅਲੀ ਸ਼ੁਰੂਆਤ ਦੇ ਵਿੱਚ ਦਾ ਅਮਾਊਂਟ ਇੰਨਾ ਹੈ, 100 ਹੈ, ਅੱਜ ਇਹ 50 ਰਹਿ ਗਿਆ, ਇਹਦੇ ਘਟਣ ਦੀ ਦਰ ਹੈਗੀ ਆ 2 ਦਿਨਾਂ 'ਚ ਇਹ ਇੰਨੀ ਘਟਣੀ ਆ। ਉਹ ਘਟਦੀ ਹੋਈ ਚੀਜ਼ ਨੂੰ ਅਸੀਂ ਉੱਥੋਂ ਕੰਪੈਰੀਜ਼ਨ ਕਰਦੇ ਹਾਂ ਵੀ ਸ਼ੁਰੂਆਤ ਦੇ ਵਿੱਚ ਜੇ ਇੰਨਾ ਅਮਾਊਂਟ ਸੀਗਾ, ਅੱਜ ਘਟ ਕੇ ਇੰਨਾ ਰਹਿ ਗਿਆ, ਘਟਣ ਦੇ ਵਿੱਚ ਕਿੰਨਾ ਟਾਈਮ ਲੱਗਿਆ। ਤਾਂ ਜਿਹੜੇ ਕਾਰਬਨ ਦੇ ਐਟਮ ਹੁੰਦੇ ਨੇ ਪਥਰਾਟਾਂ ਦੇ ਵਿੱਚ, ਉਹ ਜੇ ਸ਼ੁਰੂਆਤ ਦੇ ਵਿੱਚ ਮੰਨ ਲਓ 100 ਨੇ, ਉਹਨਾਂ ਦੀ ਹਾਫ ਲਾਈਫ ਜਿੰਨੀ ਵੀ ਆ ਉਹਦਾ ਰੇਟ ਹੈ, ਅੱਜ ਉਹ 20 ਰਹਿ ਗਏ, ਤਾਂ ਉਹ 20 ਘਟਣ ਤੱਕ ਕਿੰਨਾ ਟਾਈਮ ਲੱਗਦਾ? 25 ਕਰੋੜ ਸਾਲ ਲੱਗਦੇ ਨੇ। ਤਾਂ ਇਹਦਾ ਮਤਲਬ ਇਹ ਜਿਹੜਾ ਪਥਰਾਟ ਹੈ ਧਰਤੀ ਤੇ 25 ਕਰੋੜ ਸਾਲ ਪਹਿਲਾਂ ਪੈਦਾ ਹੋਇਆ ਸੀ, ਜੀਵ ਹੈ ਜਿਹੜਾ। ਇਸੇ ਤਰ੍ਹਾਂ ਯੂਰੇਨੀਅਮ ਦੀ ਡੇਟਿੰਗ ਹੁੰਦੀ ਆ, ਹੋਰ ਜਿਹੜੇ ਐਟਮ ਨੇ, ਮੋਲੀਕਿਊਲ ਨੇ, ਉਹਨਾਂ ਦੀ ਡੇਟਿੰਗ ਹੁੰਦੀ ਆ। ਉਹ ਤੋਂ ਅਸੀਂ ਅਨੁਮਾਨ ਲਗਾ ਲੈਂਦੇ ਆ ਵੀ ਧਰਤੀ ਤੇ ਇਹ ਜਿਹੜੀ ਚੀਜ਼ ਆਈ ਇਹ ਇੰਨੇ ਕਰੋੜ ਸਾਲ ਪੁਰਾਣੀ ਆ ਜੀ। ਹੁਣ ਦੇਖੋ ਬਾਈਬਲ ਦੇ ਅਕੋਰਡਿੰਗ ਧਰਤੀ ਤੇ ਜੀਵਨ ਸ਼ੁਰੂ ਹੋਇਆ 6000 ਸਾਲ ਪਹਿਲਾਂ। ਉਹ ਤਾਂ ਤਰੀਕ ਵੀ ਦੱਸਦੇ ਆ, ਤਰੀਕ ਵੀ ਦੱਸਦੇ ਆ ਵੀ ਨਵੰਬਰ ਦੀ ਸ਼ਾਇਦ ਉਹ ਕੋਈ ਤਰੀਕ ਦੱਸਦੇ ਨੇ, ਅਕਤੂਬਰ 23 ਅਕਤੂਬਰ ਸਮਥਿੰਗ, ਤੇ ਟਾਈਮ ਵੀ ਦੱਸਦੇ ਨੇ ਉਹ ਸਵੇਰੇ ਕੁਝ 4 ਵਜੇ 5 ਵਜੇ, ਹੈਨਾ। ਤਾਂ 6000 ਸਾਲ ਪਹਿਲਾਂ। ਹੁਣ ਜੇ ਮੈਂ ਐਵੋਲੂਸ਼ਨ ਨੂੰ ਆਪਾਂ ਪਰਾਂ ਰੱਖ ਦਈਏ, ਡਾਇਨਾਸੌਰਾਂ ਨੂੰ ਪਰਾਂ ਧਰ ਦਈਏ, ਅਸੀਂ ਸਿੰਧੂ ਘਾਟੀ ਸੱਭਿਅਤਾ ਤੇ ਆ ਜਾਂਦੇ ਹਾਂ, ਅਸੀਂ ਮੀਜ਼ੋਪੋਟਾਮੀਆ ਜਿਹੜੀਆਂ ਵੀ ਸੱਭਿਅਤਾਵਾਂ ਉਹਨਾਂ ਤੇ ਆ ਜਾਂਦੇ ਹਾਂ। ਉਹ ਵੀ 25 ਮੰਨ ਲਓ ਕਹੀਏ ਜਿਹੜੀਆਂ ਸ਼ੁਰੂਆਤ ਆ ਕਿਸੇ ਜਿਹੜੇ ਗੁਫਾਵਾਂ 'ਚ ਸੱਭਿਅਤਾਵਾਂ ਨੇ, ਉਹ 40 ਹਜ਼ਾਰ ਸਾਲ ਪਹਿਲਾਂ ਲਗਭਗ ਸ਼ੁਰੂ ਹੋਈਆਂ। ਜਿਹੜੀ ਇਹ ਆਪਣੀ ਸਿੰਧੂ ਘਾਟੀ ਹੈ 5000 ਸਾਲ ਪਹਿਲਾਂ ਪੰਜਾਬ ਦੇ ਇਲਾਕਿਆਂ 'ਚ ਸੀਗੀ। ਤਾਂ ਇਹ ਸੱਭਿਅਤਾਵਾਂ ਵੀ ਉਹਨਾਂ ਦੇ ਜਿਹੜੇ ਜਵਾਬ ਨੇ ਬਾਈਬਲ ਦੇ, ਉਹਨੂੰ ਝੂਠਾ ਪਾ ਦਿੰਦੀਆਂ ਨੇ। ਫਿਰ ਜਿਹੜੇ ਡਾਇਨਾਸੌਰ ਨੇ ਤਾਂ ਕਰੋੜਾਂ ਸਾਲਾਂ 'ਚ ਪਿੱਛੇ ਚਲੇ ਜਾਂਦੇ ਨੇ। ਧਰਤੀ ਤੇ ਜਦੋਂ ਆਪਾਂ ਪਹਿਲੇ ਆਈਟਮ ਦੀ ਕਾਰਬਨ ਡੇਟਿੰਗ ਲੱਭਦੇ ਹਾਂ, ਜਿਹੜਾ ਸਭ ਤੋਂ ਪੁਰਾਣਾ ਸਾਨੂੰ ਧਰਤੀ ਉੱਤੇ ਲੱਭਿਆ ਆਈਟਮ ਜਾਂ ਕੋਈ ਵੀ ਇਸ ਤਰ੍ਹਾਂ ਦੀ ਵਸਤੂ, ਉਹ 450 ਕਰੋੜ ਸਾਲ ਪੁਰਾਣੀ ਹੈ। ਜਦੋਂ ਅਸੀਂ ਬ੍ਰਹਿਮੰਡ ਦੇ ਵਿੱਚ ਬਾਹਰ ਜਾਂਦੇ ਹਾਂ ਵੀ ਇਹ ਕਿੰਨਾ ਕੁ ਪੁਰਾਣਾ ਹੈ, ਤਾਂ ਉੱਥੇ ਸਾਨੂੰ ਸਭ ਤੋਂ ਪੁਰਾਣੀ ਚੀਜ਼ 13.8 ਬਿਲੀਅਨ ਸਾਲ ਪੁਰਾਣੀ ਲੱਭਦੀ ਹੈ। ਤਾਂ ਇਹ ਉਹ ਵਿਗਿਆਨ ਨੇ ਜਿਹੜੀਆਂ ਖੋਜਾਂ ਕੀਤੀਆਂ, ਉਹਨਾਂ ਨੇ ਉਹਨਾਂ ਚੀਜ਼ਾਂ ਨੂੰ ਧਾਰਾਸ਼ਾਹੀ ਕਰਤਾ, ਉਹਨਾਂ ਨੂੰ ਢਹਿ ਢੇਰੀ ਕਰਤਾ ਵੀ ਜੋ ਤੁਸੀਂ ਕਹਿ ਰਹੇ ਹੋ ਇਹ ਤਾਂ ਗੱਲਾਂ ਨੇ ਬਣੀਆਂ ਬਣਾਈਆਂ, ਇਹਨਾਂ ਗੱਲਾਂ ਦਾ ਵਿਗਿਆਨਿਕ ਸਬੂਤ ਕੋਈ ਨਹੀਂ। ਜਾਂ ਫਿਰ ਤੁਸੀਂ ਆਜੋ ਆਪਾਂ 1 to 1 ਗੱਲ ਕਰਦੇ ਹਾਂ ਵੀ ਤੁਸੀਂ ਆਪਣੇ ਵਿਗਿਆਨਿਕ ਸਬੂਤ ਦਿਓ, ਲੌਜਿਕ ਰੱਖੋ, ਤੇ ਅਸੀਂ ਆਪਦੇ ਰੱਖਾਂਗੇ, ਤੇ ਉੱਥੇ ਉਹ ਹਾਰ ਜਾਂਦੇ ਨੇ ਜੀ। ਆਪਾਂ ਹੁਣ ਇੱਧਰ ਨੂੰ ਆਈਏ, ਜਿਵੇਂ ਹੁਣ ਧਰਤੀ ਬਣਨ ਦੇ ਵਿੱਚ ਇਹ ਕਿਹਾ ਜਾਂਦਾ ਵੀ ਇੱਕ ਅੱਗ ਦਾ ਗੋਲਾ ਵੱਜਿਆ, ਉਸ ਤੋਂ ਬਾਅਦ ਪਹਿਲਾਂ ਵੀ ਧਰਤੀ ਅੱਗ ਦਾ ਗੋਲਾ ਸੀ, ਉਸ ਤੋਂ ਬਾਅਦ ਹੌਲੀ ਹੌਲੀ ਜਨਮ ਸ਼ੁਰੂ ਹੋਇਆ, ਫਿਰ ਮਨੁੱਖ ਦਾ ਠੰਡੀ ਹੋ ਕੇ ਧਰਤੀ, ਹੈ ਨਾ। ਤਾਂ ਇੱਥੋਂ ਆਪਾਂ ਸ਼ੁਰੂ ਕਰੀਏ ਵੀ ਧਰਤੀ ਕਿਵੇਂ ਪੈਦਾ ਕਿਵੇਂ ਹੁੰਦੀ ਹੈ ਧਰਤੀ? ਇੱਕ ਤਾਂ ਸਭ ਤੋਂ ਵੱਡੀ ਜਿਹੜੀ ਖੰਡਨ ਕਰਨ ਵਾਲੀ ਗੱਲ ਹੈ, ਉਹ ਮੈਂ ਜੇ ਇਨੀਸ਼ੀਅਲ 'ਚ ਗੱਲ ਕਰਨੀ ਹੋਵੇ, ਇਹ ਹੈ ਇੱਕ ਸਵਾਲ ਕਰਿਆ ਜਾਂਦਾ ਵੀ ਕੋਈ ਚੀਜ਼ ਕਦੋਂ ਪੈਦਾ ਹੋਈ। ਧਰਤੀ ਹੈ ਜਿਹੜੀ, ਇਹ ਮੈਟਰ ਤੋਂ ਬਣੀ ਹੈ, ਪਦਾਰਥ ਤੋਂ ਬਣੀ ਹੈ। ਪਦਾਰਥ ਤੇ ਸਮਾਂ ਇਹ ਕਦੇ ਵੀ ਪੈਦਾ ਨਹੀਂ ਹੋਏ, ਇਹ ਹਮੇਸ਼ਾ ਤੋਂ ਹੈਗੇ ਨੇ, ਹਮੇਸ਼ਾ ਤੱਕ ਰਹਿਣਗੇ। ਜਿਵੇਂ ਫਿਜ਼ਿਕਸ ਵੀ ਇਹੀ ਕਹਿੰਦੀ ਹੈ ਵੀ ਨਾ ਤਾਂ ਊਰਜਾ ਤੇ ਮੈਟਰ ਇੱਕੋ ਚੀਜ਼ ਹੁੰਦੀਆਂ ਨੇ, ਊਰਜਾ ਤੇ ਪਦਾਰਥ, ਵੀ ਨਾ ਤਾਂ ਊਰਜਾ ਨੂੰ ਪੈਦਾ ਕਰਿਆ ਜਾ ਸਕਦਾ, ਨਾ ਊਰਜਾ ਨੂੰ ਤੋੜਿਆ ਜਾ ਸਕਦਾ। ਇਹ ਹਮੇਸ਼ਾ ਤੋਂ ਸੀ, ਹਮੇਸ਼ਾ ਤੱਕ ਰਹੂਗੀ। ਬਸ ਇਹਦੀ ਤਬਦੀਲੀ ਹੁੰਦੀ ਹੈ, ਇਹਦੀ ਫਾਰਮ ਦੇ ਵਿੱਚ ਬਦਲੀ ਹੋ ਜਾਂਦੀ ਹੈ। ਤਾਂ ਜਦੋਂ ਆਪਾਂ ਇਹ ਕਹਿੰਦੇ ਵੀ ਇਹ ਜਿਹੜੀ ਫਾਰਮ ਹੈ ਇਹ ਕਦੋਂ ਹੋਂਦ 'ਚ ਆਈ, ਇਹਦੇ ਲਈ ਇੱਕ ਬਿਗ ਬੈਂਗ ਥਿਊਰੀ ਦਾ ਨਾਮ ਪ੍ਰਚਲਿਤ ਹੈ ਵੀ ਉਹਦੇ ਵਿੱਚੋਂ ਇੱਕ ਜਿਹੜਾ ਰੇਤ ਦੇ ਦਾਣੇ ਜਿੰਨੇ ਕੁ ਪਾਰਟੀਕਲ ਦੇ ਵਿੱਚ ਪਹਿਲਾਂ ਇਹ ਸਾਰਾ ਬ੍ਰਹਿਮੰਡ ਸੁੰਗੜਿਆ ਹੋਇਆ ਸੀਗਾ, ਉੱਥੋਂ ਇਹ ਫਟਣਾ ਸ਼ੁਰੂ ਕਰਦਾ ਹੈ। ਉਹਦੇ ਵਿੱਚੋਂ 450 ਕਰੋੜ ਸਾਲ ਪਹਿਲਾਂ ਸਾਡਾ ਬ੍ਰਹਿਮੰਡ ਹੈ ਜਿਹੜਾ ਸੂਰਜ ਤੇ ਸੂਰਜ ਦਾ ਪਰਿਵਾਰ, ਇਹ ਹੋਂਦ 'ਚ ਆਉਂਦਾ। ਤਾਂ ਉਹਦੇ ਵਿੱਚੋਂ ਧਰਤੀ ਹੈ ਜਿਹੜੀ, ਹੁਣ ਇਹ ਜਦੋਂ ਸੂਰਜ ਇੱਕ ਜਿਹੜਾ ਵੱਡਾ ਅੱਗ ਦਾ ਟੁਕੜਾ, ਉਹਦੇ ਆਲੇ ਦੁਆਲੇ ਛੋਟੇ ਅੱਗ ਦੇ ਟੁਕੜੇ ਘੁੰਮ ਰਹੇ ਨੇ, ਉਹ ਹੌਲੀ ਹੌਲੀ ਕਰਕੇ ਠੰਡੇ ਹੋਣੇ ਸ਼ੁਰੂ ਹੋ ਜਾਂਦੇ ਨੇ।
ਤਾਂ ਧਰਤੀ ਨੂੰ ਠੰਡੇ ਹੋਣ ਨੂੰ ਲਗਭਗ 100 ਕਰੋੜ ਸਾਲ ਦਾ ਸਮਾਂ ਲੱਗਦਾ। 450 ਕਰੋੜ ਤੋਂ 350 ਕਰੋੜ ਦੇ ਆਸ-ਪਾਸ। ਜਦੋਂ ਧਰਤੀ ਠੰਡੀ ਹੋਣੀ ਸ਼ੁਰੂ ਹੋ ਜਾਂਦੀ ਹੈ ਫਿਰ ਇਹਦੇ ਵਿੱਚ ਇੱਕ ਜੀਵਨ ਪੈਦਾ ਹੋਣ ਦੀ ਪ੍ਰਕਿਰਿਆ ਆਰੰਭੀ ਜਾਂਦੀ ਹੈ। ਹੁਣ ਸਵਾਲ ਇਹ ਵੀ ਆ ਵੀ ਲਗਭਗ 8 ਗ੍ਰਹਿ ਨੇ ਸਾਡੇ, ਹੋਰਾਂ ਤੇ ਜੀਵਨ ਨਹੀਂ ਪੈਦਾ ਹੋਇਆ। ਇਹ ਵੀ ਸਵਾਲ ਹੈ। ਕੋਈ ਗ੍ਰਹਿ ਸੂਰਜ ਦੇ ਬਹੁਤ ਨੇੜੇ ਆ, ਕੋਈ ਬਹੁਤ ਦੂਰ ਹੈ। ਧਰਤੀ ਸਹੀ ਜਗ੍ਹਾ, ਧਰਤੀ ਸਹੀ ਜਗ੍ਹਾ ਤੇ ਆ। ਹੁਣ ਹੋ ਸਕਦਾ ਆਪਾਂ ਮੰਗਲ ਗ੍ਰਹਿ ਤੇ ਬੈਠੇ ਹੁੰਦੇ ਇਸ ਟਾਈਮ, ਮੰਗਲ ਗ੍ਰਹਿ ਤੇ ਜੀਵਨ ਪੈਦਾ ਹੋਇਆ ਹੁੰਦਾ ਤਾਂ ਆਪਾਂ ਕਹਿ ਦਿੰਦੇ ਵੀ ਹਾਂ ਜਿਹੜੀਆਂ ਕੰਡੀਸ਼ਨਾਂ ਮੰਗਲ ਗ੍ਰਹਿ ਤੇ ਨੇ ਉਹ ਧਰਤੀ ਲਈ ਸਭ ਤੋਂ ਚੰਗੀਆਂ ਨੇ। ਅੱਛਾ, ਆਪਾਂ ਇਹਦੀ ਅੱਗੇ ਡਿਟੇਲ 'ਚ ਨਹੀਂ ਜਾਂਦੇ। ਹਾਂਜੀ, ਕੀ ਜੀਵਨ ਹੋਰ ਕਿਤੇ ਸੰਭਵ ਹੈ? ਇਹਦੇ ਉੱਤੇ ਜਿਹੜੇ ਵਿਗਿਆਨੀਆਂ ਦੇ ਅਨੁਮਾਨ ਨੇ ਉਹ ਇਹ ਕਹਿੰਦੇ ਨੇ ਵੀ ਜਿੰਨੀਆਂ ਵੀ ਗਲੈਕਸੀਜ਼ ਨੇ ਹੈਗੀਆਂ ਨੇ, ਮਤਲਬ ਅਣਗਿਣਤ ਗਲੈਕਸੀਆਂ ਨੇ ਸਾਡੇ ਤੋਂ, ਸਾਡੀ ਮਿਲਕੀ ਵੇ ਤੋਂ ਬਾਹਰ ਵੀ, ਹਰ ਇੱਕ ਗਲੈਕਸੀ ਦੇ ਵਿੱਚ ਹਜ਼ਾਰਾਂ ਸੂਰਜੀ ਪਰਿਵਾਰ ਨੇ, ਹਜ਼ਾਰਾਂ ਲੱਖਾਂ, ਤਾਂ ਇਹਦੀ ਕੋਈ ਸਵਾਲ ਨਹੀਂ ਬਣਦਾ ਵੀ ਜੀਵਨ ਨਾ ਹੋਵੇ। ਜੀਵਨ ਪੈਦਾ ਹੋਣਾ ਪਦਾਰਥ ਦੀ ਇੱਕ ਪ੍ਰਕਿਰਿਆ ਹੈ, ਉਹ ਜਿੱਥੇ ਉਹਨੂੰ ਮੌਕਾ ਮਿਲੂਗਾ ਉੱਥੇ ਉਹ ਪੈਦਾ ਹੋਊਗਾ। ਤੇ ਸਾਡੇ ਤੋਂ ਬਾਹਰ, ਬਸ ਸਾਡੀ ਉਹ ਰੀਚ ਤੋਂ ਬਾਹਰ ਨੇ, ਸਾਡੀ ਪਹੁੰਚ ਤੋਂ ਬਾਹਰ ਨੇ, ਬਹੁਤ ਜਗ੍ਹਾ ਜੀਵਨ ਹੋਊਗਾ ਜੀ। ਹੁਣ ਆਪਾਂ ਇੱਥੇ ਹੀ ਫੇਰ ਆਵਾਂਗੇ। ਹਾਂਜੀ, ਧਰਤੀ ਠੰਡੀ ਹੁੰਦੀ ਆ ਤਾਂ ਉਦੋਂ ਕੀ ਵਾਪਰਦਾ, ਫਿਰ ਕਿਵੇਂ ਜੀਵਨ ਪੈਦਾ ਹੁੰਦਾ, ਕੀ ਪਹਿਲਾਂ ਕੀ ਪੈਦਾ ਹੁੰਦਾ? ਜਿਹੜੀ ਇਹ ਚੀਜ਼, ਜਿਹੜਾ ਸਵਾਲ ਹੈ ਵੀ ਧਰਤੀ ਜਦੋਂ ਠੰਡੀ ਹੁੰਦੀ ਆ ਤਾਂ ਧਰਤੀ ਦਾ ਵਾਤਾਵਰਨ ਕਿਹੋ ਜਿਹਾ ਸੀ, ਇਹਦੇ ਤੇ ਕੀ ਕਿਰਿਆਵਾਂ ਵਾਪਰੀਆਂ, ਇਹਦੇ ਲਈ ਦੋ ਵਿਗਿਆਨੀਆਂ ਨੇ ਕੰਮ ਕੀਤਾ। ਸੋਵੀਅਤ ਵਿਗਿਆਨੀ ਸੀਗੇ, ਇੱਕ ਇੰਗਲੈਂਡ ਦਾ ਸੀ, ਇੱਕ ਰੂਸ ਦਾ ਸੀਗਾ। ਉਹਨਾਂ ਇੱਕ ਦਾ ਸੀ JVS ਹੈਲਡੇਨ ਤੇ ਦੂਜਾ ਸੀਗਾ ਓਪਰਿਨ। ਉਹਨਾਂ ਦੋਨਾਂ ਨੇ ਕੀ ਕਰਿਆ, ਉਹਨਾਂ ਨੇ ਕੁਝ ਅਨੁਮਾਨ ਲਗਾਏ ਵੀ ਜਦੋਂ ਧਰਤੀ ਠੰਡੀ ਹੋ ਰਹੀ ਹੋਊਗੀ ਤਾਂ ਕਿਹੋ ਜਿਹੀ ਹੋਊਗੀ। ਜਿਵੇਂ ਧਰਤੀ ਉੱਤੇ ਪਾਣੀ ਦੀ ਉਦੋਂ ਬਹੁਤਾਤ ਸੀਗੀ, ਤਾਂ ਪਾਣੀ ਬਹੁਤ ਜ਼ਿਆਦਾ ਸੀਗਾ, ਕਿਉਂਕਿ ਦੋ ਐਟਮ ਨੇ, ਇੱਕ ਹਾਈਡਰੋਜਨ ਤੇ ਆਕਸੀਜਨ, ਦੋਨੋਂ ਸਟੇਬਲ ਐਟਮ ਨੇ। ਦੋਨਾਂ ਦਾ ਜੇ ਕੈਮਿਸਟਰੀ ਦੇ ਵਿੱਚ ਆਪਾਂ ਜ਼ਿਆਦਾ ਡੂੰਘਾਈ 'ਚ ਨਹੀਂ ਜਾ ਸਕਦੇ। ਇਹ ਦੋਨੋਂ ਜਦੋਂ ਵਾਤਾਵਰਨ ਆਪਣੇ ਬ੍ਰਹਿਮੰਡ ਦੇ ਵਿੱਚ ਚਲੇ ਜਾਂਦੇ ਨੇ, ਕਿਰਿਆ ਕਰਦੇ ਨੇ, ਤਾਂ ਇਹ ਇੱਕ ਦੂਜੇ ਨਾਲ ਕਿਰਿਆ ਕਰਕੇ ਦੋ ਹਾਈਡਰੋਜਨ ਤੇ ਇੱਕ ਆਕਸੀਜਨ ਮਿਲ ਕੇ ਪਾਣੀ ਬਣਾਉਂਦਾ। ਤਾਂ ਧਰਤੀ ਉੱਤੇ ਪਾਣੀ ਦੇ ਆਉਣ ਦੇ ਦੋ ਸਿਧਾਂਤ ਨੇ। ਇੱਕ ਤਾਂ ਇਹ ਕਿਰਿਆਵਾਂ ਦੇ ਵਿੱਚੋਂ ਪਾਣੀ ਬਣਿਆ, ਇੱਕ ਇਹ ਕਿਹਾ ਜਾਂਦਾ ਵੀ ਬਾਹਰੋਂ ਕੁਝ ਇਸ ਤਰ੍ਹਾਂ ਦੇ ਮੀਟੀਓਰਾਈਟ, ਜਿਹੜੇ ਪੱਥਰਾਂ ਦੇ ਵੱਡੇ ਵੱਡੇ ਟੁਕੜੇ ਜਿਨ੍ਹਾਂ ਨੂੰ ਆਪਾਂ ਉਲਕਾ ਪਿੰਡ ਕਹਿ ਦਿੰਦੇ, ਉਹ ਧਰਤੀ ਉੱਤੇ ਡਿੱਗੇ, ਉਹਨਾਂ ਦੇ ਵਿੱਚ ਪਾਣੀ ਸੀਗਾ। ਤਾਂ ਧਰਤੀ ਦਾ ਜੇ ਆਪਾਂ ਸ਼ੁਰੂਆਤੀ ਵਾਤਾਵਰਨ ਦੇਖਣਾ ਹੋਵੇ, ਉਹਨੂੰ ਇਮੇਜਿਨ ਕਰਨਾ ਹੋਵੇ, ਓਪਰਿਨ ਤੇ ਹੈਲਡੇਨ ਨੇ ਜਿਵੇਂ ਕਰਿਆ, ਉਹ ਕਹਿੰਦੇ ਵੀ ਧਰਤੀ ਦਾ ਵਾਤਾਵਰਨ, ਇਹਦੇ ਵਿੱਚ ਲਗਾਤਾਰ ਇਹ ਠੰਡੀ ਹੋ ਰਹੀ ਹੈ ਪਰ ਹਜੇ ਅੰਦਰੋਂ ਤਪ ਰਹੀ ਹੈ। ਇਹਦੀ ਇੱਕ ਪਰਤ ਠੰਡੀ ਹੋਈ ਹੈ, ਇਹਦੇ ਉੱਤੇ ਬਹੁਤ ਸਾਰਾ ਪਾਣੀ ਖੜਾ ਹੈ, ਤੇ ਜਿੱਥੇ ਉਹ ਪਰਤ ਕਮਜ਼ੋਰ ਆ ਉੱਥੋਂ ਜਵਾਲਾਮੁਖੀ ਫਟ ਰਹੇ ਨੇ, ਲਗਾਤਾਰ ਜਵਾਲਾਮੁਖੀਆਂ ਦਾ ਫਟਣਾ ਸ਼ੁਰੂ ਹੋ ਰਿਹਾ। ਉੱਪਰ ਅਸਮਾਨ ਦੇ ਵਿੱਚ ਅਲੱਗ-ਅਲੱਗ ਨਿਕਲੀਆਂ ਹੋਈਆਂ ਗੈਸਾਂ ਇਕੱਠੀਆਂ ਹੋ ਰਹੀਆਂ ਨੇ, ਸਲਫਰ ਡਾਈਆਕਸਾਈਡ ਆ, ਨਾਈਟ੍ਰੋਜਨ ਦੀਆਂ ਅੱਡ-ਅੱਡ ਗੈਸਾਂ ਨੇ, ਪਾਣੀ ਦੇ ਵਿੱਚ ਅਮੋਨੀਆ ਹੈ, ਮਿਥੇਨ ਹੈ, ਕਾਰਬਨ ਡਾਈਆਕਸਾਈਡ ਬਹੁਤ ਜ਼ਿਆਦਾ ਹੈ। ਇਹ ਸਾਰੇ ਵਾਤਾਵਰਨ ਨੂੰ ਆਪਾਂ ਕਹਿੰਦੇ ਹਾਂ ਰਿਡਿਊਸਿੰਗ এনवायरमेंट। ਵੀ ਇਹ ਜਿਹੜਾ ਰਿਡਿਊਸਿੰਗ ਵਾਤਾਵਰਨ ਸੀਗਾ, ਇਹਦੇ ਵਿੱਚ ਅਸਮਾਨ 'ਚ ਕੀ ਹੋ ਰਿਹਾ ਸੀ, ਅਸਮਾਨ ਦੇ ਵਿੱਚ ਜਿਹੜੇ ਗੈਸਾਂ ਦੇ ਬੱਦਲ ਨੇ ਉਹ ਵਾਤਾਵਰਨ ਬਣਾ ਰਹੇ ਨੇ, ਉਹਨਾਂ ਦੇ ਵਿੱਚ ਅੱਡ-ਅੱਡ ਗੈਸਾਂ ਇੱਕ ਦੂਜੇ ਨਾਲ ਟਕਰਾ ਕੇ ਬਿਜਲੀ ਪੈਦਾ ਕਰ ਰਹੀਆਂ ਨੇ। ਜਿਵੇਂ ਹੁਣ ਵੀ ਆਪਾਂ ਦੇਖਦੇ ਹਾਂ ਬੱਦਲ ਨਾਲ ਟਕਰਾਉਂਦਾ ਬਿਜਲੀ ਪੈਦਾ ਹੁੰਦੀ ਹੈ। ਇਹਨਾਂ ਸਾਰੀਆਂ ਕਿਰਿਆਵਾਂ ਦੇ ਵਿੱਚੋਂ ਨਵੇਂ ਮੋਲੀਕਿਊਲ ਬਣ ਰਹੇ ਸੀ। ਕਿਸੇ ਚੀਜ਼ ਨੂੰ ਅਸੀਂ ਨੇ ਪਕਾਉਣਾ ਹੋਵੇ ਜਾਂ ਬਣਾਉਣਾ ਹੋਵੇ ਤਾਂ ਕੈਮੀਕਲ ਰਿਐਕਸ਼ਨ ਕਰਾਉਣੀ ਪੈਂਦੀ ਹੈ। ਤਾਂ ਧਰਤੀ ਦਾ ਸ਼ੁਰੂਆਤੀ ਵਾਤਾਵਰਨ ਉਹਨਾਂ ਰਿਐਕਸ਼ਨਾਂ ਦਾ ਗਰਭ ਸੀਗਾ, ਉੱਥੋਂ ਉਹ ਸਾਰੀਆਂ ਰਿਐਕਸ਼ਨਾਂ ਲਗਾਤਾਰ ਹੋ ਰਹੀਆਂ ਸੀ। ਇਹਦੇ ਵਿੱਚ ਫਿਰ ਉਹਨਾਂ ਨੇ, ਓਪਰਿਨ ਤੇ ਹੈਲਡੇਨ ਨੇ ਇਹ ਮਾਡਲ ਦੱਸਿਆ। 40 ਕੁ ਸਾਲਾਂ ਬਾਅਦ, ਲਗਭਗ 1940 ਤੋਂ 45 ਦੇ ਆਸ-ਪਾਸ, ਦੋ ਵਿਗਿਆਨੀ ਆਉਂਦੇ ਨੇ, ਅਰੇ ਤੇ ਮਿਲਰ। ਉਹ ਇਸ ਵਾਤਾਵਰਨ ਨੂੰ ਫਿਰ ਸਾਬਿਤ ਕਰਕੇ ਦਿਖਾਉਂਦੇ ਨੇ। ਉਹ ਲੈਬ ਦੇ ਵਿੱਚ ਇੱਕ ਵੱਡੀ ਫਲਾਸਕ ਲੈਂਦੇ ਨੇ, ਇੱਕ ਕੱਚ ਦਾ ਵੱਡਾ ਸਾਰਾ ਭਾਂਡਾ, ਉਹਦੇ ਥੱਲੇ ਅੱਗ ਬਲਦੀ ਰੱਖਦੇ ਨੇ ਤਾਂ ਕਿ ਪਾਣੀ ਉਬਲਦਾ ਰਹੇ। ਉਹਦੇ ਵਿੱਚ ਦੋ ਇਲੈਕਟ੍ਰਿਕ ਰੋਡ ਲਾਉਂਦੇ ਨੇ ਤਾਂ ਕਿ ਬਿਜਲੀ ਸਪਾਰਕ ਹੁੰਦੀ ਰਹੇ। ਉਹਦੇ ਵਿੱਚ ਉਹ ਮਿਥੇਨ, ਪਾਣੀ, ਅਮੋਨੀਆ, ਇਹ ਗੈਸਾਂ ਭਰ ਦਿੰਦੇ ਨੇ ਜਿਹੜੀਆਂ ਉਦੋਂ ਸੀਗੀਆਂ। ਤਾਂ ਉਹ ਇਸ ਐਕਸਪੈਰੀਮੈਂਟ ਨੂੰ ਘੱਟੋ ਘੱਟ 100-200 ਦਿਨ ਚਲਾਉਂਦੇ ਨੇ। ਉਹਨਾਂ ਨੇ ਜਿਹੜੇ ਸਾਨੂੰ ਕਿਤਾਬਾਂ 'ਚ ਪੜ੍ਹਾਇਆ ਜਾਂਦਾ ਉਹ ਇਹ ਆ ਵੀ 10-15 ਦਿਨ ਚਲਾਇਆ ਸੀ। ਫਿਰ ਮੈਂ ਉਹਨੂੰ, ਚਲੋ ਜਦੋਂ ਮੇਰੀ ਦਿਲਚਸਪੀ ਵਧੀ, ਮੈਂ ਦੁਬਾਰਾ ਨੂੰ ਪੜਤਾਲ ਕੀਤੀ। ਉਹ ਹੀ ਦੇਖਦੇ ਨੇ ਵੀ 15 ਕੁ ਦਿਨਾਂ ਬਾਅਦ ਜਿਹੜਾ ਉਹ ਪਾਣੀ ਹੈ ਉਹ ਗੁਲਾਬੀ ਰੰਗ ਦਾ ਹੋ ਗਿਆ। ਉਹਨੂੰ ਇੱਕ HPLC ਨਾਂ ਦੀ ਟੈਕਨੀਕ ਹੁੰਦੀ ਆ, ਉਹਦੇ ਥਰੂ ਉਹਦੀ ਸਟੱਡੀ ਕੀਤੀ ਗਈ ਉਸ ਪਾਣੀ ਦੀ। ਉਹਦੇ ਵਿੱਚ ਅਮਾਈਨੋ ਐਸਿਡ ਬਣ ਗਏ ਸੀ। ਹੁਣ ਅਮਾਈਨੋ ਐਸਿਡ ਇਹ ਹੁੰਦੇ ਨੇ, ਅਮਾਈਨੋ ਐਸਿਡ ਕੀ ਹੈ, ਜਿਵੇਂ ਆਪਣਾ ਘਰ ਇੱਟਾਂ ਤੋਂ ਬਣਿਆ, ਉਸੇ ਤਰ੍ਹਾਂ ਪ੍ਰੋਟੀਨ ਅਮਾਈਨੋ ਐਸਿਡ ਤੋਂ ਬਣਿਆ ਹੁੰਦਾ। ਹੁਣ ਤੁਸੀਂ ਕਹੋਗੇ ਫਿਰ ਜੀਵਨ ਕਿਸ ਚੀਜ਼ ਤੋਂ ਬਣਿਆ? ਜੀਵਨ ਪ੍ਰੋਟੀਨ ਤੋਂ ਬਣਿਆ। ਤਾਂ ਮਤਲਬ ਇਹਨੂੰ ਕਹਿੰਦੇ ਬਿਲਡਿੰਗ ਬਲੌਕ, ਵੀ ਜਿਸ ਚੀਜ਼ ਤੋਂ ਕਿਸੇ ਚੀਜ਼ ਦੀ ਰਚਨਾ ਹੋਣੀ ਹੈ ਉਹਦੇ ਯੂਨਿਟ। ਹੁਣ ਅਮਾਈਨੋ ਐਸਿਡ ਉਦੋਂ ਰਿਡਿਊਸਿੰਗ এনवायरमेंट 'ਚ ਕਿਵੇਂ ਬਣੇ, ਅੱਜ ਤੋਂ 350 ਕਰੋੜ ਸਾਲ ਪਹਿਲਾਂ, ਉਹ ਅਰੇ ਤੇ ਮਿਲਰ ਨੇ ਬਣਾ ਕੇ ਦਿਖਾਤੇ। ਫਿਰ ਜਦੋਂ ਮੈਂ ਇਹਦੀ ਥੋੜ੍ਹੀ ਜਿਹੀ ਗਾਹਾਂ ਪੜਤਾਲ ਕੀਤੀ, ਵਿਕੀਪੀਡੀਆ 'ਤੇ ਵੀ ਮਿਲ ਜਾਂਦਾ, ਉਹ ਵੀ ਅੰਦਰ ਰਿਸਰਚ ਪੇਪਰ ਵੀ ਹੈਗੇ ਨੇ,
100 ਦਿਨਾਂ ਬਾਅਦ ਉਹਨਾਂ ਨੇ ਦੁਬਾਰਾ ਉਹਨਾਂ ਹੀ ਸ਼ੀਸ਼ੀਆਂ ਨੂੰ ਚੱਕ ਕੇ ਫਿਰ HPLC ਕੀਤੀ ਜਾਂ ਉਹਨੂੰ ਐਕਸਪੈਰੀਮੈਂਟ ਨੂੰ ਕੰਟੀਨਿਊ ਰੱਖਿਆ, ਉਹਨੂੰ ਅੱਗੇ ਫਿਰ ਪੜਤਾਲ ਕਰਕੇ ਦੇਖਿਆ ਤਾਂ 20 ਦੇ 20 ਅਮਾਈਨੋ ਐਸਿਡ, ਸਾਡਾ ਸਰੀਰ 20 ਅਮਾਈਨੋ ਐਸਿਡ ਤੋਂ ਬਣਿਆ ਹੋਇਆ, ਉਹ ਬਣ ਚੁੱਕੇ ਸੀ ਉਹਦੇ 'ਚ, ਜਿਹੜੇ ਜੀਵਨ ਲਈ ਜੀਵਨ ਦਾ ਜਿਹੜੇ ਆਧਾਰ ਸੀ। ਹੁਣ ਮਤਲਬ ਅਸੀਂ ਕਹਿੰਦੇ ਜੀਵਨ ਨਿਰਜੀਵ ਪਦਾਰਥਾਂ ਤੋਂ ਪੈਦਾ ਹੋਇਆ, ਉਹ ਨਿਰਜੀਵ ਪਦਾਰਥ ਉਹਨਾਂ ਨੇ ਪੈਦਾ ਕਰਕੇ ਦਿਖਾਏ। ਹੁਣ ਇੱਥੇ ਗੁੰਝਲਦਾਰ ਸਵਾਲ ਇਹ ਹੈ ਵੀ ਨਿਰਜੀਵ ਪਦਾਰਥਾਂ ਤੋਂ ਸੈੱਲ ਕਿਵੇਂ ਬਣਿਆ। ਹਾਂ, ਮੇਰਾ ਇਹੀ ਸਵਾਲ ਸੀਗਾ ਵੀ ਨਿਰਜੀਵ ਪਦਾਰਥਾਂ ਤੋਂ ਸੈੱਲ ਕਿਵੇਂ ਬਣਦਾ। ਇਹ ਥਿਊਰੀਟੀਕਲੀ ਸੋਲਵਡ ਹੈ, ਪ੍ਰੈਕਟੀਕਲੀ ਹਜੇ ਪੋਸੀਬਲ ਨਹੀਂ, ਕਿਉਂਕਿ ਸੈੱਲ ਜਿਵੇਂ ਆਪਾਂ ਕਹਿ ਦਈਏ ਅਸੀਂ ਕ੍ਰੇਨ ਬਣਾ ਸਕਦੇ ਹਾਂ, ਅਸੀਂ ਮੈਟਰੋ ਟ੍ਰੇਨ ਬਣਾ ਸਕਦੇ ਹਾਂ, ਅਸੀਂ ਮਾਈਕਰੋ ਚਿਪ ਬਣਾ ਸਕਦੇ ਹਾਂ। ਸਾਡੀ ਟੈਕਨੋਲੋਜੀ ਦੀ ਇਹ ਰੀਚ ਹੈ। ਅੱਜ ਤੋਂ 5000 ਸਾਲ ਪਹਿਲਾਂ ਅਸੀਂ ਇੱਕ ਸਿੰਪਲੀ ਮਤਲਬ ਕੁਝ ਵੀ ਨਹੀਂ ਬਣਾ ਸਕਦੇ ਸੀ, ਜਾਂ ਪੱਥਰ ਨੂੰ ਪੱਥਰ ਨਾਲ ਤਰਾਸ਼ਦੇ ਸੀ। ਅਸੀਂ ਅੱਜ ਇੱਥੇ ਤੱਕ ਪਹੁੰਚ ਗਏ ਵੀ ਸਾਡੇ ਉਲਕਾ ਪਿੰਡ ਅਸਮਾਨ ਦੇ ਵਿੱਚ ਉੱਡੇ, ਸਾਡੇ ਜਿਹੜੇ ਸੈਟੇਲਾਈਟ ਨੇ ਬਣਾਈਆਂ ਹੋਈਆਂ ਉਹ ਅਸਮਾਨ 'ਚ ਉੱਡੀਆਂ ਫਿਰਦੀਆਂ ਨੇ। ਬਿਲਕੁਲ। ਤਾਂ ਮੈਂ ਇਹ ਮੰਨਦਾ ਵੀ ਅੱਜ ਤੋਂ 1000 ਸਾਲ ਬਾਅਦ, 100 ਸਾਲ ਬਾਅਦ, 200 ਸਾਲ ਬਾਅਦ ਅਸੀਂ ਇਸ ਤੇ ਵੀ ਆ ਜਾਾਂਗੇ ਵੀ ਇਹ ਬਣਦੇ ਕਿਵੇਂ ਨੇ, ਪਰ ਅੱਜ ਦੀ ਟੈਕਨੋਲੋਜੀ ਨਹੀਂ ਬਣਾ ਪਾ ਰਹੀ। ਉਹਦੀਆਂ ਬਹੁਤ ਸਾਰੀਆਂ ਲਿਮਿਟਸ ਵੀ ਨੇ। ਥਿਓਰੈਟੀਕਲੀ ਕੀ ਆ, ਇਹ ਆਪਾਂ ਜ਼ਰੂਰ ਗੱਲ ਕਰ ਲੈਂਦੇ ਹਾਂ। ਮਤਲਬ ਜੇ ਕੋਈ ਚੀਜ਼, ਜਿਵੇਂ ਆਇਨਸਟਾਈਨ ਇਹ ਕਹਿੰਦਾ ਹੁੰਦਾ ਸੀ ਵੀ ਜਿਹੜੀ ਚੀਜ਼ ਥਿਓਰੈਟੀਕਲੀ ਪ੍ਰੂਵ ਹੋਗੀ ਉਹ ਨੇਚਰ ਦੇ ਵਿੱਚ ਐਗਜ਼ਿਸਟ ਕਰਦੀ ਹੈ। ਜਿਵੇਂ ਆਇਨਸਟਾਈਨ ਨੇ ਇਹਦੇ ਬਾਰੇ ਦੱਸਿਆ ਸੀ ਆਪਾਂ ਨੂੰ, ਬਲੈਕ ਹੋਲ ਬਾਰੇ। ਉਦੋਂ ਬਲੈਕ ਹੋਲ ਦੇਖਿਆ ਤੱਕ ਨਹੀਂ ਸੀ ਆਪਾਂ, ਉਹਨੇ ਆਪਣੀਆਂ ਕੈਲਕੂਲੇਸ਼ਨਾਂ ਕੀਤੀਆਂ। ਉਹ ਕਹਿੰਦੇ ਅਸਮਾਨ ਦੇ ਵਿੱਚ, ਸਪੇਸ ਦੇ ਵਿੱਚ ਕੁਝ ਇਸ ਤਰ੍ਹਾਂ ਦੀ ਚੀਜ਼ ਵੀ ਐਗਜ਼ਿਸਟ ਕਰਦੀ ਹੈ। 2021 ਚ ਆ ਕੇ ਅਸੀਂ ਇਹਦੀਆਂ ਫੋਟੋ ਖਿੱਚ ਰਹੇ ਹਾਂ 70 ਸਾਲਾਂ ਬਾਅਦ। ਕੀ ਵਿਗਿਆਨ ਦੇ ਵਿੱਚ ਅਨੁਮਾਨ ਦਾ ਸਥਾਨ ਹੈ? ਬਿਲਕੁਲ ਹੈ, ਕੈਲਕੂਲੇਸ਼ਨਾਂ ਦਾ ਸਥਾਨ ਹੈ। ਜਿਵੇਂ ਆਪਾਂ ਕਹਿੰਦੇ ਆ ਵੀ ਜਿਹੜੀ ਕੁਦਰਤ ਹੈ, ਜਿਹੜੀ ਕੁਦਰਤੀ ਵਿਗਿਆਨ ਹੈ, ਉਹਦੀ ਜਿਹੜੀ ਭਾਸ਼ਾ ਹੈ ਉਹ ਮੈਥਮੈਟਿਕਸ ਹੈ। ਜੇ ਤੁਸੀਂ 2 ਤੇ 2 ਪਲੱਸ ਕਰਕੇ ਦੇਖ ਲਓ, ਹੁਣ ਮੈਨੂੰ ਨਹੀਂ ਪਤਾ ਵੀ ਮੇਰੇ ਕੋਲ ਇੱਥੇ 2 ਚੀਜ਼ਾਂ ਪਈਆਂ ਨੇ, ਉਹ 'ਚ ਮੈਂ 2 ਹੋਰ ਜੋੜ ਦੇਵਾਂ 4 ਹੋ ਜਾਣਗੀਆਂ। ਇਹੀ ਚੀਜ਼ ਮੈਂ ਕੈਲਕੂਲੇਟ ਕਰ ਲੈਣਾ ਵੀ 2 + 2 ਕਿੰਨੇ ਹੁੰਦੇ ਨੇ, 4। ਉਹ ਪ੍ਰੈਕਟੀਕਲ ਵੀ ਹੁੰਦੇ ਨੇ। ਇਸੇ ਤਰ੍ਹਾਂ ਜਿੰਨਾ ਸਾਡਾ ਮੈਥਮੈਟਿਕਸ ਅੱਜ ਜਿੱਥੇ ਸਾਡੀ ਫਿਜ਼ਿਕਸ ਪਹੁੰਚੀ ਹੋਈ ਹੈ, ਅਸੀਂ ਬਹੁਤ ਸਾਰੀਆਂ ਚੀਜ਼ਾਂ ਕੈਲਕੂਲੇਟ ਕਰਦੇ ਹਾਂ। ਹੁਣ ਜਿਵੇਂ ਅਨੁਮਾਨ ਦੀ ਗੱਲ ਆਈ ਹੈ, ਅਸੀਂ ਚੰਦ ਤੇ ਜਾਣਾ ਹੈ, ਚੰਦ ਤੇ ਜਾਣ ਦੀ ਪ੍ਰੈਕਟਿਸ ਨਹੀਂ ਨਾ ਹੋ ਸਕਦੀ। ਚੰਦ ਤੇ ਸਾਡਾ ਸੈਟੇਲਾਈਟ ਉਤਾਰਿਆ ਗਿਆ, ਉਹਦੀ ਪ੍ਰੈਕਟਿਸ ਨਹੀਂ ਨਾ ਹੋ ਸਕਦੀ। ਤਾਂ ਉਹ ਸਾਰਾ ਕੈਲਕੂਲੇਟ ਕੀਤਾ ਗਿਆ ਵੀ ਧਰਤੀ ਦਾ ਮਾਸ ਇੰਨਾ, ਧਰਤੀ ਦਾ ਭਾਰ ਇੰਨਾ, ਗ੍ਰੈਵਿਟੀ ਇੰਨੀ, ਚੰਦ ਦਾ ਭਾਰ ਇੰਨਾ, ਗ੍ਰੈਵਿਟੀ ਇੰਨੀ, ਇਹਦੇ ਆਰਬਿਟ 'ਚੋਂ ਕੋਈ ਚੀਜ਼ ਇੰਨੀ ਸਪੀਡ ਤੇ ਘੁੰਮੂਗੀ, ਇੰਨੀ ਸਪੀਡ ਤੇ ਇਹਦੇ ਆਰਬਿਟ 'ਚੋਂ ਬਾਹਰ ਨਿਕਲ ਸਕਦੀ ਆ, ਫਿਰ ਉਹਦੇ ਆਰਬਿਟ 'ਚ ਐਂਟਰ ਕਰੂਗੀ, ਫਿਰ ਉੱਥੇ ਲੈਂਡ ਕਰੂ। ਇਹ ਸਾਰਾ ਸਾਡਾ ਅਨੁਮਾਨ ਹੈ। ਹੁਣ ਇਹ ਅਨੁਮਾਨ ਨੂੰ ਉਧਰ ਰਲਗੜ ਨਹੀਂ ਕਰਨਾ ਚਾਹੀਦਾ ਵੀ ਅਸੀਂ ਭਵਿੱਖ ਦੱਸ ਸਕਦੇ ਹਾਂ ਵੀ ਕੱਲ ਨੂੰ ਮੈਂ ਕੀ ਹੋਊਂਗਾ, ਕੱਲ ਨੂੰ ਮੈਂ ਕਿੱਥੇ ਹੋਊਂਗਾ, ਨਹੀਂ ਪਤਾ। ਇਹ ਇਸ ਤਰ੍ਹਾਂ ਦਾ ਅਨੁਮਾਨ ਨਹੀਂ ਹੈਗਾ। ਜਾਨੀ ਅਨੁਮਾਨ ਤੋਂ ਅੱਗੇ ਉਦੋਂ ਬਾਅਦ ਫਿਰ ਉਹਨੂੰ ਪ੍ਰੈਕਟੀਕਲੀ ਦੱਸਣਾ ਪੈਂਦਾ ਵੀ ਹਾਂ ਇਹ ਚੀਜ਼ ਹੈਗੀ ਆ। ਹਾਂ, ਅੱਛਾ, ਫਿਰ ਆਪਾਂ ਜੀਵਨ ਵਾਲੀ ਗੱਲ ਆ ਜਿਹੜੀ, ਤਾਂ ਇਹ ਵੀ ਕਿਹਾ ਜਾਂਦਾ ਕਿ ਸਭ ਤੋਂ ਪਹਿਲਾਂ ਪਾਣੀ ਦੇ ਵਿੱਚ ਜੀਵਨ ਪੈਦਾ ਹੋਇਆ, ਮੱਛੀਆਂ ਬਣੀਆਂ ਪਹਿਲਾਂ, ਹੈ ਨਾ, 1 ਸੈੱਲੇ ਜੀਵ, ਫਿਰ ਬਹੁਤ ਸੈੱਲੇ, 2 ਸੈੱਲੇ, ਇੱਦਾਂ। ਤਾਂ ਉਹ ਥੋੜਾ ਜਿਹਾ ਡਿਟੇਲ 'ਚ ਜੇ ਆਪਾਂ ਜਾਣਾ, ਮੈਂ ਥੋੜਾ ਜਿਹਾ ਪਿੱਛੋਂ ਚੱਕ ਲੈਣਾ ਗੱਲ, ਜਿੱਥੇ ਆਪਾਂ ਛੱਡੀ ਸੀ ਉਹ 'ਚੋਂ ਆਪਾਂ ਥੋੜਾ ਅਨੁਮਾਨ ਵੱਲ ਆ ਗਏ। ਜਿਹੜੇ ਆਪਣੇ ਪਹਿਲੇ ਪ੍ਰੋਟੀਨ ਬਣੇ, ਉਸੇ ਤਰ੍ਹਾਂ ਪਾਣੀ ਦੇ ਵਿੱਚ ਲਿਪਿਡਸ ਬਣੇ, ਫੈਟੀ ਐਸਿਡ ਕਹਿ ਦਿੰਦੇ ਜਿਹਨੂੰ ਆਪਾਂ ਤੇਲ ਕਹਿ ਦਿੰਦੇ ਆ। ਹੁਣ ਉਹ ਜੇ ਇਹ ਸਮਝਣਾ ਹੋਵੇ ਸੈੱਲ ਕਿਵੇਂ ਬਣਿਆ, ਬਹੁਤ ਸੌਖੀ ਗੱਲ ਹੈ ਇਹ। ਤੇਲ ਦੀ ਇਹ ਖਾਸੀਅਤ ਹੈ, ਤੇਲ ਦੇ 2 ਐਂਡ ਹੁੰਦੇ ਨੇ, ਇੱਕ ਪਾਣੀ ਵੱਲ ਰਹਿੰਦਾ, ਇੱਕ ਪਾਣੀ ਤੋਂ ਦੂਰ ਜਾਂਦਾ ਹੈ। ਸਾਇੰਸ ਵਾਲੇ ਇਹਨੂੰ ਬਿਹਤਰ ਸਮਝਦੇ ਨੇ, ਹਾਈਡਰੋਫੋਬਿਕ ਤੇ ਹਾਈਡਰੋਫਿਲਿਕ। ਪਾਣੀ ਤੇ ਤੇਲ ਕਦੇ ਵੀ ਇਕੱਠੇ ਨਹੀਂ ਹੁੰਦੇ, ਮਿਕਸ ਨਹੀਂ ਹੁੰਦੇ। ਤਾਂ ਜਦੋਂ ਸਾਡਾ ਸਰੀਰ ਵੀ ਤੇਲ ਤੋਂ ਹੀ ਬਣਿਆ ਹੋਇਆ, ਸਾਡੇ ਜਿਹੜੇ ਜਿੰਨੇ ਵੀ ਸੈੱਲ ਨੇ ਉਹਨਾਂ ਦੀ ਮੈਂਬਰੇਨ ਤੇਲ ਤੋਂ ਬਣੀ ਹੋਈ ਹੈ, ਉਹਨੂੰ ਲਿਪਿਡ ਬਾਇਲੇਅਰ ਕਹਿੰਦੇ ਨੇ। ਹੁਣ ਪਾਣੀ ਦੇ ਵਿੱਚ ਜਦੋਂ ਇਹ ਲਿਪਿਡਸ ਬਣ ਗਏ ਨਾ, ਇਹਨਾਂ ਦੇ ਪਾਣੀ 'ਚ ਬੁਲਬੁਲੇ ਬਣੇ, ਉਹ ਬਹੁਤ ਮਾਈਕਰੋਸਕੋਪਿਕ ਛੋਟੇ ਸਾਈਜ਼ ਦੇ। ਹੁਣ ਜਿਹੜੇ ਦੂਜੇ ਪਾਸੇ ਪ੍ਰੋਟੀਨ ਬਣ ਰਹੇ ਸੀ, DNA ਦੇ ਜਿਹੜੇ ਨਿਊਕਲਿਕ ਐਸਿਡ ਨੇ ਉਹ ਬਣ ਰਹੇ ਸੀ, ਉਹ ਪਾਣੀ, ਸਮੁੰਦਰ, ਧਰਤੀ ਭਰੀ ਹੋਈ ਆ, ਉਹ 'ਚ ਇਹ ਮੋਲੀਕਿਊਲ ਬਣ ਰਹੇ ਨੇ, ਬਣੀ ਜਾ ਰਹੇ ਨੇ, ਟੁੱਟੀ ਜਾ ਰਹੇ ਨੇ, ਬਣੀ ਜਾ ਰਹੇ ਨੇ, ਟੁੱਟੀ ਜਾ ਰਹੇ ਨੇ, ਪ੍ਰਕਿਰਿਆ ਨਿਰੰਤਰ ਚੱਲਦੀ ਹੈ। ਪਰ ਜਿਹੜੇ ਤੇਲ ਦੇ ਬੁਲਬੁਲੇ ਬਣ ਗਏ, ਜਦੋਂ ਇਹ ਜੈਵਿਕ ਪਦਾਰਥ ਉਹਨਾਂ ਦੇ ਅੰਦਰ ਆ ਗਏ, ਫਿਰ ਉਹਨਾਂ 'ਚ ਟੁੱਟਣ ਦੀ ਪ੍ਰਕਿਰਿਆ ਬੰਦ ਹੋ ਗਈ, ਇੱਕ ਤਰ੍ਹਾਂ ਇਹ ਸੇਫ ਜ਼ੋਨ 'ਚ ਆ ਗਏ। ਇਹ ਫਿਰ ਜਿਹੜਾ ਜੈਵਿਕ ਪਦਾਰਥਾਂ ਦਾ ਇੱਕ ਸਮੂਹ ਹੈ, ਜਿਹੜਾ ਲਿਪਿਡ ਦੇ ਇੱਕ ਬੁਲਬੁਲੇ ਦੇ ਹੇਠਾਂ ਹੈ। ਹੁਣ ਮੈਂ ਹੱਥ ਨਾਲ ਐਡਾ ਕਹਿ ਰਿਹਾ, ਮਾਈਕਰੋਸਕੋਪ ਥੱਲੇ ਸਾਨੂੰ ਇਹ ਬਹੁਤ ਛੋਟਾ ਜਿਹਾ ਦਿਖਦਾ। ਇਹਨੂੰ ਫਿਰ ਅਸੀਂ ਕਹਿੰਦੇ ਆ ਵੀ ਇਹ ਪ੍ਰੋਟੋਸੈੱਲ ਸੀਗਾ, ਜਿੱਥੋਂ ਸਾਡੇ ਸੈੱਲਾਂ ਦੀ ਸ਼ੁਰੂਆਤ ਹੋਈ। ਹੁਣ ਅਸੀਂ ਕਹਿੰਦੇ ਆ ਵੀ ਸੈੱਲ ਕੀ ਹੁੰਦਾ, ਜਾਂ ਜਿਉਂਦਾ ਜਾਗਦਾ ਜੀਵ ਕੀ ਹੈ, ਸਾਡਾ ਇਹਨਾਂ ਨਾਲੋਂ ਫਰਕ ਕੀ ਹੈ। ਇਹ ਪੈਨ ਹੈ ਤੇ ਮੈਂ ਜਿਉਂਦਾ ਜਾਗਦਾ, ਸਾਡਾ ਫਰਕ ਕੀ ਹੈ? ਇਹ ਸਾਹ ਨਹੀਂ ਲੈਂਦਾ, ਇਹ ਖਾਣਾ ਨਹੀਂ ਖਾਂਦਾ, ਇਹ ਮਲ ਤਿਆਗ ਨਹੀਂ ਕਰਦਾ, ਇਹ ਬੱਚੇ ਪੈਦਾ ਨਹੀਂ ਕਰਦਾ। ਇਹਦੀ ਸੋਚ ਸਮਝ ਹੈ ਨਹੀਂ, ਕੋਈ ਇਹਦੀ ਸੋਚ ਸਮਝ ਹੈ ਨਹੀਂ। ਇਹ ਇੱਕ ਵੱਡੇ ਪੜਾਅ ਦੀ ਚੀਜ਼ ਹੈ। ਹੁਣ ਫਿਰ ਬੈਕਟੀਰੀਆ ਸਾਨੂੰ ਉਹ 'ਚ ਬਾਹਰ ਕੱਢਣਾ ਪਊਗਾ, ਬੈਕਟੀਰੀਆ ਵੀ ਨਹੀਂ ਸੋਚਦਾ। ਕਈ ਵਾਰ ਮੈਂ ਕਲਾਸ 'ਚ ਜਵਾਕਾਂ ਨੂੰ ਸਵਾਲ ਪੁੱਛ ਲੈਂਦਾ ਹੁੰਦਾ ਵੀ
ਜਿਉਂਦੀ ਜਾਗਦੀ ਚੀਜ਼ਾਂ ਤੇ ਮਰਿਆ ਇਹਨਾਂ ਨਿਰਜੀਵ ਚੀਜ਼ਾਂ 'ਚ ਕੀ ਫਰਕ ਹੈ। ਉਹ ਕਹਿੰਦੇ ਨੇ ਵੀ ਅਸੀਂ ਤੁਰਦੇ ਫਿਰਦੇ ਹਾਂ, ਤੁਰਦਾ ਫਿਰਦਾ ਫਿਰ ਅਸੀਂ ਮਜ਼ਾਕ 'ਚ ਗੱਲ ਕਰਦੇ ਨੇ ਵੀ ਤੁਰਦਾ ਤਾਂ ਫਿਰ ਪਾਣੀ ਵੀ ਹੈ, ਤੁਰਦੀ ਹਵਾ ਵੀ ਹੈ। ਤਾਂ ਗੱਲ ਹੁਣ ਜਿਹੜੀ ਇਹ ਹੈ, ਸਾਡੇ 'ਚ 4 ਮੇਨ ਫਰਕ ਨੇ। ਸੋਚਣ ਨੂੰ ਆਪਾਂ ਇਹ ਕਹਿੰਦੇ ਆ ਵੀ ਸੋਚਣਾ ਮਨੁੱਖਾਂ ਦਾ, ਪਸ਼ੂ ਨਹੀਂ ਸੋਚਦੇ, ਜਾਂ ਜਿਹੜੇ ਨੀਵੇਂ ਪੱਧਰ ਦੇ ਜੀਵ ਨੇ, ਬੈਕਟੀਰੀਆ, ਵਾਇਰਸ, ਉਹ ਸੋਚਦੇ ਨਹੀਂ ਹੈਗੇ। ਤਾਂ 4 ਚੀਜ਼ਾਂ ਨੇ ਜਿਹੜੀਆਂ ਹੁਣ ਜਿਵੇਂ ਆਪਾਂ ਇਹ ਗੱਲ ਕਰਾਂਗੇ। ਹੁਣ ਜਿਹੜਾ ਇਹ ਪ੍ਰੋਟੋਸੈੱਲ ਬਣ ਗਿਆ ਸਮੁੰਦਰ ਦੇ ਵਿੱਚ, ਜਦੋਂ ਇਹ ਸਮੁੰਦਰ ਦੇ ਵਿੱਚ ਹੋਰਾਂ ਜਿਹੜੇ ਆਰਗੈਨਿਕ ਮਟੀਰੀਅਲ ਨੇ ਉਹਨਾਂ ਨੂੰ ਅਬਜ਼ੌਰਬ ਕਰਨ ਲੱਗ ਗਿਆ, ਖਾਣ ਲੱਗ ਗਿਆ, ਤੇ ਫਾਲਤੂ ਦਾ ਜਿਹੜਾ ਆਰਗੈਨਿਕ ਮਟੀਰੀਅਲ ਉਹਨੂੰ ਬਾਹਰ ਕੱਢਣ ਲੱਗ ਗਿਆ। ਆਕਸੀਜਨ ਦੀ ਪ੍ਰੈਜ਼ੈਂਸ 'ਚ ਇਹ ਖਾਣੇ ਨੂੰ ਤੋੜਨ ਲੱਗ ਗਿਆ, ਤੇ ਜਦੋਂ ਇਹ ਵੱਡਾ ਹੋ ਜਾਂਦਾ ਟੁੱਟ ਕੇ 2 'ਚ ਵੰਡਣ ਲੱਗ ਗਿਆ। ਇਹ ਚਾਰੇ ਕਿਰਿਆਵਾਂ ਪੂਰੀਆਂ ਹੋ ਗਈਆਂ। ਉਦੋਂ ਅਸੀਂ ਕਹਿੰਦੇ ਵੀ ਇਹ ਜੀਵਨ ਦੀ ਸ਼ੁਰੂਆਤ ਹੋ ਗਈ, ਕਿਉਂਕਿ ਇਹ ਚਾਰੇ ਪ੍ਰਕਿਰਿਆਵਾਂ ਜੀਵਨ ਨੇ। ਪਰ ਹੁਣ ਜਿੰਨੇ ਸਰਲ ਸ਼ਬਦਾਂ 'ਚ ਇਹ ਆਪਾਂ ਗੱਲ ਕਰਕੇ ਐਂ ਹੋਈ ਨਹੀਂ, ਇਹਨੂੰ ਕਰੋੜਾਂ ਸਾਲ ਲੱਗੇ ਨੇ। ਅੱਡ-ਅੱਡ ਰਿਐਕਸ਼ਨ ਆ, ਅੱਡ-ਅੱਡ ਸਮੇਂ ਤੇ ਕੋਆਰਡੀਨੇਟ ਹੋਈਆਂ ਨੇ ਇੱਕ ਦੂਜੇ ਨਾਲ। ਕੋਈ ਰਿਐਕਸ਼ਨ ਅੱਗੇ ਚੱਲਦੀ ਰਹੀ, ਕੋਈ ਪਿੱਛੇ ਚੱਲਦੀ ਰਹੀ। ਜੀਵ ਵਿਗਿਆਨ 'ਚ ਡਿਬੇਟ ਆ, ਕਈ ਕਹਿੰਦੇ ਨੇ ਵੀ DNA ਬਹੁਤ ਜ਼ਰੂਰੀ ਆ, ਵੀ DNA ਜਦੋਂ ਆ ਗਿਆ ਸੈੱਲ ਨੇ ਆਪਣੇ ਆਪ ਨੂੰ ਕੋਆਰਡੀਨੇਟ ਕਰਨਾ ਸ਼ੁਰੂ ਕਰ ਲਿਆ। ਫਿਰ ਉੱਥੇ ਸਵਾਲ ਇਹ ਵੀ ਆ ਜਾਂਦਾ ਵੀ DNA ਪ੍ਰੋਟੀਨਾਂ ਤੋਂ ਬਿਨਾਂ ਕੰਮ ਨਹੀਂ ਕਰ ਸਕਦਾ। ਤਾਂ ਫਿਰ ਕਈ ਕਹਿੰਦੇ ਨੇ ਵੀ ਪਹਿਲਾਂ ਪ੍ਰੋਟੀਨ ਆਏ, ਫਿਰ DNA ਨੇ ਉਹਨਾਂ ਨੂੰ ਸੈੱਟ ਕਰ ਲਿਆ। ਮਤਲਬ ਇਹ ਦਵੰਦਵਾਦ ਦੇ ਜ਼ਰੀਏ ਹੀ ਸਮਝਿਆ ਜਾ ਸਕਦਾ ਵੀ ਇੱਥੇ ਕੋਈ ਵੀ ਚੀਜ਼ ਪਹਿਲਾਂ ਜਾਂ ਬਾਅਦ ਨਹੀਂ ਹੈਗੀ। ਵੀ ਆਪਣੇ ਸਾਈਕੋਲੋਜੀਕਲੀ ਸਵਾਲ ਚੱਲਦਾ, ਪਹਿਲਾਂ ਮੁਰਗੀ ਕਾ ਅੰਡਾ। ਜਦੋਂ ਐਵੋਲੂਸ਼ਨ 'ਚ ਗੱਲ ਕਰਾਂਗੇ, ਨਾ ਪਹਿਲਾਂ ਮੁਰਗੀਆਂ ਨਾ ਅੰਡਾ। ਉਸੇ ਤਰ੍ਹਾਂ ਇਹ ਆ ਵੀ ਪਹਿਲਾਂ DNA ਜਾਂ ਪ੍ਰੋਟੀਨ, ਪਹਿਲਾਂ RNA ਜਾਂ ਇਹ। ਤਾਂ ਇਹ ਬਹੁਤ ਸਾਰੇ ਕੈਮੀਕਲ ਜਿਹੜੇ ਪਦਾਰਥ ਸੀਗੇ, ਇਹਨਾਂ ਨੇ ਸਮੇਂ-ਸਮੇਂ ਤੇ ਆਪਦੇ ਆਪ ਨੂੰ ਇੱਕ ਦੂਜੇ ਨਾਲ ਕੋਆਰਡੀਨੇਟ ਕਰਿਆ। ਜਿਹੜਾ ਉਹਨਾਂ ਦਾ ਬੈਸਟ ਕੋਆਰਡੀਨੇਸ਼ਨ ਆ, ਉੱਥੋਂ ਲਾਈਫ ਇਨੀਸ਼ੀਏਟ ਹੋਈ। ਜਿਹੜੀ ਇਹਦੇ ਤੇ ਸਭ ਤੋਂ ਵੱਡਾ ਕੰਮ ਆ ਉਹ ਹੈਗਾ J.D. ਬਰਨਾਲ ਦਾ, ਜੌਨ ਡੈਸਮੰਡ ਬਰਨਾਲ। ਉਹਦੀ ਕਿਤਾਬ ਓਰੀਜਨ ਆਫ ਲਾਈਫ। ਉਹ ਕਹਿੰਦਾ ਲਾਈਫ ਇਜ਼ ਦਾ ਐਪੀ ਫੀਨੋਮੀਨਾ ਆਫ ਹਾਈਡਰੋਸਫੀਅਰ। ਹੁਣ ਆਪਾਂ ਕਹਿੰਦੇ ਵੀ ਇਸ ਕੁਦਰਤ 'ਚ ਵੀ ਬਹੁਤ ਸਾਰੀਆਂ ਰਸਾਇਣਿਕ ਕਿਰਿਆਵਾਂ ਹੋ ਰਹੀਆਂ ਨੇ। ਉਹ ਰਸਾਇਣਿਕ ਕਿਰਿਆਵਾਂ ਜਿਹੜੀਆਂ ਪਾਣੀ 'ਚ ਹੋਈਆਂ, ਜਿਨ੍ਹਾਂ ਨੇ ਜੀਵਨ ਦੀ ਉਤਪਤੀ ਕੀਤੀ, ਉਹਨਾਂ ਨੂੰ ਅਸੀਂ ਕਹਿੰਦੇ ਜੀਵਨ ਦੀ ਸ਼ੁਰੂਆਤ। ਤਾਂ ਉਹ ਗੱਲ ਉੱਥੋਂ ਚੱਲਦੀ ਆ। ਹਾਂ, ਜਦੋਂ ਜੀਵਨ ਦੀ ਇੱਥੇ ਸ਼ੁਰੂਆਤ ਹੋ ਜਾਂਦੀ ਆ ਤਾਂ ਮਨੁੱਖ ਵੱਲ ਨੂੰ ਕਿਵੇਂ ਗੱਲ ਤੁਰਦੀ ਆ ਵੀ ਹਾਂ ਉਧਰ ਨੂੰ ਹੌਲੀ ਹੌਲੀ ਮਨੁੱਖ ਬਣਦਾ। ਹਾਂ, ਆਪਾਂ ਹੁਣ ਥੋੜਾ ਜਿਹਾ ਇਹਨੂੰ ਇਸੇ ਵੱਲ ਆ ਜਾਂਦੇ ਆ ਨਾ, ਵੀ ਅੱਗੇ ਫਿਰ ਜੀਵਨ ਕਿਵੇਂ ਵਧਿਆ। ਹੁਣ ਜਿਹੜੀ ਸਾਡੀ ਇਹ ਗੱਲ ਹੈ, ਇੱਥੋਂ ਇੱਕ ਸੈੱਲੇ ਜੀਵ ਬਣ ਗਏ। ਹੁਣ ਇੱਕ ਸੈੱਲੇ ਜੀਵਾਂ ਤੋਂ ਅਗਲਾ ਸਟੈਪ ਆ ਬਹੁਤ ਸੈੱਲੇ ਜੀਵਾਂ ਦਾ ਬਣਨਾ। ਹੁਣ ਅਸੀਂ ਸੁਸਾਇਟੀ 'ਚ ਰਹਿੰਦੇ ਹਾਂ, ਅਸੀਂ ਵੀ ਇਹ ਗੱਲ ਜਾਣਦੇ ਹਾਂ ਵੀ ਜਿੰਨੇ ਅਸੀਂ ਇਕੱਠੇ ਰਹਿੰਦੇ ਹੋਵਾਂਗੇ, ਉਨੇ ਕੰਮਾਂ ਦੀ ਵੰਡ ਹੋ ਸਕਦੀ ਹੈ, ਉਨੀ એનર્ਜੀ ਵੀ ਬਚਾਈ ਜਾ ਸਕਦੀ ਹੈ। ਮੰਨ ਲਓ ਬਿਹਤਰੀ ਕੀ ਆ, ਇਕੱਲੇ ਰਹਿਣਾ ਜਾਂ ਇਕੱਠੇ ਰਹਿਣਾ। ਤਾਂ ਕੁਦਰਤ ਦੇ ਵਿੱਚ ਇਹ ਜਿਹੜੇ ਇੱਕ ਸੈੱਲੇ ਜੀਵ ਸੀਗੇ, ਜਿਹੜੇ ਸ਼ੁਰੂਆਤ ਦੇ ਵਿੱਚ ਜਦੋਂ ਸ਼ੁਰੂਆਤ ਹੋਈ ਸੈੱਲਾਂ ਦੀ, ਉਹਦੇ ਵਿੱਚ ਵੀ ਇਸ ਚੀਜ਼ ਦਾ ਜੀਵਾਂ ਨੂੰ ਫਾਇਦਾ ਮਿਲਿਆ। ਜਿਹੜੇ ਗਰੁੱਪ ਦੇ ਵਿੱਚ ਇਕੱਠੇ ਰਹਿੰਦੇ ਸੀ, ਉਹ ਜ਼ਿਆਦਾ ਸਰਵਾਈਵ ਕਰਦੇ ਸੀ। ਮੰਨ ਲਓ ਉਹਨਾਂ ਦੇ ਉੱਤੇ ਕੋਈ ਬਾਹਰੋਂ ਕਿਸੇ ਤਰ੍ਹਾਂ ਦੀ ਆਫਤ ਵੀ ਆ ਗਈ, ਤਾਂ ਅੰਦਰਲੇ ਸੈੱਲ ਜਿਉਂਦੇ ਰਹਿ ਜਾਂਦੇ ਸੀ। ਇਕੱਲੇ ਤਾਂ ਸਾਰੇ ਹੀ ਮਰਨਗੇ ਫਿਰ। ਤਾਂ ਇਸ ਪ੍ਰਕਿਰਿਆ 'ਚੋਂ ਬਹੁਤ ਸੈੱਲੇ ਜੀਵ ਅੱਗੇ ਵਧੇ। ਮਤਲਬ ਉਹਨਾਂ ਦੀ ਇਹ ਕੋਈ ਸੋਚਣੀ ਨਹੀਂ ਸੀ ਵੀ ਹੁਣ ਅਸੀਂ ਇਕੱਠੇ ਰਹੀਏ। ਉਹਨਾਂ ਦੇ ਇਕੱਠੇ ਰਹਿਣ ਦਾ ਕਾਰਨ ਇਹ ਸੀਗਾ, ਕਈ ਵਾਰ ਇਹ ਹੁੰਦਾ ਵੀ ਸੈੱਲ ਟੁੱਟ ਕੇ 2 'ਚ ਵੰਡਿਆ ਜਾਂਦਾ, ਪਰ ਉਹ ਸੈਪਰੇਟ ਨਹੀਂ ਹੋ ਪਾਉਂਦਾ। ਉਹਨਾਂ ਦੇ ਵਿੱਚ ਕੁਝ ਪ੍ਰੋਟੀਨ ਇੱਕ ਦੂਜੇ ਨਾਲ ਜੁੜੇ ਤੇ ਫਸੇ ਰਹਿ ਜਾਂਦੇ ਨੇ। ਉਹ ਬਹੁਤ ਸਾਰੇ ਪ੍ਰੋਟੀਨ ਹੁੰਦੇ ਨੇ, ਜਾਂ ਉਹਨਾਂ ਦੇ ਵਿਚਾਲੇ ਗੂੰਦ ਵਰਗਾ ਇੱਕ ਪਦਾਰਥ ਹੁੰਦਾ ਜਿਹਨੂੰ ਮਿਊਸੀਲੇਜ ਕਹਿੰਦੇ ਆ, ਉਹ ਉਹਨਾਂ ਨੂੰ ਇੱਕ ਦੂਜੇ ਨਾਲ ਜੋੜੀ ਰੱਖਦਾ। ਤਾਂ ਇਹਦਾ ਕੁਦਰਤ ਦੇ ਵਿੱਚ ਫਾਇਦਾ ਹੋਇਆ। ਉੱਥੋਂ ਬਹੁਤ ਸੈੱਲੇ ਜੀਵ ਚੱਲ ਪਏ। ਹੁਣ ਬਹੁਤ ਸਾਰੇ ਜੀਵਾਂ ਦਾ ਆਪਾਂ ਸਾਰਾ ਵਿਕਾਸ ਸਕਿਪ ਕਰਕੇ ਸਿੱਧਾ ਮੱਛੀਆਂ ਤੇ ਆ ਜਾਂਦੇ ਆ, ਕਿਉਂਕਿ ਜੇ ਵਿੱਚ ਦੀਆਂ ਸਟੇਜਾਂ ਡਿਸਕਸ ਕਰਨ ਲੱਗੇ ਉਹ ਬਹੁਤ ਆਪਣਾ ਟਾਈਮ ਉਹ 'ਚ ਜਾਇਆ ਹੋ ਜਾਣਾ। ਤਾਂ ਜਿਨ੍ਹਾਂ ਦੀ ਵੀ ਜੀਵ ਵਿਗਿਆਨ 'ਚ ਦਿਲਚਸਪੀ ਆ, ਉਹ ਜ਼ਰੂਰ ਇਹਦੇ ਬਾਰੇ ਪੜ੍ਹ ਲੈਣਾ ਨਾ। ਆਪਾਂ ਉਹਨਾਂ ਲਈ ਇਹ ਸਵਾਲ ਛੱਡ ਜਾਂਦੇ ਆ। ਤਾਂ ਮੱਛੀਆਂ ਜਦੋਂ ਸਮੁੰਦਰਾਂ ਦੇ ਵਿੱਚ ਵਿਕਸਿਤ ਹੋਈਆਂ, ਹੁਣ ਆਪਾਂ ਕਹਿੰਦੇ ਹਾਂ ਮੱਛੀਆਂ ਦੇ ਵਿੱਚ ਖਾਸੀਅਤ ਕੀ ਆ। ਮੱਛੀਆਂ ਸਾਹ ਲੈਂਦੀਆਂ ਨੇ ਗਲਫੜਿਆਂ ਨਾਲ, ਤੇ ਉਹਨਾਂ ਦੇ ਸਰੀਰ 'ਚ ਹੱਡੀਆਂ ਹੁੰਦੀਆਂ ਨੇ, ਤੇ ਫਿਨਸ ਹੁੰਦੇ ਨੇ, ਪੰਖੜੀਆਂ ਹੁੰਦੀਆਂ ਨੇ। ਹੁਣ ਇਹ ਬੈਸਟ ਮਾਡਲ ਹੈ ਤੈਰਨ ਦਾ, ਤੇ ਮੱਛੀਆਂ ਦੇ ਵਿੱਚ ਇਹ ਸੀਗਾ। ਪਰ ਹੁਣ ਆਪਾਂ ਇਹ ਗੱਲ ਕਰ ਰਹੇ ਹਾਂ ਉਦੋਂ ਦੀ, ਜਦੋਂ ਧਰਤੀ ਲਗਭਗ ਇੱਕ ਵੱਡਾ ਹਿੱਸਾ ਪਾਣੀ ਨਾਲ ਢਕਿਆ ਹੋਇਆ ਸੀ। ਜਿਵੇਂ ਜਿਵੇਂ ਧਰਤੀ ਠੰਡੀ ਹੁੰਦੀ ਗਈ, ਤਾਂ ਨਵੇਂ ਟਾਪੂ ਵੀ ਉੱਭਰਦੇ ਗਏ। ਜਵਾਲਾਮੁਖੀ ਫਟ ਕੇ ਜਿਹੜੇ ਠੰਡੇ ਹੋ ਜਾਂਦੇ ਸੀ, ਉਹ ਲੈਂਡ ਮਾਸ ਬਣਾਉਂਦੇ ਸੀ, ਟਾਪੂ ਬਣਾਉਂਦੇ ਸੀ। ਬਹੁਤ ਸਾਰੇ ਟਾਪੂ ਜੁੜ ਕੇ ਉਹਨਾਂ ਨੇ ਵੱਡੀਆਂ ਜ਼ਮੀਨਾਂ ਨੂੰ ਸਿਰਜਿਆ। ਜਿਵੇਂ ਅੱਜ ਆਪਾਂ ਦੇਖਦੇ ਹਾਂ 7 ਮਹਾਦੀਪ ਨੇ। ਇੱਕ ਸਮੇਂ ਤੇ ਕੋਈ ਵੀ ਮਹਾਦੀਪ ਨਹੀਂ ਸੀ, ਫਿਰ ਇੱਕ ਵੱਡਾ ਮਹਾਦੀਪ ਬਣਦਾ। ਹੁਣ ਜਦੋਂ ਇਹ ਮਹਾਦੀਪ ਬਣ ਜਾਂਦੇ ਨੇ, ਇਹਨਾਂ ਦੇ ਨਾਲ ਕੀ ਹੁੰਦਾ, ਧਰਤੀ ਦੇ ਬਹੁਤ ਸਾਰੇ ਹਿੱਸੇ ਤੇ ਪਾਣੀ ਦੇ ਜਿਹੜੇ ਸਰੋਤ ਨੇ ਉਹ ਘਟ ਜਾਂਦੇ ਨੇ। ਸਮੁੰਦਰ ਘਟ ਜਾਂਦੇ ਨੇ। ਕਿਸੇ ਜਗ੍ਹਾ ਤੋਂ ਸਮੁੰਦਰੀ ਤਲ ਉੱਪਰ ਉੱਭਰ ਕੇ ਜ਼ਮੀਨ ਬਣ ਗਿਆ। ਤਾਂ ਜਿੱਥੇ ਜਿੱਥੇ ਵੀ ਇਹ ਘਟਨਾਵਾਂ ਵਾਪਰੀਆਂ, ਉੱਥੇ ਦੇਖੋ ਪਹਿਲਾ ਚਾਂਸ ਇਹ ਹੋਊਗਾ ਵੀ ਉੱਥੇ ਦੀਆਂ ਮੱਛੀਆਂ ਜਾਂ ਹੋਰ ਸਾਰੇ ਜਾਨਵਰ ਮਰ ਜਾਣਗੇ। ਪਰ ਮੱਛੀਆਂ ਦੇ ਵਿੱਚ ਇੱਕ ਤਬਦੀਲੀ ਆਉਂਦੀ ਆ ਵੀ ਜਿਹੜਾ ਉਹਨਾਂ ਦਾ ਅੰਦਰ 에ਅਰ ਬਲੈਡਰ ਆ, ਉਹਦੇ ਵਿੱਚੋਂ ਜਿਹੜੀ ਸਟੋਰ ਹੋਈ ਆਕਸੀਜਨ ਹੈ, ਵੀ ਮੱਛੀ ਉਹਨੂੰ ਯੂਟਿਲਾਈਜ਼ ਕਰ ਸਕਦੀ ਹੈ।
ਜਾਂ ਇੱਕ ਇਹ ਵੀ ਮੰਨਿਆ ਜਾਂਦਾ ਵੀ ਇੱਕ ਧਾਰਾ ਤਾਂ ਇਹ ਕਹਿੰਦੀ ਹੈ ਵੀ ਜਿਹੜਾ ਅੰਦਰ 에ਅਰ ਬਲੈਡਰ ਸੀਗਾ ਉਹ ਫੇਫੜਿਆਂ 'ਚ ਤਬਦੀਲ ਹੋ ਗਿਆ। ਦੂਜੀ ਧਾਰਾ ਇਹ ਕਹਿੰਦੀ ਹੈ ਵੀ ਮੱਛੀਆਂ ਦੇ ਅੰਦਰ ਫੇਫੜੇ ਆਪਣੇ ਆਪ ਨਵੇਂ ਡੀਨੋਵੋ ਸਿੰਥਸਿਸ ਹੋਈ, ਨਵਾਂ ਅੰਗ ਨਵੇਂ ਸਿਰਿਓਂ ਸ਼ੁਰੂ ਹੋ ਗਿਆ, ਵੀ ਜਿਹੋ ਜਿਹਾ ਮਾਹੌਲ ਸੀ ਉਹਨੇ ਆਪਣੇ ਆਪ ਨੂੰ ਥੋੜਾ ਮੋਡੀਫਾਈ ਸ਼ੁਰੂ ਕੀਤਾ। ਹਾਂਜੀ, ਇਹ 'ਚ ਥੋੜੀ ਜਿਹੀ ਇੱਕ ਟੇਢਾ ਹੋ ਜਾਂਦਾ ਗੱਲ ਜਦੋਂ ਆਪਾਂ ਕਹਿੰਦੇ ਵੀ ਜਿਹੋ ਜਿਹਾ ਮਾਹੌਲ ਸੀ ਉਹਦੇ ਹਿਸਾਬ ਨਾਲ ਢਾਲਣਾ ਸ਼ੁਰੂ ਕਰਿਆ। ਕੁਦਰਤ ਇਹ ਕਹਿੰਦੀ ਹੈ ਜਾਂ ਵਿਕਾਸ ਇਹ ਕਹਿੰਦਾ ਵੀ ਜਿਹੜੇ ਵਾਤਾਵਰਣ ਦੇ ਥਰੂ ਜੀਵਾਂ 'ਚ ਬਦਲਾਅ ਆਉਂਦੇ ਨੇ ਉਹ ਰੈਂਡਮ ਹੁੰਦੇ ਨੇ। ਉਹਨਾਂ ਰੈਂਡਮ ਬਦਲਾਵਾਂ ਦੇ ਵਿੱਚੋਂ ਜਿਹੜੇ ਬਦਲਾਅ ਕੁਦਰਤ ਦੇ ਅਨੁਸਾਰ ਹੋਣਗੇ ਉਹ ਜੀਵ ਜਿਉਂਦੇ ਰਹਿ ਜਾਂਦੇ ਨੇ। ਜਿਵੇਂ ਮੈਂ ਕਹਾ ਜੇ ਤੁਹਾਡੇ ਸਾਹਮਣੇ 10 ਮੱਛੀਆਂ ਨੇ ਉਸ ਸਿਚੁਏਸ਼ਨ ਦੇ ਵਿੱਚ, ਉਸ ਘਟਨਾਕ੍ਰਮ ਦੇ ਵਿੱਚ, ਉਹਨਾਂ 10 'ਚ ਅੱਡ-ਅੱਡ ਤਰ੍ਹਾਂ ਦੇ 10 ਬਦਲਾਅ ਆਏ, ਉਹਨਾਂ ਦੇ ਵਿੱਚੋਂ ਕਿਹੜਾ ਬਦਲਾਅ ਹੈ ਜਿਹੜਾ ਕੁਦਰਤ ਦੇ ਅਕੋਰਡਿੰਗ ਹੈ, ਜਿਹੜਾ ਮੇਲ ਖਾਂਦਾ ਜਿਹੜਾ ਮੇਲ ਖਾਂਦਾ, ਉਹ ਜਿਉਂਦਾ ਰਹਿ ਜਾਣਾ। ਮੰਨ ਲਓ ਜਿਵੇਂ ਆਪਾਂ ਕਹਿੰਦੇ ਫੌਜ ਦੀ ਭਰਤੀ ਹੋ ਰਹੀ ਹੈ, ਉਹਨਾਂ ਨੇ ਇੱਕ ਡੰਡਾ ਲਾਇਆ ਹੋਇਆ ਵੀ ਜਿਹੜੇ ਉਹਦੇ ਥੱਲੇ ਦੀ ਲੰਘੇ ਉਹ ਫੇਲ, ਜਿਹੜੇ ਉਹ 'ਚ ਫਿੱਟ ਬਹਿ ਗਏ ਉਹ ਪਾਸ। ਉਵੇਂ ਕੁਦਰਤ ਹੈ। ਕੁਦਰਤ ਸਾਡੇ ਬਹੁਤ ਸਾਰੀਆਂ ਵੇਰੀਏਸ਼ਨਸ ਨੇ। ਹੁਣ ਇੱਥੇ ਕੁਦਰਤ ਦਾ ਮਤਲਬ ਆਪਣਾ ਉਹ ਨਹੀਂ ਹੈਗਾ ਵੀ ਕੋਈ ਰੱਬ ਜਾਂ ਪਰਮਾਤਮਾ। ਕੁਦਰਤ ਮਤਲਬ ਇਹ ਵਾਤਾਵਰਨ, ਇੱਥੇ ਦੀ ਧੁੱਪ, ਇੱਥੇ ਦੀ ਗਰਮੀ, ਇੱਥੇ ਦੀ ਠੰਡ, ਇੱਥੇ ਦੇ ਟਾਪੂ, ਇੱਥੇ ਦੇ ਪਹਾੜ, ਇੱਥੇ ਦੇ ਸਮੁੰਦਰ, ਇਹ ਸਾਰੇ ਜੀਵਾਂ ਲਈ ਚੈਲੰਜ ਨੇ ਵੀ ਕਿੰਨੀ ਤਰ੍ਹਾਂ ਦੇ ਕੁਦਰਤ ਦੇ ਵਿੱਚ ਪਰਿਵਰਤਨ ਨੇ, ਵੇਰੀਏਸ਼ਨਸ ਨੇ। ਉਹਨਾਂ ਵੇਰੀਏਸ਼ਨ ਦੇ ਵਿੱਚੋਂ ਕਿਹੜੀ ਵੇਰੀਏਸ਼ਨ, ਕਿਹੜਾ ਪਰਿਵਰਤਨ ਕੁਦਰਤ ਦੇ ਅਨੁਕੂਲ ਹੈ, ਉੱਥੋਂ ਇਹ ਗੱਲ ਚੱਲਦੀ ਹੈ ਜੀ। ਆਪਾਂ ਮਨੁੱਖ ਵਾਲੀ ਵੀ ਗੱਲ ਕਰ ਲਈਏ। ਹਾਂਜੀ, ਆਪਾਂ ਉਦੋਂ ਥੋੜਾ ਪਾਸੇ ਹੋ ਗਈ। ਜਿਵੇਂ ਤੁਸੀਂ ਕਿਹਾ ਮੱਛੀਆਂ ਨੇ, ਆਪਾਂ ਗੱਲ ਸੁਣੀ ਮੱਛੀਆਂ ਬਣ ਗਈਆਂ ਸੀ ਨਾ, ਉੱਥੋਂ ਗੱਲ ਜਿਹੜੀ ਆਪਣੀ ਉਹ ਵਿੱਚ ਹੀ ਰਹਿ ਗਈ ਸੀ। ਮੈਂ ਉੱਥੋਂ ਆਪਾਂ ਗੱਲ ਸ਼ੁਰੂ ਕਰ ਲੈਂਦੇ ਹਾਂ। ਹਾਂ, ਮੱਛੀਆਂ ਜਦੋਂ ਆਪਾਂ ਕਹਿੰਦੇ ਸਮੁੰਦਰਾਂ ਦਾ ਤਲ ਘਟਣਾ ਸ਼ੁਰੂ ਹੋਇਆ ਜਾਂ ਕਈ ਜਿਹੜੇ ਝੀਲਾਂ ਦੇ ਵਿੱਚ ਮੱਛੀਆਂ ਸੀਗੀਆਂ ਉਹ ਪਾਣੀ ਘਟਣੇ ਸ਼ੁਰੂ ਹੋਏ, ਤਾਂ ਉਹਨਾਂ ਦੇ ਵਿੱਚੋਂ ਉਹ ਚੈਲੰਜ ਉਦੋਂ ਸੋਲਵ ਹੋਇਆ ਜਦੋਂ ਮੱਛੀਆਂ ਦੇ ਅੰਦਰ ਸਾਹ ਲੈਣ ਦਾ ਕੋਈ ਅਲਟਰਨੇਟ ਆ ਗਿਆ ਹੋਵੇ। ਹੁਣ ਅਲਟਰਨੇਟ ਦੂਜਾ ਕੀ ਹੈ? ਫੇਫੜੇ। ਹੁਣ ਡਾਰਵਿਨ ਨੇ ਨਿਊਜ਼ੀਲੈਂਡ ਦੇ ਟਾਪੂਆਂ ਤੇ ਜਾ ਕੇ ਦੇਖਿਆ, ਉੱਥੇ ਇੱਕ ਮੱਛੀ ਪਾਈ ਜਾਂਦੀ ਹੈ ਲੈਪਿਡੋਸੌਰਨ। ਲੈਪਿਡੋਸੌਰਨ ਮੱਛੀ ਕੀ ਹੈ? ਉਹਦੇ ਗਲਫੜੇ ਨਹੀਂ ਹੁੰਦੇ, ਉਹਦੇ ਫੇਫੜੇ ਹੁੰਦੇ ਨੇ। ਤਾਂ ਮਤਲਬ ਇੱਕ ਸਮਾਂ ਪਹਿਲਾਂ, ਅੱਜ ਤੋਂ 40-50 ਕਰੋੜ ਸਾਲ ਪਹਿਲਾਂ, ਇਹ ਮੱਛੀਆਂ ਦਾ ਟਾਈਮ ਪੀਰੀਅਡ ਹੈ, ਉਦੋਂ ਇਸ ਤਰ੍ਹਾਂ ਦੀਆਂ ਮੱਛੀਆਂ ਪੈਦਾ ਹੋ ਗਈਆਂ ਸੀਗੀਆਂ ਧਰਤੀ ਤੇ ਜਿਨ੍ਹਾਂ ਦੇ ਫੇਫੜੇ ਨੇ, ਉਹ ਪਾਣੀ ਤੋਂ ਬਾਹਰ ਆ ਕੇ ਸਾਹ ਲੈ ਸਕਦੀਆਂ ਨੇ। ਹੁਣ ਆਪਾਂ ਕਹਿੰਦੇ ਆ ਵੀ ਪਾਣੀ ਤੋਂ ਜੀਵਨ ਬਾਹਰ ਕਿਵੇਂ ਆਇਆ? ਬਾਹਰ ਆਉਣ ਲਈ ਇੱਕੋ ਚੈਲੰਜ ਹੈ ਨਾ ਵੀ ਉਹ ਸਾਹ ਲੈਣਾ। ਅਸੀਂ ਪਾਣੀ ਦੇ ਅੰਦਰ ਜਾਣਾ, ਸਾਡੇ ਲਈ ਇੱਕੋ ਚੈਲੰਜ ਸਾਹ ਲੈਣਾ। ਅਸੀਂ ਮਾਸਕ ਲਾ ਕੇ ਚਲੇ ਜਾਂਦੇ, ਆਕਸੀਜਨ ਦਾ ਸਿਲੰਡਰ ਪਿੱਛੇ ਲਾ ਕੇ ਨਾ। ਤਾਂ ਉਹ ਮੱਛੀਆਂ ਜਦੋਂ ਪਾਣੀ ਤੋਂ ਬਾਹਰ ਆਈਆਂ ਤਾਂ ਮਤਲਬ ਉਹਨਾਂ ਦੇ ਅੰਦਰ ਇਹ ਸੋਲਵ ਹੋ ਚੁੱਕੀ ਸੀ ਥਿਊਰੀ, ਉਹਨਾਂ ਦੇ ਅੰਦਰ ਫੇਫੜੇ ਵਿਕਸਿਤ ਹੋ ਚੁੱਕੇ ਸੀ। ਹੁਣ ਇੱਥੋਂ ਆਪਾਂ ਡੱਡੂਆਂ ਦੀ ਐਗਜ਼ਾਮਪਲ ਲੈ ਲੈਂਦੇ ਹਾਂ, ਮਨੁੱਖ ਤੱਕ ਆਪਾਂ ਆਉਂਦੇ ਹਾਂ ਇਹਦੇ ਤੋਂ। ਹੁਣ ਅਸੀਂ ਪਿੰਡਾਂ ਦੇ ਵਿੱਚ ਜਦੋਂ ਝੋਨਾ ਲਾਉਂਦੇ ਆ, ਉਹ 'ਚ ਡੱਡੂ ਆਂਡੇ ਦੇ ਜਾਂਦਾ। ਫਿਰ ਡੱਡੂਆਂ ਦੇ ਜਿਹੜੇ ਟੈਡਪੋਲ ਨੇ, ਬੱਚੇ ਨੇ, ਉਹ ਮੱਛੀਆਂ ਦੇ ਵਰਗੇ ਦਿਖਦੇ ਹੁੰਦੇ ਨੇ, ਉਹ ਪਾਣੀ 'ਚ ਭੱਜੇ ਫਿਰਦੇ ਨੇ। ਕਈ ਵਾਰ ਅਸੀਂ ਚੱਕ ਲੈਂਦੇ ਜਾ ਕੇ ਵੀ ਮੱਛੀਆਂ ਨੇ। ਹੁਣ ਉਹ ਜਿਹੜੀ ਅੱਜ ਤੋਂ 50 ਕਰੋੜ ਸਾਲ ਪਹਿਲਾਂ ਪ੍ਰਕਿਰਿਆ ਵਾਪਰੀ, ਉਹ ਅੱਜ ਵੀ ਡੱਡੂ ਦੁਹਰਾਉਂਦਾ ਉਹਨੂੰ। ਡੱਡੂ ਐਂਫੀਬੀਅਨ ਹੈ, ਜਲ 'ਚ ਵੀ ਰਹਿਣੇ ਵਾਲਾ, ਥਲ 'ਚ ਵੀ ਰਹਿਣੇ ਵਾਲਾ, ਦੋਨੇ ਥਾਵਾਂ 'ਤੇ ਰਹਿਣੇ ਵਾਲਾ। ਡੱਡੂ ਦੇ ਜਦੋਂ ਟੈਡਪੋਲ ਆਂਡੇ 'ਚੋਂ ਨਿਕਲਦੇ ਨੇ, ਉਹਨਾਂ ਦੇ ਫੇਫੜੇ ਨਹੀਂ ਹੁੰਦੇ, ਉਹਨਾਂ ਦੇ ਗਲਫੜੇ ਹੁੰਦੇ ਨੇ, ਤੇ ਲੱਤਾਂ ਬਾਹਾਂ ਨਹੀਂ ਹੁੰਦੀਆਂ, ਪੂੰਛ ਹੁੰਦੀ ਆ, ਫਿੰਸ ਹੁੰਦੇ ਨੇ, ਪੰਖੜੀਆਂ ਹੁੰਦੀਆਂ ਨੇ। ਜਿਵੇਂ ਜਿਵੇਂ ਉਹ ਵੱਡਾ ਹੁੰਦਾ ਜਾਂਦਾ, ਗਲਫੜੇ ਖਤਮ ਹੁੰਦੇ ਜਾਂਦੇ ਨੇ, ਫੇਫੜੇ ਵਿਕਸਿਤ ਹੁੰਦੇ ਜਾਂਦੇ ਨੇ। ਇਹ ਜਿਹੜੀਆਂ ਪੰਖੜੀਆਂ ਨੇ ਇਹ ਖਤਮ ਹੋ ਜਾਂਦੀਆਂ ਨੇ, ਪੂੰਛ ਵੀ ਖਤਮ ਹੋ ਜਾਂਦੀ ਹੈ, ਉਹਦੀ ਜਗ੍ਹਾ 4 ਲੱਤਾਂ ਆ ਜਾਂਦੀਆਂ ਨੇ। ਤਾਂ ਜਿਹੜੀ ਜੇ ਆਪਾਂ ਕਹੀਏ ਵੀ ਇਹ ਥਿਊਰੀ ਤਾਂ ਉਹੀ ਗੱਲਾਂ ਨੇ, ਉਹ ਸਾਡੇ ਸਾਹਮਣੇ ਹਰ ਗਰਮੀਆਂ ਦੇ ਵਿੱਚ ਆਪਾਂ ਸਾਡੇ ਖੇਤਾਂ 'ਚ ਵਾਪਰਦੀ ਦੇਖਦੇ ਹਾਂ। ਤਾਂ ਇੱਥੋਂ ਸਾਨੂੰ ਮੱਛੀਆਂ ਤੋਂ ਬਾਅਦ ਪਾਣੀ 'ਚੋਂ ਬਾਹਰ ਜਿਹੜਾ ਜੀਵਨ ਨਿਕਲਿਆ ਉਹ ਸੀ ਡੱਡੂਆਂ ਵਰਗੇ ਜੀਵ, ਜਿਨ੍ਹਾਂ ਨੂੰ ਕਹਿੰਦੇ ਆ ਐਂਫੀਬੀਅਨ। ਉੱਥੋਂ ਫਿਰ ਅਗਲੇ ਦਰਜੇ ਦੇ ਜੀਵ ਨੇ ਜਿਨ੍ਹਾਂ ਨੂੰ ਕਹਿੰਦੇ ਆ ਰੇਂਗ ਕੇ ਚੱਲਣ ਵਾਲੇ, ਰੈਪਟਾਈਲ। ਹੁਣ ਡੱਡੂਆਂ ਦੀ ਇੱਕ ਸੀਮਤਾਈ ਹੈ, ਉਹ ਪਾਣੀ ਤੋਂ ਦੂਰ ਨਹੀਂ ਜਾ ਸਕਦੇ ਕਿਉਂਕਿ ਅੰਡਾ ਤਾਂ ਪਾਣੀ ਦੇ ਵਿੱਚ ਹੀ ਦੇਣਗੇ, ਉਹਨਾਂ ਦੀ ਅੱਧੀ ਜ਼ਿੰਦਗੀ ਪਾਣੀ ਦੇ ਵਿੱਚ ਹੀ ਗੁਜ਼ਰੂਗੀ। ਹੁਣ ਇਹ ਜਿਹੜੀ ਪਜ਼ਲ ਹੈ ਇਹ ਸੋਲਵ ਕਰਦੇ ਨੇ ਅਗਲੇ ਦਰਜੇ ਦੇ ਜੀਵ। ਮਤਲਬ ਦੇਖੋ ਲਗਾਤਾਰ ਪਰਿਵਰਤਨ ਆ ਰਹੇ ਨੇ, ਹੈ ਨਾ। ਉਹਨਾਂ ਪਰਿਵਰਤਨਾਂ 'ਚੋਂ ਅੱਗੇ ਕਿਹੜੇ ਪਰਿਵਰਤਨ ਵੱਧ ਰਹੇ ਨੇ? ਜਿਹੜੇ ਵਾਤਾਵਰਨ ਦੇ ਅਨੁਕੂਲ ਨੇ। ਹੁਣ ਡੱਡੂ ਪਾਣੀ 'ਚੋਂ ਆਂਡਾ ਬਾਹਰ ਦੇ ਸਕੇ, ਇਹਦੇ ਲਈ ਜ਼ਰੂਰੀ ਇਹ ਆ ਵੀ ਆਂਡੇ ਦੇ ਬਾਹਰ ਕੋਈ ਕਵਰਿੰਗ ਹੋਵੇ। ਡੱਡੂਆਂ ਦੇ ਆਂਡੇ ਟਰਾਂਸਪੇਰੈਂਟ ਹੁੰਦੇ ਨੇ, ਉਹਦੇ ਬਾਹਰ ਕੈਲਸ਼ੀਅਮ ਨਹੀਂ ਹੁੰਦਾ। ਹੁਣ ਤੁਸੀਂ ਸੱਪ ਦਾ ਆਂਡਾ ਦੇਖਿਆ ਹੋਊਗਾ, ਕਿਰਲੀ ਦਾ ਆਂਡਾ ਦੇਖਿਆ ਹੋਊਗਾ, ਛਿਪਕਲੀ ਦਾ ਆਂਡਾ ਨਾ, ਜਾਂ ਮਗਰਮੱਛ, ਇਹਨਾਂ ਦੇ ਜਿਹੜੇ ਆਂਡੇ ਨੇ ਉਹਨਾਂ ਦੇ ਬਾਹਰ ਕੈਲਸ਼ੀਅਮ ਦੀ ਪਰਤ ਹੁੰਦੀ ਆ। ਹੁਣ ਜਦੋਂ ਆਪਾਂ ਇਹ ਕਹਿੰਦੇ ਆ ਵੀ ਇਹ ਪਜ਼ਲ ਜਦੋਂ ਸੋਲਵ ਹੋ ਗਈ ਵੀ ਉਹਨਾਂ ਦੇ ਆਂਡਿਆਂ ਦੇ ਬਾਹਰ ਇੱਕ ਕੈਲਸ਼ੀਅਮ ਦੀ ਕਵਰਿੰਗ ਆਉਣੀ ਸ਼ੁਰੂ ਹੋ ਗਈ, ਅਗਲੀ ਚੀਜ਼ ਉਹਨਾਂ ਦੀ ਜਿਹੜੀ ਸਕਿਨ ਹੈ ਉਹ ਖੁਰਦਰੀ ਹੋਣੀ ਸ਼ੁਰੂ ਹੋ ਗਈ। ਖੁਰਦਰੀ ਸਕਿਨ ਹੈ ਜਿਹੜੀ, ਉਹ ਉਹਨਾਂ ਨੂੰ ਪ੍ਰੋਟੈਕਟ ਕਰਦੀ ਹੈ ਧੁੱਪ ਤੋਂ। ਤਾਂ ਇਹ 2-3 ਚੀਜ਼ਾਂ ਕਰਕੇ ਉਹ ਜਿਹੜੇ ਜੀਵ ਨੇ ਉਹ ਪਾਣੀ ਤੋਂ ਦੂਰ ਜਾ ਸਕੇ। ਜਦੋਂ ਅਸੀਂ ਫਿਰ ਇਹ ਗੱਲ ਕਰਦੇ ਹਾਂ ਵੀ ਪਾਣੀ ਤੋਂ ਜੀਵਨ ਬਾਹਰ ਆ ਗਿਆ ਡੱਡੂਆਂ ਦੇ ਰੂਪ 'ਚ,
ਹੁਣ ਡੱਡੂਆਂ ਤੋਂ ਅੱਗੇ ਵਾਲਾ ਜਿਹੜਾ ਜੀਵਨ ਹੈ ਉਹਦੀਆਂ ਦੋ ਖਾਸੀਅਤਾਂ ਨੇ। ਇੱਕ ਤਾਂ ਉਹ ਆਂਡਾ ਪਾਣੀ ਤੋਂ ਬਾਹਰ ਦੇ ਸਕਦੇ ਨੇ, ਦੂਜਾ ਉਹਨਾਂ ਦੀ ਜਿਹੜੀ ਚਮੜੀ ਹੈ, ਜਿਹੜੀ ਸਕਿਨ ਹੈ, ਉਹ ਖੁਰਦਰੀ ਤੇ ਸਖਤ ਹੁੰਦੀ ਹੈ। ਹੁਣ ਜੇ ਇਹ ਦੋ ਤਬਦੀਲੀਆਂ ਦੇਖਣੀਆਂ ਹੋਣ, ਇਹਨਾਂ ਹੀ ਤਬਦੀਲੀਆਂ ਕਰਕੇ ਜਿਹੜਾ ਡੱਡੂਆਂ ਦੀ ਇੱਕ ਸੀਮਤ ਆਈ ਆ, ਉਹਨਾਂ ਨੇ ਪਾਣੀ ਦੇ ਆਸ-ਪਾਸ ਹੀ ਰਹਿਣਾ। ਆਂਡਾ ਦੇਣ ਪਾਣੀ ਚ ਆਉਣਗੇ, ਪਾਣੀ ਤੋਂ ਬਾਹਰ ਉਹ ਉਦੋਂ ਹੀ ਨਿਕਲਣਗੇ ਜਦੋਂ ਉਹਨਾਂ ਦੇ ਅੰਗ ਪੈਰ ਵਿਕਸਿਤ ਹੋ ਗਏ। ਟੈਡਪੋਲ ਉਹਨਾਂ ਦਾ ਪਾਣੀ 'ਚ ਰਹਿੰਦਾ। ਪਰ ਜਿਹੜੇ ਹਰੇਂਗਣੇ ਵਾਲੇ ਜੀਵ ਸੀਗੇ, ਇਹਨਾਂ ਦੇ ਵਿੱਚ ਜਿਹੜੀਆਂ ਤਬਦੀਲੀਆਂ ਨਵੀਆਂ ਆਈਆਂ, ਜਿਵੇਂ ਸਕਿਨ ਨੂੰ ਲੈ ਕੇ, ਆਂਡਾ ਦੇਣ ਦੀ ਪ੍ਰਕਿਰਿਆ ਨੂੰ ਲੈ ਕੇ, ਜਾਂ ਆਂਡੇ ਦੇ ਅੰਦਰ ਖਾਣਾ ਵੀ ਸਟੋਰ ਹੁੰਦਾ ਇਹਨਾਂ ਦਾ। ਜਦੋਂ ਚੂਚਾ ਵਿਕਸਿਤ ਹੁੰਦਾ, ਉਹਦਾ ਬੋਟ ਵਿਕਸਿਤ ਹੁੰਦਾ ਆਂਡੇ ਦੇ ਅੰਦਰ, ਤਾਂ ਉੱਥੋਂ ਨਿਊਟ੍ਰੀਸ਼ਨ ਵੀ ਲੈਂਦਾ। ਤਾਂ ਇਹ ਦੋ ਚੀਜ਼ਾਂ ਨੇ ਡੱਡੂਆਂ ਤੋਂ ਇੱਕ ਨਵੇਂ ਜੀਵਾਂ ਨੂੰ ਜਨਮ ਦਿੱਤਾ, ਜਿਨ੍ਹਾਂ ਨੂੰ ਅਸੀਂ ਰੈਪਟਾਈਲ ਕਹਿ ਦਿੰਦੇ ਆ, ਰੇਂਗਣੇ ਵਾਲੇ ਜੀਵ ਕਹਿ ਦਿੰਦੇ ਆ। ਮਗਰਮੱਛ ਵਗੈਰਾ ਹੋ ਗਏ, ਕਿਰਲੀਆਂ ਵਗੈਰਾ ਹੋ ਗਈਆਂ, ਹਨਾ, ਇਹ ਸਾਰੇ ਜੀਵ। ਤਾਂ ਇਹਨਾਂ ਜੀਵਾਂ ਤੋਂ ਬਾਅਦ ਅਗਲੇ ਦਰਜੇ ਦੇ ਜੀਵ ਕਿਹੜੇ ਨੇ? ਹੁਣ ਆਪਾਂ ਇੱਥੇ ਆ ਗਏ ਵੀ ਰੈਪਟਾਈਲ ਕੀ ਨੇ। ਰੈਪਟਾਈਲ ਤੋਂ ਬਾਅਦ ਦੁਧਾਰੂ ਜੀਵ ਨੇ ਜਿਹੜੇ ਦੁੱਧ ਪਿਲਾਉਂਦੇ ਨੇ, ਜਿਨ੍ਹਾਂ ਨੂੰ ਥਣਧਾਰੀ ਕਹਿੰਦੇ ਆਪਾਂ। ਹੁਣ ਇਹ 3 ਸਟੈਪ ਤੇ ਵਿਕਾਸ ਹੋਇਆ ਇਹਨਾਂ ਦਾ। ਇੱਕ ਸਿੱਧਾ ਇਹ ਨਹੀਂ ਵੀ ਸਿੱਧੇ ਇਹ ਜੀਵ ਪੈਦਾ ਹੋ ਗਏ ਵੀ ਜਿਹੜੇ ਸਿੱਧਾ ਦੁੱਧ ਪਿਲਾਉਂਦੇ ਨੇ। ਜਿਵੇਂ ਪਹਿਲੇ ਦਰਜੇ ਤੇ ਉਹ ਜੀਵ ਨੇ ਜਿਹੜੇ ਆਂਡਾ ਦਿੰਦੇ ਨੇ, ਪਰ ਜਦੋਂ ਆਂਡੇ ਚੋਂ ਬੱਚਾ ਨਿਕਲ ਆਉਂਦਾ, ਉਹ ਬੱਚੇ ਨੂੰ ਦੁੱਧ ਪਿਲਾਉਂਦੇ ਨੇ। ਜਿਵੇਂ ਉਹ ਆਪਾਂ ਜਦੋਂ ਥਣਧਾਰੀਆਂ ਦੀ ਗੱਲ ਕਰਦੇ ਹਾਂ, ਤਾਂ ਥਣਧਾਰੀ ਆਂਡਾ ਨਹੀਂ ਦਿੰਦੇ ਹੈਗੇ, ਉਹ ਸਿੱਧਾ ਬੱਚੇ ਨੂੰ ਜਨਮ ਦਿੰਦੇ ਨੇ। ਆਪਾਂ ਮੱਝਾਂ ਗਾਵਾਂ ਦੇ ਨਾ ਕੇਸ ਦੇਖੇ ਹੋਏ ਨੇ। ਤਾਂ ਹੁਣ ਇਹਦੇ ਵਿੱਚ ਕੀ ਹੈ ਵੀ ਜਿਹੜੇ ਬਹੁਤ ਸਾਰੇ ਇਹਨਾਂ ਨੂੰ ਮੋਨੋਟ੍ਰੀਮ ਕਹਿ ਦਿੰਦੇ ਨੇ, ਉਹ ਆਂਡਾ ਦਿੰਦੇ ਨੇ, ਆਂਡੇ ਚੋਂ ਨਿਕਲੇ ਹੋਏ ਬੱਚੇ ਨੂੰ ਦੁੱਧ ਪਿਲਾਉਂਦੇ ਨੇ। ਮਤਲਬ ਇੱਕ ਗੁਣ ਰੈਪਟਾਈਲ ਦਾ ਤੇ ਇੱਕ ਗੁਣ ਨਵਾਂ ਜਿਹੜਾ ਕਿ ਦੁੱਧ ਪਿਲਾਉਣ ਦਾ। ਫਿਰ ਦੂਜੇ ਦਰਜੇ ਦੇ ਜੀਵ ਨੇ, ਉਹ ਬੱਚੇ ਨੂੰ ਜਨਮ ਦਿੰਦੇ ਨੇ, ਪਰ ਬੱਚਾ ਅਣਵਿਕਸਿਤ ਹੁੰਦਾ। ਫਿਰ ਉਹਨੂੰ ਉਹ ਆਪਦੀ ਝੋਲੀ 'ਚ ਰੱਖਦੇ ਨੇ, ਜਿਵੇਂ ਕੰਗਾਰੂ। ਉਹਨਾਂ ਦਾ ਬੱਚਾ ਅਣਵਿਕਸਿਤ ਹੁੰਦਾ। ਮਤਲਬ ਜੇ ਤੁਸੀਂ ਉਹਨੂੰ ਦੇਖੋਗੇ, ਤੁਸੀਂ ਕਹੋਗੇ ਵੀ ਇਹ ਇਸ ਤਰ੍ਹਾਂ ਦਾ ਜੀਵ ਵੀ ਜਨਮ ਲੈ ਸਕਦਾ, ਜਾਂ ਉਹ ਕੰਗਾਰੂ ਤੁਹਾਨੂੰ ਲੱਗੂਗਾ ਹੀ ਨਹੀਂ, ਬਹੁਤ ਛੋਟਾ ਜਿਹਾ ਹੁੰਦਾ। ਹੁਣ ਕੰਗਾਰੂ ਕਿੱਡਾ ਵੱਡਾ 6 ਫੁੱਟ ਦਾ ਹੁੰਦਾ, ਇੰਨਾ ਕੋ ਅਣਵਿਕਸਿਤ ਜਿਹਾ ਬੱਚਾ ਜਨਮਦੇ ਨੇ। ਉਹ ਬੱਚਾ ਉਹਨਾਂ ਦੀ ਝੋਲੀ 'ਚ ਪਿਆ ਰਹਿੰਦਾ, ਉੱਥੇ ਦੁੱਧ ਪੀਂਦਾ, ਉੱਥੋਂ ਖੁਰਾਕ ਲੈਂਦਾ, ਵੱਡਾ ਹੋ ਕੇ ਬਾਹਰ ਨਿਕਲਦਾ। ਇਹ ਦੂਜੇ ਦਰਜੇ ਦੇ ਨੇ, ਇਹਨਾਂ ਨੂੰ ਮਾਰਸੂਪੀਅਲ ਕਹਿ ਦਿੰਦੇ ਆ। ਫਿਰ ਤੀਜੇ ਦਰਜੇ ਦੇ ਆਉਂਦੇ ਨੇ ਜਿਹੜੇ ਬੱਚੇ ਨੂੰ ਪ੍ਰੋਪਰ ਡਿਵੈਲਪ ਹੋਏ ਨੂੰ ਜਨਮ ਦਿੰਦੇ ਨੇ। ਉਹਨਾਂ ਦਾ ਬੱਚਾ ਇੰਨਾ ਕੁ ਵਿਕਸਿਤ ਹੁੰਦਾ ਜਨਮ ਤੋਂ ਬਾਅਦ ਵੀ ਉਹ ਤੁਰ ਫਿਰ ਸਕਦਾ, ਭੱਜ ਸਕਦਾ, ਆਪਦਾ ਖਾ ਸਕਦਾ, ਦੁੱਧ ਵਗੈਰਾ ਪੀ ਸਕਦਾ, ਹੈ ਨਾ। ਫਿਰ ਉਹਨੂੰ ਉਹ ਦੁੱਧ ਪਿਲਾ ਕੇ ਉਹਦੀ ਪਰਵਰਿਸ਼ ਕਰਦੇ ਨੇ। ਤਾਂ ਇਹ 3 ਦਰਜਿਆਂ ਦੇ ਵਿੱਚ ਥਣਧਾਰੀਆਂ ਦਾ ਵਿਕਾਸ ਹੋਇਆ। ਇਹਦੇ ਵਿੱਚ ਮੇਨ ਕਾਰਨ ਆਪਾਂ ਕਹਿੰਦੇ ਵੀ ਉਹਨਾਂ ਦੇ ਵਿੱਚ ਜਿਹੜੇ ਦੁੱਧ ਦੀਆਂ ਗ੍ਰੰਥੀਆਂ ਵਿਕਸਿਤ ਹੋਈਆਂ। ਇਹਨਾਂ ਦੇ ਵਿੱਚੋਂ ਸਾਡੇ ਮਨੁੱਖਾਂ ਦੇ ਪੂਰਵਜ ਨੇ, ਜਿਹੜੇ ਲਗਭਗ ਆਪਾਂ ਇਹ ਮੰਨਦੇ ਹਾਂ ਵੀ 6 ਕਰੋੜ ਸਾਲ ਪਹਿਲਾਂ ਅਫਰੀਕਾ ਦੇ ਜੰਗਲਾਂ 'ਚੋਂ ਪੈਦਾ ਹੋ ਗਏ ਸੀ। 6 ਕਰੋੜ ਸਾਲ ਪਹਿਲਾਂ। ਜਿਵੇਂ ਤੁਸੀਂ ਕੈਟਾਗਰੀ ਦੱਸੀ ਆ, ਆਪਾਂ ਕੀ ਆ, ਮਨੁੱਖ ਕੀ ਆ, ਫਿਰ ਇਹਦੇ ਵਿੱਚ ਕਿਵੇਂ ਵਿਕਾਸ ਹੁੰਦਾ ਇਹਦਾ? ਇੱਕ ਚਲੋ ਜਦੋਂ ਤੁਸੀਂ ਇਹ ਗੱਲ ਕਰਦੇ ਵੀ ਆਪਾਂ ਕੀ ਆ, ਇਹ ਬਹੁਤ ਵੱਡੀ ਡਿਬੇਟ ਰਹੀ ਇੱਕ ਟਾਈਮ ਤੇ। ਜਦੋਂ ਡਾਰਵਿਨ ਵਰਗੇ ਨੇ ਇਹ ਕਿਹਾ ਵੀ ਮਨੁੱਖ ਵੀ ਪਸ਼ੂ ਆ, ਤਾਂ ਉਹ ਜਿਹੜੇ ਸੋ ਕਾਲਡ ਜਿਹੜੇ ਇੰਟੈਲੈਕਚੁਅਲ ਸੀਗੇ ਉਸ ਸੋਸਾਇਟੀ ਦੇ, ਜਾਂ ਕਹਿ ਲਓ ਆਪਦੀ ਧਾਰਮਿਕ ਪਵਿੱਤਰਤਾ ਨੂੰ ਮੰਨਦੇ ਸੀ ਵੀ ਬਾਕੀ ਸਾਰੇ ਪਸ਼ੂ ਨੇ, ਮਨੁੱਖ ਰੱਬ ਦਾ ਸਭ ਤੋਂ ਫੇਵਰੇਟ ਜੀਵ ਆ ਜਿਹਨੂੰ ਅੱਡ ਤੋਂ ਭੇਜਿਆ ਗਿਆ। ਤਾਂ ਉਹ ਮੰਨਣ ਨੂੰ ਤਿਆਰ ਹੀ ਨਹੀਂ ਸੀ ਵੀ ਅਸੀਂ ਵੀ ਇਹਨਾਂ ਪਸ਼ੂਆਂ ਚੋਂ ਇੰਨੇ ਵਿਕਸਿਤ ਹੋਏ ਆ। ਹਲੇ ਵੀ ਨਹੀਂ ਮੰਨ ਰਹੇ, ਹਜੇ ਵੀ ਨਹੀਂ ਮੰਨਦੇ, ਹਲੇ ਵੀ ਚੱਲ ਰਹੀ ਹੈ ਇੱਥੇ, ਹਜੇ ਵੀ ਰੌਲਾ ਪੈਂਦਾ। ਮਤਲਬ ਹੁਣ ਵੀ ਜੇ ਆਪਾਂ ਜਾ ਕੇ ਆਪਾਂ ਪਿੰਡ ਕਿਸੇ ਨੂੰ ਗੱਲ ਕਹੀਏ ਵੀ ਅਸੀਂ ਇਹਨਾਂ ਪਸ਼ੂਆਂ ਤੋਂ ਵਿਕਸਿਤ ਹੋਏ ਆ, ਉਹ ਕਹਿਣਗੇ ਵੀ ਇਹ ਤਾਂ ਕਮਲੀਆਂ ਗੱਲਾਂ ਨੇ। ਵੀ ਜਾਏ ਕਹਿਣਗੇ ਪੜ੍ਹ ਲਿਖ ਕੇ ਕਮਲਾ ਹੋ ਗਿਆ। ਇਹ ਕਈ ਵਾਰ ਸੁਣਨ ਚ ਆ ਜਾਂਦਾ। ਹਾਂ, ਤਾਂ ਚਲੋ ਅਸੀਂ ਉਹਨਾਂ ਪਸ਼ੂਆਂ ਤੋਂ ਨਿਖੜੇ, ਉਹਦਾ ਇੱਕ ਕਾਰਨ ਹੈ। ਜੇ ਆਪਾਂ ਗੱਲ ਕਰੀਏ, ਧਰਤੀ ਤੇ 25 ਕਰੋੜ ਸਾਲ ਪਹਿਲਾਂ ਡਾਇਨਾਸੌਰ ਸੀਗੇ। ਕਈ ਫੁੱਟ ਉਹਨਾਂ ਦਾ ਕੱਦ, ਹੈ ਨਾ, ਉਹਨਾਂ ਦੇ ਵੱਡੇ ਵੱਡੇ ਨੌਂ ਤੇ ਵੱਡੇ ਤਿੱਖੇ ਦੰਦ, ਸਰੀਰ ਬੜੇ ਤਕੜੇ, ਹੈ ਨਾ। ਉਹ ਉਹਨਾਂ ਦੇ ਮੂਹਰੇ ਸਾਡਾ ਜਿਹੜੇ ਪੂਰਵਜ ਸੀਗੇ 6 ਕਰੋੜ ਸਾਲ ਪਹਿਲਾਂ, ਉਹ ਚੂਹਿਆਂ ਵਰਗੇ ਸੀ। ਵੱਡੇ ਹੋ ਨਹੀਂ ਸਕਦੇ ਜੀ, ਵੱਡੇ ਹੋਣਗੇ ਸ਼ਿਕਾਰ ਹੋ ਜਾਣਗੇ। ਆਪਾਂ ਇਹ ਮੰਨਦੇ ਹਾਂ ਵੀ ਕਿਸੇ ਜਗ੍ਹਾ ਤੇ ਇਹ ਵੀ ਫਾਇਦਾ ਹੁੰਦਾ ਵੀ ਕਿਸੇ ਜੀਵ ਦਾ ਸਾਈਜ਼ ਛੋਟਾ ਨਾ, ਉਹਨੂੰ ਫਾਇਦਾ ਉਹਦਾ, ਉਹ ਵੀ ਲੁਕ ਕੇ ਛਿਪ ਕੇ ਰਹਿ ਲੂਗਾ। ਤਾਂ ਸਾਡੇ ਜਿਹੜੇ ਚੂਹਿਆਂ ਦੇ ਆਕਾਰ ਦੇ ਜਿਹੜੇ ਉਹ 6 ਕਰੋੜ ਸਾਲ ਪਹਿਲਾਂ ਪੂਰਵਜ ਸੀਗੇ, ਉਹ ਦਰਖਤਾਂ ਤੇ ਰਹਿੰਦੇ ਸੀ ਜਾਂ ਖੱਡਾਂ 'ਚ ਰਹਿੰਦੇ ਸੀ, ਜਿਵੇਂ ਅੱਜ ਚੂਹੇ ਜਾਂ ਗਲੈਰੀਆਂ ਨੇ। ਡਾਇਨਾਸੌਰਾਂ ਦੇ ਮੁਕਾਬਲੇ ਉਹ ਕਮਜ਼ੋਰ ਸੀਗੇ, ਇਸ ਕਰਕੇ ਰਾਤ ਨੂੰ ਬਾਹਰ ਨਿਕਲਦੇ ਸੀ, ਦਿਨੇ ਨਹੀਂ ਉਹ ਬਾਹਰ ਆਉਂਦੇ ਸੀ। ਪਰ ਇੱਕ 6 ਕਰੋੜ ਸਾਲ ਪਹਿਲਾਂ ਘਟਨਾ ਵਾਪਰਦੀ ਹੈ। ਮੈਕਸੀਕੋ ਦੇ ਕੋਲ ਇੱਕ ਵੱਡਾ ਸਾਰਾ ਧਰਤੀ ਤੇ ਉਲਕਾ ਪਿੰਡ ਡਿੱਗਦਾ, ਕਈ ਐਟਮ ਬੰਬਾਂ ਦੇ ਬਰਾਬਰ ਉਹਦਾ ਇੰਪੈਕਟ ਹੁੰਦਾ, ਕਈ 100 ਕਿਲੋਮੀਟਰ ਦਾ ਏਰੀਆ ਉਹ ਸਵਾਹ ਕਰ ਦਿੰਦਾ, ਤੇ ਕਈ ਲੱਖ ਸਾਲ ਉਹਦੀ ਤਬਾਹੀ ਚੱਲਦੀ ਰਹਿੰਦੀ ਆ। ਜਿਵੇਂ ਉਹਨੇ ਜਿੰਨੀ ਤਬਾਹੀ ਫੈਲਾਈ, ਉਹਨੇ ਲਗਭਗ 90% ਜੀਵਨ ਖਤਮ ਕਰਤਾ। ਜਦੋਂ ਵੀ ਜੀਵਨ ਖਤਮ ਹੋਊਗਾ, ਸਭ ਤੋਂ ਪਹਿਲਾਂ ਉਹ ਖਤਮ ਹੋਊਗਾ ਜਿਹੜਾ ਟੌਪ ਕਾਰਨੀਵੋਰ ਹੈ। ਜਦੋਂ ਆਪਾਂ ਕਹਿੰਦੇ ਫੂਡ ਚੇਨ, ਵੀ ਕੀੜੇ ਮਕੌੜੇ ਨੂੰ ਇਹ ਖਾਊਗਾ, ਡੱਡੂ ਨੂੰ ਸੱਪ ਖਾਊਗਾ, ਸੱਪ ਨੂੰ ਬਾਜ ਖਾਊਗਾ। ਜੇ ਥੱਲੇ ਹਲਚਲ ਹੋ ਗਈ, ਥੱਲੇ ਕੁਝ ਖਤਮ ਹੋ ਗਿਆ, ਸਭ ਤੋਂ ਪਹਿਲਾਂ ਉੱਪਰ ਵਾਲਾ ਮਰੂਗਾ।
ਫੂਡ ਚੇਨ 'ਚ ਸਭ ਤੋਂ ਵੱਧ ਉਹਦੇ ਕੋਲ ਕੰਸੈਂਟਰੇਸ਼ਨ ਹੋ ਕੇ ਜਾ ਰਹੀ ਹੈ એનર્ਜੀ ਦੀ। ਤਾਂ ਸਭ ਤੋਂ ਪਹਿਲਾਂ ਮਰਨੇ ਸ਼ੁਰੂ ਹੋਏ ਡਾਇਨਾਸੌਰ ਖਤਮ ਹੁੰਦੇ ਨੇ, ਬਾਕੀ ਸਾਰੇ ਜੀਵ ਹੌਲੀ ਹੌਲੀ ਖਤਮ ਹੋ ਜਾਂਦੇ ਨੇ। ਉਹ ਧਮਾਕੇ ਦੀ ਰਾਖ ਅਸਮਾਨ ਨੂੰ ਢੱਕ ਲੈਂਦੀ ਹੈ, ਕਈ ਸਾਲ ਧਰਤੀ ਤੇ ਧੁੱਪ ਨਹੀਂ ਪੈਂਦੀ, ਧਰਤੀ ਹਨੇਰੇ 'ਚ ਰਹਿੰਦੀ ਹੈ, ਪਾਣੀ ਜੰਮ ਜਾਂਦਾ, ਗਲੇਸ਼ੀਅਰ ਬਣ ਜਾਂਦਾ। ਇਸ ਪੂਰੇ ਘਟਨਾਕ੍ਰਮ 'ਚ 90% ਜੀਵਨ ਕਈ ਹਜ਼ਾਰ ਜਾਂ ਕਈ ਲੱਖ ਸਾਲਾਂ ਦੇ ਕਰਦੇ ਇੱਕ ਸਟੈਪ 'ਚ ਖਤਮ ਹੋ ਜਾਂਦਾ। ਜਦੋਂ ਕਈ ਸਾਲ ਜੀਵਨ ਨਹੀਂ ਹੁੰਦਾ, ਉਦੋਂ ਮਨੁੱਖ ਕਿੱਥੇ ਹੁੰਦਾ, ਉਹ ਕੀ ਕਰਦਾ ਫਿਰ? ਉਦੋਂ ਮਨੁੱਖ ਨਹੀਂ ਸੀਗਾ। ਉਦੋਂ ਇਹ ਜਿਹੜੇ ਆਪਾਂ ਕਹਿੰਦੇ ਰਾਤ ਨੂੰ ਬਾਹਰ ਨਿਕਲਣ ਵਾਲੇ ਚੂਹਿਆਂ ਗਲੈਰੀਆਂ ਵਰਗੇ ਸਾਡੇ ਪੂਰਵਜ ਸੀਗੇ 6 ਕਰੋੜ ਸਾਲ ਪਹਿਲਾਂ। ਆਪਣੇ ਪੂਰਵਜਾਂ ਨੂੰ ਤਾਂ ਫਿਰ ਕਿਵੇਂ ਆਪਦੇ ਆਪ ਨੂੰ ਬਚਾਇਆ? ਇਹਦੇ ਵਿੱਚ ਆਪਾਂ ਜਦੋਂ ਗੱਲ ਕਰਦੇ ਹਾਂ, ਜਿਵੇਂ ਧਰਤੀ ਉੱਤੇ ਸਾਰੇ ਜੀਵ ਕੋਲਡ ਬਲੱਡ ਐਨੀਮਲ ਨੇ, ਠੰਡੇ ਖੂਨ ਵਾਲੇ ਜੀਵ ਨੇ। ਸਿਰਫ ਥਣਧਾਰੀ ਉਹ ਨੇ ਜਿਨ੍ਹਾਂ ਦਾ ਜਿਹੜਾ ਦਾ ਖੂਨ ਗਰਮ ਹੁੰਦਾ। ਜਿਵੇਂ ਹੁਣ ਆਪਾਂ ਕਹੀਏ ਇਸ ਟਾਈਮ ਮੇਰੀ ਬਾਡੀ ਦਾ ਟੈਂਪਰੇਚਰ ਕਿੰਨਾ, ਆਪਾਂ ਕਹਿੰਦੇ 98 ਡਿਗਰੀ ਫਾਰਨੀਟ। ਜੇ 99 ਜਾਂ 100 ਹੋ ਗਿਆ, ਮੈਂ ਕਹੂੰਗਾ ਵੀ ਬੁਖਾਰ ਹੋ ਗਿਆ। ਤਾਂ ਮਤਲਬ ਸਾਡੇ ਸਰੀਰ ਦਾ ਤਾਪਮਾਨ ਜੇ 98 ਆ ਤਾਂ 98 ਹੀ ਰਹੂਗਾ, ਨਾ ਉਹ 96 ਹੋ ਸਕਦਾ, ਨਾ 99 ਹੋ ਸਕਦਾ। ਤਾਂ ਇਹ ਥਣਧਾਰੀਆਂ ਦੀ ਖਾਸੀਅਤ ਹੈ, ਉਹਨਾਂ ਦੇ ਸਰੀਰ ਦਾ ਤਾਪਮਾਨ, ਸਾਡਾ ਜਿਹੜਾ ਮੈਟਾਬੋਲਿਜ਼ਮ ਅੰਦਰ ਦਾ ਖੂਨ ਦਾ ਸਾਈਕਲ ਹੈ, એનર્ਜੀ ਹੈ ਜਿਹੜੀ, ਉਹ ਸਾਡਾ ਤਾਪਮਾਨ ਸਥਿਰ ਰੱਖਦੀ ਹੈ। ਚਾਹੇ ਬਾਹਰ 0 ਡਿਗਰੀ ਹੋਵੇ, ਚਾਹੇ ਬਾਹਰ 50 ਡਿਗਰੀ ਹੋ ਜਾਏ, ਸਾਡਾ ਤਾਪਮਾਨ ਨਹੀਂ ਹਿੱਲੂਗਾ। ਜੇ ਹਿੱਲੂਗਾ ਤਾਂ ਅਸੀਂ ਬਿਮਾਰ ਹੋ ਜਾਵਾਂਗੇ। ਹੁਣ ਜਿਹੜਾ ਉਹ ਸਮਾਂ ਸੀਗਾ, ਉਹਦਾ ਸਾਨੂੰ ਫਾਇਦਾ ਮਿਲਿਆ। ਜਿੰਨੇ ਵੀ ਕੋਲਡ ਬਲੱਡ ਐਨੀਮਲ ਸੀਗੇ, ਮੱਛੀਆਂ ਤੋਂ ਸ਼ੁਰੂ ਕਰਕੇ ਡਾਇਨਾਸੌਰਾਂ ਤੱਕ, ਸਾਰੇ ਦੇ ਸਾਰੇ ਵੱਡਾ ਹਿੱਸਾ ਉਹਨਾਂ ਦਾ ਖਤਮ ਹੋ ਗਿਆ। ਜਿੱਥੇ ਕਿਤੇ ਜੀਵਨ ਹਾਲਤਾਂ ਮਾੜੀਆਂ ਮੋਟੀਆਂ ਸੀ, ਉੱਥੇ ਥੋੜੇ ਕਰਕੇ ਬਚੇ ਰਹੇ। ਆਪਾਂ ਹੁਣ ਇਹੀ ਗੱਲ ਕਰਦੇ ਨਾ ਵੀ ਨੈਚੁਰਲ ਸਿਲੈਕਸ਼ਨ ਕੀ ਹੈ। ਹੁਣ ਜਿਹੜੇ ਜੀਵ ਬਚੇ ਰਹੇ, ਇਹ ਇਹਨਾਂ ਦੀ ਨੈਚੁਰਲ ਸਿਲੈਕਸ਼ਨ ਸੀ। ਹੁਣ ਇਹਨਾਂ ਵਿੱਚੋਂ ਜਿਹੜੇ ਸਾਡੇ ਪੂਰਵਜ ਬਚੇ ਰਹਿ ਗਏ, ਉਹਨਾਂ ਨੂੰ 2 ਫਾਇਦੇ ਮਿਲਦੇ ਨੇ। ਇੱਕ ਤਾਂ ਜਿਵੇਂ ਆਪਾਂ ਸਟੈਪ ਬਾਏ ਸਟੈਪ ਜੀਵਾਂ ਦੀ ਗੱਲ ਕਰਦੇ ਜਾਂਦੇ ਹਾਂ, ਉੱਚੇ ਦਰਜੇ ਦੇ ਜੀਵਾਂ ਦਾ ਦਿਮਾਗ ਵੀ ਉન્નਤ ਹੁੰਦਾ। ਹੁਣ ਇਸ ਟਾਈਮ ਜੇ ਆਪਾਂ ਗੱਲ ਕਰੀਏ ਕੁੱਤੇ, ਡਾਲਫਿਨ ਜਾਂ ਚਿੰਪੈਂਜੀ, ਗੁਰੀਲੇ, ਇਹਨਾਂ ਦਾ ਦਿਮਾਗ ਮੁਕਾਬਲਤਨ ਬਾਕੀ ਸਾਰੇ ਪਸ਼ੂਆਂ ਨਾਲੋਂ ਉન્નਤ ਹੈ। ਇਹਨਾਂ ਦੇ ਵਿੱਚੋਂ ਇੱਕ ਸਾਡੇ ਪੂਰਵਜ ਸੀਗੇ ਜਿਹੜੇ ਦਰਖਤਾਂ 'ਤੇ ਰਹਿੰਦੇ ਸੀ, ਤਾਂ ਉਹਨਾਂ ਦਾ ਦਿਮਾਗ ਘੱਟੋ ਘੱਟ ਉન્નਤ ਦਰਜੇ ਦਾ ਸੀ ਬਾਕੀ ਸਾਰੇ ਜੀਵਾਂ ਦੇ ਮੁਕਾਬਲੇ। ਤਾਂ ਉਹ ਘੱਟੋ ਘੱਟ ਇਹਨਾਂ ਚੁਣੌਤੀਆਂ ਨੂੰ ਸਮਝ ਸਕਦੇ ਸੀ। ਬਾਂਦਰ ਜਦੋਂ ਖਤਰਾ ਮਹਿਸੂਸ ਕਰਦਾ, ਜਾਂ ਜਿਵੇਂ ਮੈਂ ਗੱਲ ਕਰਾਂ, ਜੇ ਇੱਥੇ ਬਿੱਲੀ ਆ ਜਾਵੇ ਤਾਂ ਚਿੜੀਆਂ ਰੌਲਾ ਪਾਉਂਦੀਆਂ ਨੇ, ਜਾਂ ਇੱਥੇ ਉਹਨਾਂ ਨੂੰ ਸੱਪ ਦਿਖ ਜਾਵੇ ਤਾਂ ਚਿੜੀਆਂ ਰਲ ਕੇ ਉਹਦੇ ਆਲੇ ਦੁਆਲੇ ਰੌਲਾ ਪਾਉਂਦੀਆਂ ਨੇ। ਉਹ ਖਤਰਾ ਮਹਿਸੂਸ ਕਰਦੀਆਂ ਨੇ ਤੇ ਉਹਨਾਂ ਦਾ ਦਿਮਾਗ ਉਸ ਇਨਫੋਰਮੇਸ਼ਨ ਨੂੰ ਇੰਟਰਪ੍ਰੈਟ ਕਰਦਾ ਤੇ ਬਾਕੀਆਂ ਨੂੰ ਉਹ ਸੁਚੇਤ ਕਰਦੀਆਂ ਨੇ। ਕੀ ਸਾਡੇ ਪੂਰਵਜ ਆ ਜਿਹੜੇ, ਉਹ ਵੀ ਇਦਾਂ ਹੀ ਗਰੁੱਪਾਂ 'ਚ ਰਹਿੰਦੇ ਸੀਗੇ ਜਦੋਂ ਬਹੁਤ ਜ਼ਿਆਦਾ ਛੋਟੇ ਸੀ? ਬਿਲਕੁਲ ਜੀ, ਜਿਹੜੇ ਲਗਭਗ ਗਰੁੱਪ 'ਚ ਰਹਿਣਾ ਹਰ ਜੀਵ ਦੀ ਇੱਕ ਲੋੜ ਹੈ। ਮਧੂਮੱਖੀਆਂ ਜਿੰਨੇ ਮਰਜ਼ੀ ਨੀਵੇਂ ਦਰਜੇ ਦੀਆਂ ਹੋਣ, ਗਰੁੱਪ 'ਚ ਉਹ ਗਰੁੱਪ 'ਚ ਹੀ ਰਹਿਣਗੇ। ਬਹੁਤ ਘੱਟ ਆਰਗੇਨਿਜ਼ਮ ਨੇ ਇਹੋ ਜਿਹੇ ਜਿਹੜੇ ਇਕੱਲੇ ਰਹਿਣਾ ਪਸੰਦ ਕਰਦੇ ਨੇ। ਜ਼ਿਆਦਾਤਰ ਧਰਤੀ ਉੱਤੇ ਜਿੰਨਾ ਵੀ ਜੀਵਨ ਪਾਇਆ ਜਾਂਦਾ, ਚਾਹੇ ਉਹ ਹਿਰਨ ਹੋਣ, ਚਾਹੇ ਉਹ ਸ਼ੇਰ ਹੋਣ, ਚਾਹੇ ਉਹ ਚੀਤੇ ਹੋਣ, ਇਹ ਮਧੂਮੱਖੀਆਂ ਹੋਣ, ਭਰਿੰਡਾ ਹੋਣ, ਜਿਹੜੇ ਵੀ ਜੀਵ ਨੇ ਉਹਨਾਂ ਨੇ ਗਰੁੱਪ 'ਚ ਹੀ ਰਹਿਣਾ। ਗਰੁੱਪ ਉਹਨਾਂ ਦੇ ਸਰਵਾਈਵਲ ਦੀ ਬੇਸਿਕ ਨੀਡ ਹੈ। ਤਾਂ ਜਦੋਂ ਮਨੁੱਖਾਂ ਦੇ, ਹੁਣ ਆਪਾਂ ਉੱਥੇ ਵਾਪਸ ਆ ਜਾਂਦੇ ਗੱਲ ਤੇ ਮਨੁੱਖ ਤੇ। ਹੁਣ ਜਿਹੜੇ ਉਹ ਮਨੁੱਖਾਂ ਦਾ ਜਿਹੜਾ ਪੂਰਵਜ ਹੈ, ਉਹ ਬਾਂਦਰਨੁਮਾ, ਜਿਹੜੇ ਬਾਂਦਰਾਂ ਤੋਂ ਵੀ ਪਹਿਲਾਂ ਦੇ ਪੂਰਵਜ ਨੇ, ਉਹ ਉਹਨਾਂ ਜੰਗਲਾਂ ਦੇ ਵਿੱਚ ਸਰਵਾਈਵ ਕਰਦੇ ਨੇ। ਉਹਨਾਂ ਲਈ ਇੱਕ ਮੌਕਾ ਬਣ ਜਾਂਦਾ ਵੀ ਡਾਇਨਾਸੌਰ ਖਤਮ ਹੋ ਚੁੱਕੇ ਨੇ, ਹੁਣ ਕੋਈ ਚੈਲੰਜ ਨਹੀਂ। ਉਹ ਦਿਨ ਨੂੰ ਵੀ ਬਾਹਰ ਆ ਸਕਦੇ ਨੇ, ਰਾਤ ਨੂੰ ਵੀ ਆ ਸਕਦੇ ਨੇ। ਜਿੰਨੀ ਕਿ ਵੀ ਧਰਤੀ ਤੇ ਰੌਸ਼ਨੀ ਪਹੁੰਚ ਰਹੀ ਆ, ਉਹਨੂੰ ਉਹ ਯੂਟੀਲਾਈਜ਼ ਕਰ ਰਹੇ ਨੇ। ਧਰਤੀ ਦਾ ਮੌਸਮ, ਧਰਤੀ ਦਾ ਵਾਤਾਵਰਨ ਫੇਰ ਇੱਕ ਵਾਰ ਦੁਬਾਰਾ ਸੁਧਰਦਾ ਤੇ ਇੱਥੋਂ ਬਾਅਦ ਕੀ ਸ਼ੁਰੂ ਹੁੰਦੀ ਹੈ, ਉਹਨੂੰ ਕਹਿੰਦੇ ਅਡੈਪਟਿਵ ਰੇਡੀਏਸ਼ਨ। ਅਡੈਪਟਿਵ ਰੇਡੀਏਸ਼ਨ ਕੀ ਹੁੰਦੀ ਹੈ? ਕਿਸੇ ਜਗ੍ਹਾ ਤੇ ਡਾਰਵਿਨ ਨੇ ਸਟੱਡੀ ਕੀਤਾ, ਇੱਕ ਟਾਪੂ ਤੇ ਗਿਆ, ਉਹਨੂੰ ਡਾਰਵਿਨ ਫਿੰਚਸ ਕਹਿੰਦੇ ਨੇ, ਡਾਰਵਿਨ ਚਿੜੀਆਂ। ਗੈਲਾਪੈਗੋ ਇੱਕ ਆਈਲੈਂਡ ਹੈ। ਡਾਰਵਿਨ ਨੇ ਉੱਥੇ ਜਾ ਕੇ ਦੇਖਿਆ, ਉੱਥੇ ਇੱਕੋ ਚਿੜੀ ਦੀਆਂ ਲਗਭਗ 30 ਪ੍ਰਜਾਤੀਆਂ ਸੀਗੀਆਂ। ਤਾਂ ਡਾਰਵਿਨ, ਹੁਣ ਉਹਦੇ ਲਈ ਫੇਰ ਸਵਾਲ ਸੀ ਵੀ ਇੱਕੋ ਪ੍ਰਜਾਤੀ 30 ਉਹਦੀਆਂ ਵੱਖ-ਵੱਖ ਕਿਵੇਂ ਬਣ ਗਈਆਂ? ਤਾਂ ਉਹ ਉਸ ਚੀਜ਼ ਤੇ ਪਹੁੰਚਿਆ ਵੀ ਜਦੋਂ ਉਹਦਾ ਆਨਸਰ ਕੀ ਮਿਲਿਆ ਉਹਨੂੰ, ਵੀ ਕਿਸੇ ਜਗ੍ਹਾ ਤੇ ਜੇ ਮੁਕਾਬਲੇਬਾਜ਼ੀ ਨਾ ਹੋਵੇ ਤਾਂ ਜਿਹੜੀਆਂ ਪ੍ਰਜਾਤੀ ਉੱਥੇ ਆ ਜੂਗੀ ਉਹ ਬਹੁਤ ਛੇਤੀ ਵੱਧ ਜੂਗੀ। ਫਿਰ ਉਹਦੇ ਵਿੱਚ ਮੁਕਾਬਲੇਬਾਜ਼ੀ ਹੋਊ, ਪਰ ਉਹਦੀਆਂ ਬਹੁਤ ਪ੍ਰਜਾਤੀਆਂ ਬਣ ਜਾਣਗੀਆਂ। ਹੁਣ ਜਿਹੜਾ ਸਾਡਾ ਪਹਿਲਾ ਪੂਰਵਜ ਆ ਡਾਇਨਾਸੌਰਾਂ ਦੇ ਵੇਲੇ, ਜਦੋਂ ਡਾਇਨਾਸੌਰਾਂ ਦਾ ਅੰਤ ਹੋਇਆ, ਉਹ 1 ਜਾਂ 2 ਸੀ। ਪਰ ਜਿਵੇਂ ਉਹਨਾਂ ਨੂੰ ਮੌਕਾ ਮਿਲਿਆ, ਫਿਰ ਉਹਨਾਂ ਦੀ ਭਰਮਾਰ ਹੋ ਗਈ। ਅੱਜ ਆਪਾਂ ਦੇਖੋ ਕਿੰਨੀਆਂ ਕੈਟੇਗਰੀਆਂ ਦੇਖਦੇ ਹਾਂ। ਹਾਥੀ ਅੱਡ ਨੇ, ਘੋੜਿਆਂ ਦਾ ਇੱਕ ਅੱਡ ਪਰਿਵਾਰ ਆ ਜਿਨ੍ਹਾਂ ਨੂੰ ਖੁਰਾਂ ਵਾਲੇ ਜੀਵ ਕਹਿੰਦੇ ਆ, ਮੱਝਾਂ ਗਾਵਾਂ। ਫਿਰ ਸ਼ੇਰ ਚੀਤੇ ਨੇ ਜਿਹਨਾਂ ਨੂੰ ਕਨਾਈਨ ਕਹਿੰਦੇ ਆ, ਜਿਨ੍ਹਾਂ ਦੇ ਦੰਦ ਤਿੱਖੇ ਹੁੰਦੇ ਨੇ, ਪੰਜੇ ਹੁੰਦੇ ਨੇ। ਫਿਰ ਉਹਨਾਂ 'ਚ ਬਾਂਦਰ ਨੇ ਜਿਨ੍ਹਾਂ ਨੂੰ ਆਪਾਂ ਏਪਸ ਕਹਿ ਦਿੰਦੇ ਆ। ਅੱਡ ਕਈ ਪਰਿਵਾਰ ਵਿਕਸਿਤ ਹੋਏ ਥਣਧਾਰੀਆਂ ਦੇ ਜੀ। ਪਾਣੀ 'ਚ ਵੀ ਗਏ। ਹੁਣ ਬੇਲ ਮੱਛੀ ਆ, ਉਹ ਮੱਛੀ ਨਹੀਂ ਹੈਗੀ, ਉਹ ਥਣਧਾਰੀ ਹੈ। ਡਾਲਫਿਨ ਵੀ ਮੱਛੀ ਨਹੀਂ ਹੈਗੀ, ਉਹ ਵੀ ਥਣਧਾਰੀ ਹੈ। ਸੀਲ ਮੱਛੀ ਨਹੀਂ ਹੈਗੀ, ਉਹ ਵੀ ਥਣਧਾਰੀ ਹੈ। ਤਾਂ ਕਈ ਅੱਡ ਤਰ੍ਹਾਂ ਦੇ ਜਿਹੜੇ ਜੀਵ ਨੇ,
ਧਰਤੀ ਦੇ ਉੱਤੇ ਜਿੰਨੇ ਵੀ ਮੌਕੇ ਸੀ ਜਿੱਥੇ ਜਿੱਥੇ ਵਾਤਾਵਰਨ ਖਾਲੀ ਹੋ ਗਿਆ ਉੱਥੇ ਫਿਰ ਥਣਧਾਰੀ ਪਹੁੰਚ ਗਏ। ਜੀ ਮੇਰੇ ਮਨ 'ਚ ਇੱਕ ਸਵਾਲ ਹੁਣੇ ਆ ਰਿਹਾ ਵੀ ਕੀ ਇਹ ਸਾਰੇ ਜੀਵ ਇੱਕ ਦੂਜੇ ਨਾਲ ਜੁੜੇ ਹੋਏ ਨੇ, ਜਾਂ ਜਿਵੇਂ ਵਿਚਾਰਧਾਰਾ ਇਹ ਵੀ ਕਹਿੰਦੀ ਆ ਵੀ ਨਹੀਂ, ਵੀ ਜਿਵੇਂ ਰੱਬ ਨੇ ਬਣਾਏ ਤਾਂ ਉਹਨਾਂ ਨੇ ਮਨੁੱਖ ਐਂ ਬਣਾਤਾ, ਮੱਛੀ ਇਦਾਂ ਬਣਾਤੀ ਇੱਕ, ਤਾਂ ਹੋਰ ਮੱਛੀਆਂ ਵੀ ਜਿਹੜੇ ਉਹ ਆਈਆਂ। ਕੀ ਇਹ ਜਿਹੜੇ ਜੀਵ ਆ ਸਾਰੇ ਇਹ ਆਪਸ ਵਿੱਚ ਜੁੜਦੇ ਨੇ ਕਿਵੇਂ ਨਾ ਕਿਵੇਂ? ਇਹ ਸਾਰੇ ਜੀਵ ਜਦੋਂ ਆਪਾਂ ਗੱਲ ਸ਼ੁਰੂ, ਜਿਵੇਂ ਆਪਾਂ ਇੱਕ ਲੜੀਵਾਰ ਗੱਲ ਕਰ ਰਹੇ ਹਾਂ, ਸਭ ਤੋਂ ਪਹਿਲਾਂ ਬੈਕਟੀਰੀਆ ਸੀ, ਇੱਕ ਸੈਲੇ ਜੀਵ ਸੀਗੇ, ਫਿਰ ਬਹੁਤ ਸੈਲੇ ਆਏ, ਫਿਰ ਮੱਛੀਆਂ ਆ ਗਈਆਂ, ਮੱਛੀਆਂ ਤੋਂ ਡੱਡੂ ਵਿਕਸਿਤ ਹੋਏ, ਡੱਡੂਆਂ ਤੋਂ ਅੱਗੇ ਜਿਹੜੇ ਮਗਰਮੱਛ ਵਗੈਰਾ ਨੇ ਉਹ ਵਿਕਸਿਤ ਹੋਏ, ਫਿਰ ਉਹਨਾਂ ਤੋਂ ਥਣਧਾਰੀ ਵਿਕਸਿਤ ਹੋਏ, ਥਣਧਾਰੀਆਂ ਦੇ ਵਿੱਚ ਇੱਕ ਮਨੁੱਖਾਂ ਦਾ ਪਰਿਵਾਰ ਵਿਕਸਿਤ ਹੋਇਆ। ਤਾਂ ਅਸੀਂ ਲੜੀਵਾਰ ਜਦੋਂ ਇਹ ਦੇਖ ਰਹੇ ਹਾਂ ਵੀ ਸਾਰੇ ਜੀਵ ਇੱਕ ਸਾਂਝੇ, ਜਿਹਨੂੰ ਕਹਿੰਦੇ ਨੇ ਕਾਮਨ ਐਨਸੈਸਟਰ, ਵੀ ਇੱਕ ਸਾਂਝਾ ਪੂਰਵਜ, ਉੱਥੋਂ ਚੱਲੇ ਹੋਏ ਨੇ, ਉੱਥੋਂ ਵਿਕਸਿਤ ਹੋਏ ਨੇ। ਕਈ ਵਾਰੀ ਮੈਂ ਦੇਖਦਾ ਹੁੰਦਾ ਜਿਵੇਂ ਖਰਗੋਸ਼, ਚੂਹਾ, ਕਿਰਲੀ, ਤੋਂ ਜਿਹਨੂੰ ਗੋਹ ਕਹਿ ਦਿੰਦੇ ਆ, ਉਹ ਸੱਪ, ਕੁਝ ਮੱਛੀਆਂ ਵੀ ਸੱਪ ਵਰਗੀਆਂ, ਉਹ ਇੱਕ ਦੂਜੇ ਨਾਲ ਮਿਲਦੀਆਂ ਹੁੰਦੀਆਂ ਹਨਾ। ਜਿਵੇਂ ਆਪਣਾ ਪਿੱਗ ਆ, ਉਹ ਵੀ ਚੂਹੇ ਨਾਲ ਮਿਲਦਾ, ਬਹੁਤ ਸਾਰੀਆਂ ਚੀਜ਼ਾਂ ਦਾ ਮਿਲਦਾ। ਤਾਂ ਮੈਨੂੰ ਇਹ ਲੱਗਦਾ ਸੀ ਵੀ ਕਿਤੇ ਨਾ ਕਿਤੇ ਇਹ ਪਹਿਲਾਂ ਇੱਕ ਦੂਜੇ ਤੋਂ ਹੀ ਵਿਕਾਸ ਇਹਨਾਂ ਨੇ ਕੀਤਾ, ਅੱਗੇ ਵਧਿਆ। ਕੀ ਇਦਾਂ ਹੈ? ਜਿਵੇਂ ਤੁਸੀਂ ਉਦਾਹਰਨ ਲਈ ਆ ਵੀ ਇਹ ਸਾਰੇ ਇੱਕ ਦੂਜੇ ਵਰਗੇ ਨੇ। ਹੁਣ ਸਾਡਾ ਆਪਣਾ ਮੂੰਹ ਦੇਖੀਏ ਆਪਾਂ, ਵੀ 2 ਅੱਖਾਂ, ਨੱਕ ਤੇ ਥੱਲੇ ਹੈਨਾ ਬੁੱਲ ਨੇ ਆਪਣੇ, ਇਹੀ ਫੇਸ ਸਾਰੇ ਮੈਮਲ ਦੇ ਵਿੱਚ ਹੈ। ਮੱਛੀਆਂ ਤੋਂ ਸ਼ੁਰੂ ਕਰ ਲਈਏ ਆਪਾਂ, ਮੈਮਲ ਨਹੀਂ, ਮੱਛੀਆਂ, ਡੱਡੂ, ਉਸ ਤੋਂ ਬਾਅਦ ਜਿਹੜੇ ਕਿਰਲੀਆਂ ਵਗੈਰਾ ਨੇ, ਜਾਂ ਫਿਰ ਅਸੀਂ ਆ ਜਾਂਦੇ ਹਾਂ, ਸਾਰਿਆਂ 'ਚ ਇਹੀ ਮੂੰਹ ਹੈ। ਕਿਉਂਕਿ ਜਿਹੜੀ ਮੱਛੀ ਪਾਣੀ ਤੋਂ ਬਾਹਰ ਆਈ ਉਹਦੇ 4 ਲੱਤਾਂ ਸੀਗੀਆਂ, ਤਾਂ ਇਹੀ 4 ਲੱਤਾਂ ਡੱਡੂਆਂ ਕੋਲ ਨੇ, ਇਹੀ ਕਿਰਲੀਆਂ ਕੋਲ ਨੇ, ਇਹੀ ਅੱਗੇ ਥਣਧਾਰੀਆਂ ਕੋਲ ਨੇ, ਕਿਸੇ ਦੇ 5 ਜਾਂ 6 ਨਹੀਂ ਹੈਗੀਆਂ, ਹੈ ਨਾ। ਇਹੀ ਫੇਸ ਜਿਹੜਾ ਮੂੰਹ ਆ ਸਾਡਾ, ਇਹੀ ਬਾਕੀ ਸਾਰਿਆਂ ਕੋਲ ਹੈ, ਇਹੀ ਪੂੰਛ ਸਾਰਿਆਂ ਦੇ ਕੋਲ ਹੈ। ਮਨੁੱਖ ਨੇ ਹੁਣ ਉਹ ਗਵਾ ਦਿੱਤੀ ਆ ਨਾ, ਚਲੋ ਆਪਾਂ ਨੂੰ ਕੋਈ ਉਹਦਾ ਅਫਸੋਸ ਨਹੀਂ ਹੈ ਗਵਾਉਣ ਦਾ। ਇੱਕ ਪ੍ਰਕਿਰਿਆ ਜਿਹੜੀ ਵਿਕਾਸ ਦੀ, ਉਹਦੇ ਵਿੱਚੋਂ ਏਪਸ ਨੇ, ਏਪਸ ਨੂੰ ਪੂੰਛ ਦੀ ਕੋਈ ਲੋੜ ਨਹੀਂ ਰਹਿ ਗਈ ਸੀ, ਤਾਂ ਉਹ ਖਤਮ ਹੋ ਗਈ ਆ। ਤਾਂ ਲਗਭਗ ਸਾਡਾ ਇਹ ਜਦੋਂ ਅਸੀਂ ਕਹਿੰਦੇ ਨੇ ਵਿਕਾਸ ਦੇ ਸਬੂਤ ਕੀ ਨੇ, ਐਵੋਲੂਸ਼ਨ ਦੇ ਸਬੂਤ ਕੀ ਨੇ, ਇਹਨਾਂ ਨੂੰ ਅਸੀਂ ਕਹਿੰਦੇ ਹਾਂ ਹੋਮੋਲੋਗਸ ਆਰਗਨ, ਇੱਕੋ ਤਰ੍ਹਾਂ ਦੇ ਅੰਗ। ਵੀ ਜਿਹੜੇ ਇਹ ਇੱਕੋ ਤਰ੍ਹਾਂ ਦੇ ਅੰਗ ਨੇ, ਇਹ ਸਾਬਿਤ ਕਰਦੇ ਨੇ ਵੀ ਇਹ ਸਾਰੇ ਜੀਵ ਇੱਕੋ ਹੀ ਧਾਰਾ 'ਚ ਵਿਕਸਿਤ ਹੋਏ ਨੇ। ਜੇ ਹੁਣ ਆਪਾਂ ਇਹ ਕੋਈ ਦੇਖਿਆ ਵੀ ਕੋਈ ਇਸ ਤਰ੍ਹਾਂ ਦਾ ਜੀਵ ਹੋਵੇ ਜਿਹਦੇ 3 ਅੱਖਾਂ ਹੋਣ, ਜਾਂ ਅੱਖ ਉੱਪਰ ਥੱਲੇ ਹੋਵੇ, ਪਰ ਮੱਛੀਆਂ ਤੋਂ ਪਹਿਲਾਂ ਕੋਈ ਮੱਕੜੀ ਲੈ ਲਓ, ਕੋਈ ਹੋਰ ਲੈ ਲਓ, ਉਹਨਾਂ 'ਚ ਅੱਖਾਂ ਅੱਡ ਤਰ੍ਹਾਂ ਦੀਆਂ ਵੀ ਨੇ। ਮੱਕੜੀ ਦੇ 8 ਅੱਖਾਂ ਵੀ ਹੁੰਦੀਆਂ ਨੇ, ਬਹੁਤ ਸਾਰੀਆਂ ਲੱਤਾਂ ਬਾਹਾਂ ਹੁੰਦੀਆਂ, ਲੱਤਾਂ ਬਾਹਾਂ 8-9 ਹੁੰਦੀਆਂ ਨੇ। ਉਹ ਹੁਣ ਉਹ ਅੱਡ ਧਾਰਾਵਾਂ ਨੇ, ਉਹਨਾਂ 'ਚ ਅਲੱਗ ਤਰ੍ਹਾਂ ਦਾ ਵਿਕਾਸ ਹੈ। ਪਰ ਮੱਛੀਆਂ ਤੋਂ ਲੈ ਕੇ ਮਨੁੱਖ ਤੱਕ ਇਹ ਵਿਕਾਸ ਇੱਕ ਲਾਈਨ 'ਚ ਹੋਇਆ। ਇਸ ਕਰਕੇ ਜੋ ਮੱਛੀਆਂ ਦੇ ਵਿੱਚ ਸੀਗਾ, ਜਦੋਂ ਪਾਣੀ ਤੋਂ ਬਾਹਰ ਆਈਆਂ 4 ਲੱਤਾਂ ਤੇ ਮੂੰਹ ਦੇ ਸਮੇਤ, ਤੇ ਬਾਕੀ ਸਾਰੀਆਂ ਹੱਡੀਆਂ, ਅੰਦਰਲਾ ਜਿਹੜਾ ਸਾਰਾ ਸਰੀਰਕ ਢਾਂਚਾ, ਉਹ ਮਨੁੱਖਾਂ ਤੱਕ ਸੇਮ ਟੂ ਸੇਮ ਹੀ ਆ, ਕੋਈ ਉਹ 'ਚ ਤਬਦੀਲੀ ਨਹੀਂ ਆਈ ਜੀ। ਮਤਲਬ ਹੁਣ ਇਹਦਾ ਮਤਲਬ ਇਹ ਨਹੀਂ ਕਿ ਤਬਦੀਲ ਨਹੀਂ ਹੋਇਆ ਕੁਛ, ਤਬਦੀਲੀ ਤਾਂ ਆਪਾਂ ਦੇਖ ਹੀ ਸਕਦੇ ਆਪਾਂ, ਮੱਛੀਆਂ ਤੋਂ ਤਾਂ ਬਹੁਤ ਭਿੰਨ ਹੈ। ਉਹ ਹੋਮੋਲੋਗਸ ਆਰਗਨ ਨੇ ਜਿਹੜੇ ਸਾਡੇ, ਉਹ ਉਸੇ ਤਰ੍ਹਾਂ ਦੇ ਨੇ ਜਿਹੇ ਜਿਹੇ ਸਾਰੇ ਜੀਵਾਂ 'ਚ ਨੇ। ਜਿਹੜੇ ਸਾਇੰਸ ਨੂੰ ਚੈਲੰਜ ਕਰਦੇ ਆ, ਹਾਂਜੀ, ਉਹ ਕਹਿੰਦੇ ਆ ਵੀ ਜੇ ਇਦਾਂ ਵਿਕਾਸ ਹੋਇਆ, ਜਿਵੇਂ ਅਖੀਰ ਆਪਾਂ ਕਹਿੰਦੇ ਵੀ ਬਾਂਦਰਾਂ ਤੋਂ ਮਨੁੱਖ ਬਣਿਆ, ਮੁੱਖ ਦੀ ਗੱਲ ਇਦਾਂ ਕਹਿ ਦਿੰਦੇ ਆ ਹਨਾ। ਤਾਂ ਕਹਿੰਦੇ ਹੁਣ ਕਿਉਂ ਨਹੀਂ ਬਾਂਦਰਾਂ ਤੋਂ ਮਨੁੱਖ ਬਣ ਰਹੇ, ਹੁਣ ਕਿਉਂ ਨਹੀਂ ਬਾਂਦਰ ਆ ਜਿਹੜੇ ਉਹ ਵਿਕਾਸ ਕਰ ਰਹੇ? ਇਹ ਇੱਕ ਜੈਨੂਅਨ ਸਵਾਲ ਹੈ, ਇਹ ਮੈਨੂੰ ਵੀ ਕਈ ਜਗ੍ਹਾ ਫੇਸ ਕਰਨਾ ਪੈਂਦਾ, ਕਿਉਂਕਿ ਜ਼ਿਆਦਾਤਰ ਦੀ ਦਿਲਚਸਪੀ ਇਸ ਸਵਾਲ 'ਚ ਹੁੰਦੀ ਹੈ, ਤੇ ਮੈਨੂੰ ਵੀ ਥੋੜਾ ਚੰਗਾ ਲੱਗਦਾ ਇਹ ਸਵਾਲ। ਹੁਣ ਇੱਥੇ ਨਾ ਆਪਾਂ ਜਿੱਥੋਂ ਆਪਾਂ ਲਾਸਟ ਗੱਲ ਜੀਵ ਵਿਕਾਸ ਦੀ ਛੱਡੀ ਸੀ, ਉੱਥੋਂ ਚੱਕਦੇ ਹਾਂ। 6 ਕਰੋੜ ਸਾਲ ਪਹਿਲਾਂ ਬਾਕੀ ਸਾਰੇ ਜਾਨਵਰ ਖਤਮ ਹੋ ਗਏ, ਥਣਧਾਰੀ ਵਿਕਸਿਤ ਹੋ ਰਹੇ ਨੇ। ਉਹਨਾਂ 'ਚੋਂ ਇੱਕ ਬਾਂਦਰਾਂ ਦਾ ਪਰਿਵਾਰ ਕਹਿ ਲਓ, ਜਾਂ ਇਹ ਜਿਹੜਾ ਆਪਣਾ ਚਿੰਪੈਂਜੀ ਏਪਸ ਦਾ ਪਰਿਵਾਰ ਹੈ, ਇਹ ਵਿਕਸਿਤ ਹੋ ਰਿਹਾ। ਇਹਨਾਂ ਦੇ ਵਿੱਚ ਜਿਹੜੇ ਪਹਿਲੇ 6 ਕਰੋੜ ਸਾਲ ਪਹਿਲਾਂ ਦੇ ਐਨਸੈਸਟਰ ਨੇ, ਉਹ 4 ਕਰੋੜ ਸਾਲ ਪਹਿਲਾਂ ਇੱਕ ਫਿਰ ਪੂਰਵਜ ਨੂੰ ਜਨਮ ਦਿੰਦੇ ਨੇ, ਜਿਹੜੇ ਜਿਨ੍ਹਾਂ ਤੋਂ ਬਾਂਦਰ ਵੱਖ ਹੋ ਜਾਂਦੇ ਨੇ। ਮਤਲਬ ਇਹਨੂੰ ਥੋੜਾ ਰਿਵਰਸ 'ਚ ਸਮਝੀਏ। 6 ਕਰੋੜ ਸਾਲ ਪਹਿਲਾਂ ਇੱਕ ਸਾਡਾ ਸਾਂਝਾ ਪੂਰਵਜ ਸੀਗਾ, ਸਮਾਂ ਬੀਤਦਾ ਗਿਆ, ਅੱਜ ਤੋਂ 4 ਕਰੋੜ ਸਾਲ ਪਹਿਲਾਂ ਬਾਂਦਰ ਸਾਡੇ ਤੋਂ ਅਲੱਗ ਹੋ ਗਏ। ਫਿਰ ਕਰੋੜ ਦਾ ਸਾਲ ਦਾ ਸਮਾਂ ਇੱਕ ਫੇਰ ਹੈ, ਫਿਰ ਇੱਕ ਬਾਂਦਰਾਂ ਦੀ ਇੱਕ ਹੋਰ ਪ੍ਰਜਾਤੀ ਅੱਡ ਹੋਈ, ਇਹਨੂੰ ਕਹਿੰਦੇ ਓਲਡ ਵਰਲਡ ਮੰਕੀ, ਇਹਨੂੰ ਕਹਿੰਦੇ ਨਿਊ ਵਰਲਡ ਮੰਕੀ। ਫਿਰ ਸਮਾਂ ਹੋਰ ਬੀਤਦਾ, ਲਗਭਗ ਕੁਛ 3 ਕਰੋੜ ਦਾ ਸਾਲ ਦਾ ਜਿਹੜਾ ਸਮਾਂ, ਉਹਦੇ ਵਿੱਚ ਚਿੰਪੈਂਜੀ, ਗੁਰੀਲੇ, ਔਰੰਗਟਾਨ ਇਹ ਵਿਕਸਿਤ ਹੋਏ। ਲਾਸਟ ਦੇ ਵਿੱਚ ਜਿਹੜਾ ਆਪਾਂ ਕਹਿੰਦੇ ਚਿੰਪੈਂਜੀ ਤੇ ਮਨੁੱਖ ਦਾ ਪੂਰਵਜ, ਆਰਡੀਪਿਥੇਕਸ ਉਹਦਾ ਨਾਮ ਹੈ, ਇਹ ਇੱਕ ਸਾਂਝੇ ਪੂਰਵਜ ਤੋਂ ਵਿਕਸਿਤ ਹੋਏ। ਉਹ ਹਜੇ ਤੱਕ ਸਾਨੂੰ ਪਥਰਾਟ ਨਹੀਂ ਮਿਲਿਆ ਉਹਦਾ, ਪਰ ਉਹਦੇ ਸਾਨੂੰ ਸਬੂਤ ਮਿਲਦੇ ਨੇ ਉਹਦੇ DNA ਦੇ ਵਿੱਚੋਂ, ਉਹਦੇ ਹੋਰ ਜਿਹੜੀਆਂ ਇੰਟਰਨਲ ਸਟੱਡੀ ਦੇ ਵਿੱਚੋਂ, ਵੀ ਇਹਨਾਂ ਦਾ ਜਿਹੜਾ ਪੂਰਵਜ ਆ ਉਹ ਇੰਨੇ ਕੁ ਸਾਲ ਪਹਿਲਾਂ ਇਸ ਜਗ੍ਹਾ ਤੇ ਰਹਿੰਦਾ ਸੀ। ਹੁਣ ਜਿਹੜਾ ਚਿੰਪੈਂਜੀ ਤੋਂ ਜਦੋਂ ਮਨੁੱਖ ਅਲੱਗ ਹੁੰਦਾ, ਤਾਂ ਉਸ ਪੂਰਵਜ ਦਾ ਨਾਮ ਆ ਆਰਡੀਪਿਥੇਕਸ।
ਸਾਡੀ ਜਦੋਜਹਿਦ ਆਰਡੀਪੀਥੇਕਸ ਤੋਂ ਸ਼ੁਰੂ ਹੋ ਜਾਂਦੀ ਹੈ। ਜੇ ਅਸੀਂ ਕਹਿਣਾ ਹੋਵੇ ਮਨੁੱਖ ਦਾ ਪਹਿਲਾ ਪੂਰਵਜ ਕੌਣ ਹੈ ਤਾਂ ਉਹ ਆਰਡੀਪੀਥੇਕਸ ਹੈ। ਆਪਾਂ ਥੋੜੀ ਜਿਹੀ ਕੀ ਉਹਦੇ ਸਰੀਰ ਬਾਰੇ ਗੱਲ ਕਰ ਸਕਦੇ ਹਾਂ ਵੀ ਉਹਦਾ ਕਿਹੋ ਜਿਹਾ ਦਿੱਖ ਸੀ, ਉਹਦੀ ਦਿੱਖ ਬਾਰੇ ਗੱਲ ਕਰ ਸਕਦੇ ਹਾਂ। ਹੁਣ ਮੈਂ ਪਹਿਲਾਂ ਇੱਕ ਥੋੜਾ ਜਿਹਾ ਆਪਾਂ ਪਿਛਲਾ ਆਨਸਰ ਖਤਮ ਕਰ ਲਈਏ, ਫਿਰ ਆਪਾਂ ਇਹਦੀ ਦਿੱਖ ਤੇ ਗੱਲ ਕਰਾਂਗੇ। ਜੀ ਜੀ ਜੀ। ਹੁਣ ਜਦੋਂ ਆਪਾਂ ਇਹ ਕਹਿੰਦੇ ਆ ਵੀ ਕੀ ਸਾਡਾ ਬਾਂਦਰ ਪੂਰਵਜ ਹੈ, ਤਾਂ ਐਵੋਲੂਸ਼ਨ ਦੇ ਅਕੋਰਡਿੰਗ ਨਹੀਂ ਹੈਗਾ, ਕਿਉਂਕਿ ਬਾਂਦਰ ਸਾਡੇ ਤੋਂ ਇੱਕ ਧਾਰਾਵਾਂ ਦੇ ਵਿੱਚੋਂ ਵਿਕਸਿਤ ਹੁੰਦਾ ਬਹੁਤ ਸਮਾਂ ਪਹਿਲਾਂ ਅਲੱਗ ਹੋ ਚੁੱਕਾ ਹੈ। ਜੇ ਅਸੀਂ ਇਹ ਕਹਾਂਗੇ ਵੀ ਜੇ ਉਹ ਸਾਡੇ ਤੋਂ ਪਹਿਲਾਂ ਵਿਕਸਿਤ ਹੋਇਆ ਇਸ ਲਈ ਪੂਰਵਜ ਹੈ, ਫਿਰ ਸਾਡੀ ਮੱਛੀ ਵੀ ਪੂਰਵਜ ਹੈ। ਫਿਰ ਤਾਂ ਬਹੁਤ ਪਿੱਛੇ ਤੱਕ ਜਾਣਾ ਪਊ ਆਪਾਂ ਨੂੰ, ਪਹਿਲੇ ਬੈਕਟੀਰੀਆ ਤੱਕ ਜਾਣਾ ਪਊਗਾ, ਫਿਰ ਸਾਰੀ ਪੂਰਵਜ ਨੇ। ਅਸੀਂ ਕਹਿੰਦੇ ਸਾਡੇ ਡਾਇਰੈਕਟ ਐਨਸੈਸਟਰ ਕੌਣ ਨੇ? ਡਾਇਰੈਕਟ ਐਨਸੈਸਟਰ ਦੇ ਵਿੱਚ ਬਾਂਦਰ ਸਾਡੇ ਤੋਂ ਅੱਡ ਹੋ ਗਿਆ, ਉਹ ਸਾਡਾ ਐਨਸੈਸਟਰ ਨਹੀਂ ਹੈਗਾ। ਤਾਂ ਸਾਡੇ ਐਨਸੈਸਟਰ ਨੇ ਆਦਿ ਮਾਨਵ, ਆਦਿ ਮਾਨਵ ਕਹਿ ਦਿੰਦੇ ਜਿਹਨਾਂ ਨੂੰ ਆਪਾਂ, ਇਹਨਾਂ ਨੂੰ ਆਪਾਂ ਏਪਸ ਕਹਿ ਦਿੰਦੇ ਆ, ਉਹ ਸਾਡੇ ਐਨਸੈਸਟਰ ਨੇ। ਤਾਂ ਪਹਿਲੀ ਤਾਂ ਗੱਲ ਇਹ ਤੱਥ ਹੀ ਗਲਤ ਹੈ ਵੀ ਬਾਂਦਰ ਸਾਡਾ ਪੂਰਵਜ ਹੈ। ਤਾਂ ਇਸ ਕਰਕੇ ਇਸ ਸਵਾਲ ਨੂੰ ਮੈਂ ਇੱਥੋਂ ਇਹਦਾ ਮਤਲਬ ਇੱਥੋਂ ਹੀ ਗੱਲ ਕਰਦਾ ਮੈਂ। ਅਗਲੀ ਗੱਲ ਆਪਾਂ ਕਹਿੰਦੇ ਆਰਡੀਪੀਥੇਕਸ। ਆਰਡੀਪੀਥੇਕਸ ਤੋਂ ਅੱਗੇ ਦੋ ਪ੍ਰਜਾਤੀਆਂ ਵਿਕਸਿਤ ਹੋਈਆਂ, ਉਹਨਾਂ ਨੂੰ ਕਹਿੰਦੇ ਆ ਆਸਟ੍ਰੇਲੋਪਿਥੇਕਸ। ਹੁਣ ਇਹ 'ਚ ਆਪਾਂ ਨਾ ਸ਼ਬਦ ਲੈ ਰਹੇ ਹਾਂ ਪਿਥੇਕਸ। ਪਿਥੇਸੀਨ ਦਾ ਮਤਲਬ ਹੁੰਦਾ ਬਾਂਦਰ। ਹੁਣ ਜਿਹੜੇ ਜਦੋਂ ਆਪਾਂ ਆਪਦੀ ਗੱਲ ਕਰਦੇ ਹਾਂ ਤਾਂ ਅਸੀਂ ਇਹ ਕਹਿੰਦੇ ਹਾਂ ਵੀ ਜਿਹੜੇ ਸਾਡੇ ਐਨਸੈਸਟਰ ਨੇ ਉਹ ਦਿੱਖ ਵਜੋਂ, ਉਹਨਾਂ ਦੀ ਦਿੱਖ ਕਿਸ ਤਰ੍ਹਾਂ ਦੀ ਸੀ? ਬਾਂਦਰਾਂ ਵਰਗੀ। ਆਸਟ੍ਰੇਲੀਆ ਦਾ ਮਤਲਬ ਹੁੰਦਾ ਦੱਖਣ, ਜਿਵੇਂ ਧਰਤੀ ਦਾ ਗਲੋਬ ਆ ਉਹਦੇ ਆਸਟ੍ਰੇਲੀਆ ਦੱਖਣ ਦੇ ਵਿੱਚ ਹੈ। ਆਸਟ੍ਰੇਲੀਆ ਦਾ ਮਤਲਬ ਹੀ ਦੱਖਣ ਹੈ। ਤਾਂ ਅਫਰੀਕਾ ਦਾ ਜਿਹੜਾ ਮਤਲਬ ਹੈ, ਅਫਰੀਕਾ ਵੀ ਦੱਖਣ ਹੈ। ਦੱਖਣੀ ਅਫਰੀਕਾ 'ਚ ਪਾਏ ਜਾਣ ਵਾਲੇ ਬਾਂਦਰ ਵਰਗੇ ਸਾਡੇ ਪੂਰਵਜ, ਉਹਨਾਂ ਨੂੰ ਕਹਿੰਦੇ ਅਸੀਂ ਆਸਟ੍ਰੇਲੋਪਿਥੇਕਸ। ਪਿਥੇਕਸ ਮਤਲਬ ਬਾਂਦਰ ਵਰਗੇ। ਹੁਣ ਜੇ ਆਪਾਂ ਇਸ ਗੱਲ ਨੂੰ ਇੱਥੇ ਲਿਆਏ ਵੀ ਇਸ ਤਰ੍ਹਾਂ ਦੇ ਸਾਡੇ ਅਫਰੀਕਾ ਦੇ ਜੰਗਲਾਂ 'ਚ ਐਨਸੈਸਟਰ ਪਾਏ ਜਾਂਦੇ ਸੀ ਜਿਹੜੇ ਦਿੱਖ ਵਜੋਂ ਦਾ ਚਿਹਰਾ ਬਾਂਦਰਾਂ ਵਰਗਾ ਸੀ, ਤਾਂ ਉਹ ਸਾਨੂੰ ਬਹੁਤ ਕੁਝ ਸਪਸ਼ਟ ਹੋ ਜਾਂਦਾ। ਉਹ ਦੋ ਪੈਰਾਂ ਤੇ ਤੁਰ ਸਕਦੇ ਸੀ। ਦੋ ਪੈਰਾਂ ਤੇ ਤੁਰਨਾ ਕੋਈ ਵੱਡੀ ਗੱਲ ਨਹੀਂ ਹੈਗੀ, ਬਾਂਦਰ ਵੀ ਤੁਰ ਲੈਂਦੇ ਨੇ। ਮਦਾਰੀ ਉਹਨਾਂ ਨੂੰ ਪਿੰਡਾਂ 'ਚ ਲੈ ਕੇ ਆਉਂਦੇ ਨੇ, ਉਹ ਦੋ ਪੈਰਾਂ ਤੇ ਤੁਰਦੇ ਨੇ। ਚਿੰਪੈਂਜੀ ਦੋ ਪੈਰਾਂ ਤੇ ਤੁਰਦਾ, ਗੁਰੀਲਾ ਦੋ ਪੈਰਾਂ ਤੇ ਤੁਰਦਾ, ਔਰੰਗੂਟਾਨ ਵੀ ਦੋ ਪੈਰਾਂ ਤੇ ਤੁਰਦਾ। ਤਾਂ ਸਾਡਾ ਉਹ ਪੂਰਵਜ ਵੀ ਦੋ ਪੈਰਾਂ ਤੇ ਤੁਰਦਾ ਸੀ। ਪਰ ਇਹ ਗੱਲ ਇੱਥੇ ਥੋੜੀ ਜਿਹੀ ਫਰਕ ਇਹ ਆ ਕਿ ਉਹ ਚਾਰ ਪੈਰਾਂ ਤੇ ਵੀ ਤੁਰਦੇ ਸੀ, ਕਿਉਂਕਿ ਬਾਕੀ ਸਾਰੇ ਚਾਰ ਪੈਰਾਂ ਤੇ ਤੁਰਦੇ ਨੇ, ਪ੍ਰੋਮੀਨੈਂਟਲੀ ਉਹ ਚਾਰ ਪੈਰਾਂ ਤੇ ਨੇ। ਤਾਂ ਸਾਡਾ ਪੂਰਵਜ ਚਾਰ ਪੈਰਾਂ ਤੇ ਨਹੀਂ ਤੁਰਦਾ ਸੀ, ਇਹ ਫਰਕ ਹੈ। ਕਦੇ ਵੀ ਨਹੀਂ ਤੁਰਿਆ। ਪਹਿਲਾਂ ਆਰਡੀਪਿਥੇਕਸ ਮੰਨਿਆ ਜਾਂਦਾ ਵੀ ਤੁਰਦਾ ਸੀ। ਜਿਹੜੇ ਆਸਟ੍ਰੇਲੋਪਿਥੇਕਸ ਨੇ ਇਹਨਾਂ ਨੂੰ ਕਹਿੰਦੇ ਵੀ ਇਹ ਬਾਈਪੈਡਲਿਜ਼ਮ ਮਤਲਬ ਦੋ ਪੈਰਾਂ ਤੇ ਤੁਰਨ ਵਾਲੇ ਪਿਓਰ ਆਰਗੇਨਿਜ਼ਮ ਸੀਗੇ ਇਹ। ਹੁਣ ਸਾਨੂੰ ਇਹ ਕਿਵੇਂ ਪਤਾ ਲੱਗਿਆ ਵੀ ਇਹ ਦੋ ਪੈਰਾਂ ਤੇ ਇਹੀ ਨੇ ਜਿਹੜੇ ਉਹ ਤੁਰਦੇ ਸੀ? ਜਿਹੜੀ ਇਹਨਾਂ ਦੀ ਸਰੀਰਕ ਦਿੱਖ ਹੈ, ਇਹ 4 ਫੁੱਟ ਇਹਨਾਂ ਦੀ ਹਾਈਟ ਅਤੇ ਬਾਂਦਰ ਵਰਗਾ ਮੂੰਹ ਹੈ ਨਾ, ਜਵਾੜੇ ਵੱਡੇ, ਕਿਉਂਕਿ ਇਹ ਖਾਣਾ ਕੱਚਾ ਖਾਂਦੇ ਨੇ, ਆਪਾਂ ਪਕਾ ਕੇ ਖਾਂਦੇ ਹਾਂ। ਜਵਾੜਿਆਂ ਦਾ ਸਾਈਜ਼ ਘਟ ਗਿਆ। ਦਿਮਾਗ ਦਾ ਸਾਈਜ਼ ਛੋਟਾ ਸੀਗਾ, 350 ਸੀਸੀ। ਮੂੰਹ ਵੱਡਾ ਸੀਗਾ, ਦਿਮਾਗ ਛੋਟਾ ਸੀ। ਤੇ ਹੱਥ ਪੈਰ ਹੈ ਨਾ ਝੂਲਣੇ ਵਾਲੇ, ਲੱਤਾਂ ਤੇ ਦੋ ਪੈਰਾਂ ਤੇ ਤੁਰਨ ਵਾਲੇ। ਹੁਣ ਸਾਨੂੰ ਕਿਵੇਂ ਪਤਾ ਲੱਗਿਆ ਦੋ ਪੈਰਾਂ ਤੇ ਤੁਰਦੇ ਨੇ? ਅਫਰੀਕਾ ਦੇ ਜੰਗਲਾਂ 'ਚ ਜਦੋਂ ਸਾਨੂੰ ਇਹਨਾਂ ਦੇ ਪਥਰਾਟ ਮਿਲੇ, ਉਹਨਾਂ ਦੀਆਂ ਜਿਹੜੀਆਂ ਹੱਡੀਆਂ ਨੇ, ਜਿਵੇਂ ਆਪਾਂ ਕਹਾਂਗੇ ਵੀ ਜੁਆਇੰਟ ਕਿਹੋ ਜਿਹਾ ਹੋਊਗਾ, ਲੱਕ ਦਾ, ਗੋਡਿਆਂ ਦਾ, ਅੱਡੀ ਦਾ, ਉਦੋਂ ਪਤਾ ਲੱਗ ਜੂਗਾ। ਜੇ ਕੋਈ ਜੀਵ ਚਾਰ ਪੈਰਾਂ ਤੇ ਤੁਰਦਾ ਤਾਂ ਉਹਨਾਂ ਦਾ ਗੋਡਾ ਅਲੱਗ ਤਰ੍ਹਾਂ ਦਾ ਹੋਊਗਾ, ਅੱਡੀ ਅੱਡ ਤਰ੍ਹਾਂ ਦੀ ਹੋਊਗੀ, ਲੱਕ ਦਾ ਜੁਆਇੰਟ ਅੱਡ ਤਰ੍ਹਾਂ ਦਾ ਹੋਊਗਾ। ਤਾਂ ਸਾਡੇ ਪੂਰਵਜ ਜਿਹੜੇ ਇਹ ਆਸਟ੍ਰੇਲੋਪਿਥੇਕਸ ਸਾਨੂੰ ਮਿਲਿਆ, ਇਹਦੇ ਤਿੰਨੇ ਜੁਆਇੰਟ ਸਾਡੇ ਵਰਗੇ ਨੇ, ਉਹਨਾਂ ਵਰਗੇ ਨਹੀਂ ਹੈਗੇ ਜਿਹੜੇ ਚਾਰ ਪੈਰਾਂ ਤੇ ਤੁਰਦੇ ਨੇ। ਤਾਂ ਇਹਦੇ ਤੋਂ ਸਾਨੂੰ ਇੱਕ ਤਾਂ ਇਹ ਸਬੂਤ ਮਿਲਿਆ। ਦੂਜਾ ਫਿਰ ਜਦੋਂ ਆਪਾਂ ਕਹਿੰਦੇ ਸਾਡੀ ਖੋਪੜੀ ਮੋਢਿਆਂ ਤੇ ਟਿਕੀ ਹੋਈ ਆ, ਗਰਦਨ ਤੇ। ਹੁਣ ਜਿਵੇਂ ਆਪਾਂ ਕੁੱਤੇ ਦੀ ਉਦਾਹਰਨ ਲੈਂਦੇ ਆ, ਕੁੱਤਾ ਚਾਰ ਪੈਰਾਂ ਤੇ ਤੁਰਦਾ ਤੇ ਉਹਦਾ ਮੂੰਹ ਸਾਹਮਣੇ ਵੱਲ ਨੂੰ ਹੁੰਦਾ ਹੈ, ਤਾਂ ਉਹਦੀ ਰੀੜ੍ਹ ਦੀ ਹੱਡੀ ਦੀ ਸੇਧ ਵਿੱਚ ਉਹਦੀ ਖੋਪੜੀ ਹੈ। ਸਾਡੇ ਪਰਪੈਂਡੀਕੂਲਰ ਹੈ, ਰੀੜ੍ਹ ਦੀ ਹੱਡੀ ਸਾਡੀ ਐਦਾਂ, ਮੂੰਹ ਸਾਡਾ 90 ਡਿਗਰੀ ਤੇ। ਕੁੱਤੇ ਜਾਂ ਹੋਰ ਬਾਕੀ ਸਾਰੇ ਮੱਝਾਂ ਗਾਵਾਂ, ਉਹਨਾਂ 'ਚ ਰੀੜ੍ਹ ਦੀ ਹੱਡੀ ਦੇ ਪੈਰਲਲ ਉਹਨਾਂ ਦਾ ਮੂੰਹ। ਤਾਂ ਇੱਥੋਂ ਸਾਨੂੰ ਪਤਾ ਲੱਗ ਜਾਂਦਾ ਜਦੋਂ ਸਾਨੂੰ ਇਸ ਤਰ੍ਹਾਂ ਦੀ ਕੋਈ ਖੋਪੜੀ ਲੱਭ ਜਾਵੇ ਵੀ ਇਹ ਦੋ ਪੈਰਾਂ ਵਾਲਿਆਂ ਦੀ ਆ, ਕਿਉਂਕਿ ਇਹ ਸਿੱਧੇ ਖੜੇ ਨੇ। ਸਿੱਧਾ ਖੜਨ ਵਾਲਾ ਮਤਲਬ ਦੋ ਪੈਰਾਂ ਤੇ ਤੁਰਨ ਵਾਲਾ। ਹੁਣ ਇਹ ਦੋ ਪੈਰਾਂ ਤੇ ਤੁਰਨ ਦੀ ਲੋੜ ਕਿਉਂ ਪਈ? ਜਦੋਂ ਆਪਾਂ ਪਿਛਲੇ ਘਟਨਾਕ੍ਰਮ 'ਚ ਗੱਲ ਕਰਕੇ ਆਏ ਆ ਵੀ ਅਫਰੀਕਾ ਦੇ ਵਿੱਚ ਇੱਕ ਦਰਾਰ ਫਟ ਜਾਂਦੀ ਆ, ਉੱਥੋਂ ਮਾਨਸੂਨ ਦੀ ਤਬਦੀਲੀ ਆ ਜਾਂਦੀ ਆ, ਅਫਰੀਕਾ ਦੇ ਜੰਗਲ ਖਤਮ ਹੋ ਜਾਂਦੇ ਨੇ। ਅਫਰੀਕਾ ਦੇ ਜੰਗਲਾਂ 'ਚ ਗੁਰੀਲੇ, ਚਿੰਪੈਂਜੀ, ਔਰੰਗੂਟਾਨ, ਬਾਂਦਰ ਤੇ ਮਨੁੱਖਾਂ ਦੇ ਆਸਟ੍ਰੇਲੋਪਿਥੇਕਸ ਪੂਰਵਜ, ਇਹ ਸਾਰੇ ਰਹਿੰਦੇ ਸੀ। ਜਿੱਥੇ ਜਿੱਥੇ ਵੀ ਇਹਨਾਂ ਦਾ ਕਾਰਜ ਖੇਤਰ ਬਣਦਾ ਸੀ, ਜੰਗਲ ਖਤਮ ਹੋਣੇ ਸ਼ੁਰੂ ਹੋ ਗਏ। ਜਿੰਨੇ ਕੁ ਬਚੇ ਖੁਚੇ ਅੱਜ ਅਫਰੀਕਾ ਦੇ ਜੰਗਲ ਰਹਿ ਗਏ, ਉਹਨਾਂ ਤੇ ਕਿਹਨਾਂ ਦਾ ਕਬਜ਼ਾ? ਉੱਥੇ ਗੁਰੀਲੇ ਨੇ, ਉੱਥੇ ਔਰੰਗੂਟਾਨ ਨੇ, ਉੱਥੇ ਸਾਡੇ ਵਾਲੇ ਨੇ। ਇਹ ਪੂਰਵਜ ਰਹਿ ਨਹੀਂ ਸਕਦੇ ਸੀ, ਉਹ ਸ਼ਿਕਾਰ ਕਰ ਲੈਣਗੇ ਇਹਨਾਂ ਦਾ, ਕਿਉਂਕਿ ਉਹ ਮਾਸ ਵੀ ਖਾਂਦੇ ਨੇ। ਫਿਰ ਇਹਦੀ ਮਜਬੂਰੀ ਬਣਦੀ ਹੈ ਇਹਨਾਂ ਦੀ ਵੀ ਇਹ ਜੰਗਲਾਂ 'ਚੋਂ ਨਿਕਲ ਕੇ ਘਾਹ ਦੇ ਮੈਦਾਨਾਂ 'ਚ ਆਉਣ। ਜਿੱਥੇ ਜੰਗਲ ਖਤਮ ਹੋ ਗਏ ਉੱਥੇ ਘਾਹ ਹੈ,
ਹੁਣ ਆਪਾਂ ਇਹ ਜੇ ਤੁਸੀਂ ਕਦੇ ਇਸ ਤਰ੍ਹਾਂ ਦਾ ਆਬਜ਼ਰਵੇਸ਼ਨ ਕੀਤੀ ਹੋਵੇ, ਜਿੱਥੇ ਸਭ ਤੋਂ ਵੱਧ ਅੱਗ ਲੱਗਦੀ ਹੋਵੇ ਜਾਂ ਜੰਗਲ ਖਤਮ ਹੁੰਦੇ ਹੋਣ, ਦਰਖਤਾਂ ਦੀ ਟੈਂਡੈਂਸੀ ਨਾ ਹੋਵੇ ਵਧਣ ਦੀ, ਉੱਥੇ ਜ਼ਿਆਦਾਤਰ ਘਾਹ ਦੇ ਮੈਦਾਨ ਹੁੰਦੇ ਨੇ। ਆਪਾਂ ਦਰਿਆਵਾਂ ਦੇ ਕੰਢੇ ਚਲੇ ਜਾਂਦੇ ਹਾਂ, ਉੱਚੀ ਉੱਚੀ ਘਾਹ ਹੁੰਦੀ ਹੈ। ਹੁਣ ਇਸ ਉੱਚੀ ਉੱਚੀ ਘਾਹ ਦੇ ਵਿੱਚ ਜਿਹੜੇ ਇਹ ਸਾਡੇ ਪੂਰਵਜ ਰਹਿ ਰਹੇ ਸੀਗੇ, ਇਹ 4 ਪੈਰਾਂ ਤੇ ਜਿਉਂ ਨਹੀਂ ਸਕਦੇ ਸੀ। ਇਹਨਾਂ ਨੂੰ ਦੇਖਣਾ ਪੈਂਦਾ ਸੀ ਆਲੇ ਦੁਆਲੇ ਖਤਰਾ ਤਾਂ ਨਹੀਂ ਹੈਗਾ ਕੋਈ, ਤਾਂ ਇਹ ਸਾਰੀ ਇਹਦੀ ਪ੍ਰਕਿਰਿਆ ਸੀ 2 ਪੈਰਾਂ ਤੇ ਤੁਰਨ ਦੀ। ਹੁਣ ਇਹਦੇ ਵਿੱਚੋਂ ਇਹ ਸਾਡੇ ਜਿਹੜੇ ਜਿਵੇਂ ਫਰੈਡਰਿਕ ਐਂਗਲਜ਼ ਆਪਣੀ ਕਿਤਾਬ ਉਹਦੀ ਮਨੁੱਖ ਦਾ ਜਿਹੜਾ ਵਿਕਾਸ ਹੋਇਆ ਚ ਕਿਰਤ ਦਾ ਯੋਗਦਾਨ, ਉਹ ਫਿਰ ਉਹ ਲਿਖਦਾ ਵੀ ਜਦੋਂ ਮਨੁੱਖ ਨੇ 2 ਪੈਰਾਂ ਤੇ ਸ਼ੁਰੂ ਕਰਿਆ ਤੁਰਨਾ, ਉਹਦੇ ਹੱਥ ਆਜ਼ਾਦ ਹੋ ਗਏ। ਹੁਣ ਇਹਨਾਂ ਹੱਥਾਂ ਦੀ ਵਰਤੋਂ ਪਹਿਲਾਂ ਵੀ ਅਸੀਂ ਕਰਦੇ ਆ, ਬਾਂਦਰ ਵੀ ਕਰਦੇ ਨੇ, ਚਿੰਪੈਂਜੀ ਵੀ ਕਰਦੇ ਨੇ, ਗੁਰੀਲੇ ਵੀ ਕਰਦੇ ਨੇ। ਮਤਲਬ ਜੋ ਸਾਨੂੰ ਮਿਲ ਰਿਹਾ ਉਹ ਲਗਾਤਾਰਤਾ ਚੋਂ ਮਿਲ ਰਿਹਾ। ਹੁਣ ਬਾਂਦਰ ਕੀ ਕਰਦੇ ਨੇ, ਉਹਨਾਂ ਨੂੰ ਜੇ ਅਖਰੋਟ ਦੇ ਦਈਏ, ਉਹ ਅਖਰੋਟ ਫੜਨਗੇ ਤੇ ਪੱਥਰ ਨਾਲ ਭੰਨ ਕੇ ਖਾਣਗੇ। ਮਤਲਬ ਹੱਥਾਂ ਦੀ ਵਰਤੋਂ ਕਰਨੀ। ਚਿੰਪੈਂਜੀ ਵੀ ਕਰ ਲੈਂਦੇ ਨੇ, ਗੁਰੀਲੇ ਵੀ ਕਰ ਲੈਂਦੇ ਨੇ, ਮਨੁੱਖ ਨੇ ਵੀ ਕਰਨੀ ਸ਼ੁਰੂ ਕੀਤੀ। ਹੁਣ ਮਨੁੱਖ ਜਦੋਂ ਜੰਗਲਾਂ 'ਚ ਆ ਗਿਆ, ਸਮੂਹ ਦੇ ਵਿੱਚ ਰਹਿ ਰਿਹਾ, ਉਹ ਇਹ ਜਿਹੜਾ ਮਨੁੱਖ ਨਹੀਂ, ਉਹ ਜਿਹੜਾ ਇੱਕ ਤਰ੍ਹਾਂ ਦਾ ਪਸ਼ੂ ਆ ਆਸਟ੍ਰੇਲੋਪਿਥੇਕਸ, ਉਹ ਆਪਣੇ ਹੱਥਾਂ ਦੀ ਵਰਤੋਂ ਕਰ ਰਿਹਾ। ਹੱਥ ਨਾਲ ਕੋਈ ਡੰਡਾ, ਕੋਈ ਹੱਡੀ ਜਾਂ ਪੱਥਰ, ਉਹਦੇ ਨਾਲ ਉਹ ਖੁਦ ਸ਼ਿਕਾਰ ਨਹੀਂ ਕਰ ਸਕਦਾ। ਬਹੁਤ ਕਮਜ਼ੋਰ ਜੀਵ ਆ ਉਹ, ਨਾ ਉਹਦੇ ਤਿੱਖੇ ਦੰਦ ਨੇ, ਨਾ ਉਹਦੇ ਨੌਂਦਰਾਂ ਨੇ। ਹੁਣ ਤੁਸੀਂ ਇਹ ਸੋਚੋ ਵੀ ਇਹ ਜਿਹੜੇ ਆਪਣੇ ਬਾਂਦਰ ਨੇ, ਇਹ ਜੰਗਲ 'ਚ ਚਲੇ ਜਾਣ ਅਫਰੀਕਾ ਦੇ, ਵੀ ਇਹ ਕਿਸੇ ਵੀ ਜਾਨਵਰ ਮੂਹਰੇ ਤਾਕਤਵਰ ਨਹੀਂ ਹੈਗੇ। ਉਹੀ ਸਾਡੇ ਨਾਲ ਸੀ। ਜਾਣੀ ਇੱਕ ਗੱਲ ਇਹ ਵੀ ਆ ਵੀ ਮਨੁੱਖ ਕੋਲੇ ਆਪਣਾ ਉਵੇਂ ਕੋਈ ਹਥਿਆਰ ਨਹੀਂ ਸੀ, ਉਹਨੂੰ ਪੈਦਾ ਕਰਨੇ ਪਏ। ਉਹਦੇ ਹਥਿਆਰ ਉਹਦੇ ਹੱਥ ਬਣੇ ਆ ਵੀ ਉਹ ਇਹ 'ਚ ਅੰਗੂਠੇ ਦਾ ਵੀ ਕਹਿੰਦੇ ਯੋਗਦਾਨ ਬਹੁਤ ਆ। ਇਹਦੇ 'ਚ ਇੱਕ ਥੋੜੀ ਜਿਹੀ ਗਲਤ ਧਾਰਨਾਵਾਂ ਚੱਲਦੀਆਂ ਨੇ ਵੀ ਮਨੁੱਖ ਦਾ ਅੰਗੂਠਾ ਬਾਅਦ ਚੋਂ ਇਹ ਸੈਪਰੇਟ ਹੋਇਆ ਤੇ ਫੜਨ ਦੇ ਲਈ ਕਾਬਲ ਹੋਇਆ। ਇਹ ਹੈਗੀ ਇਹ ਧਾਰਨਾ। ਹਾਂ, ਇਹ ਧਾਰਨਾ ਥੋੜੀ ਜਿਹੀ ਗੈਰ ਵਿਗਿਆਨਿਕਤਾ ਵੱਲ ਚਲੀ ਜਾਂਦੀ ਹੈ। ਜਦੋਂ ਹੁਣ ਮੈਂ ਆਪਾਂ ਗੱਲ ਕਰਕੇ ਹਟਿਆ ਵੀ ਸਾਡੇ ਪੂਰਵਜ ਦਰਖਤਾਂ ਤੇ ਰਹਿੰਦੇ ਨੇ, ਤਾਂ ਉਹ ਟਾਹਣੀ ਫੜਦੇ ਨੇ। ਜਦੋਂ ਦਰਖਤਾਂ ਤੇ ਰਹਿਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ, ਟਾਹਣੀ ਫੜਨ ਦੇ ਲਈ ਅੰਗੂਠਾ ਪਹਿਲਾਂ ਹੀ ਅੱਡ ਸੀ ਉਂਗਲੀਆਂ ਨਾਲ, ਬਾਕੀ ਉਂਗਲੀਆਂ ਨੂੰ ਛੂਹ ਸਕਦਾ ਸੀ। ਤਾਂ ਇਹ ਸਾਨੂੰ ਵਿਰਾਸਤ ਦੇ ਵਿੱਚ ਮਿਲਿਆ ਅੰਗੂਠਾ, ਅਸੀਂ ਇਹਨੂੰ ਵਰਤਣਾ ਸਿੱਖਿਆ। ਸਾਡੇ 'ਚ ਇਹ ਅਲੱਗ ਤੋਂ ਨਵੀਂ ਚੀਜ਼ ਨਹੀਂ ਪੈਦਾ ਹੋਈ। ਹੁਣ ਆਪਾਂ ਕਹਿੰਦੇ ਵੀ ਚਲੋ ਆਪਾਂ ਇੱਧਰ ਆਉਂਦੇ ਹਾਂ ਵੀ ਉਹ ਜਿਹੜੇ ਸਾਡੇ ਪੂਰਵਜ ਸੀਗੇ, ਉਹ ਸ਼ਿਕਾਰ ਖੁਦ ਨਹੀਂ ਕਰ ਸਕਦੇ ਸੀ, ਪਰ ਉਹ ਹੋਰਾਂ ਜੀਵਾਂ ਦਾ ਬਚਿਆ ਖੁਚਿਆ ਖਾ ਲੈਂਦੇ ਸੀ। ਹੱਡੀਆਂ, ਹੁਣ ਜਿਵੇਂ ਸ਼ੇਰ ਸ਼ਿਕਾਰ ਨੂੰ ਮਾਰ ਕੇ ਖਾ ਕੇ ਤੁਰ ਗਿਆ, ਪਿੱਛੇ ਹੱਡੀਆਂ ਪਈਆਂ ਹੋਈਆਂ ਨੇ, ਹੱਡੀਆਂ ਭੰਨ ਕੇ ਖਾਂਦੇ ਸੀ ਉਹ। ਹੱਡੀਆਂ ਦੇ ਵਿੱਚ ਬੋਨ ਮੈਰੋ ਹੁੰਦੀ ਆ, ਬੋਨ ਮੈਰੋ ਬਹੁਤ એનર્ਜੀ ਦਿੰਦੀ ਆ, ਤਾਂ ਉਹ ਕੀ ਕਰਦੇ ਸੀ, ਪੱਥਰਾਂ ਨਾਲ ਹੱਡੀਆਂ ਭੰਨ ਲੈਣੀਆਂ। ਹੁਣ ਇਹ ਇਸ ਜੱਦੋ ਜਹਿਦ ਦੇ ਵਿੱਚ, ਇਸ ਪ੍ਰਕਿਰਿਆ ਦੇ ਵਿੱਚ ਕੀ ਹੋਇਆ ਵੀ ਮਨੁੱਖ ਦਾ ਜਿਹੜਾ ਇਹਨੂੰ ਕਹਿੰਦੇ ਸਟਿਮੂਲੈਂਟ ਐਂਡ ਰਿਸਪੌਂਸ, ਜਿਹੜੀ ਦਿਮਾਗ ਦੀ ਵਿਕਾਸ ਹੁੰਦਾ, ਦਿਮਾਗ ਡਿਵੈਲਪ ਹੁੰਦਾ, ਉਹ ਸਟਿਮੂਲੈਂਟ ਤੇ ਰਿਸਪੌਂਸ ਦੀ ਫਾਰਮ 'ਚ ਹੁੰਦਾ। ਹੁਣ ਇਸ ਪ੍ਰਕਿਰਿਆ 'ਚ ਮਨੁੱਖ ਦੇ ਦਿਮਾਗ ਨੂੰ ਸਟਿਮੂਲੈਂਟ ਮਿਲਿਆ ਵੀ ਜਿਹੜੀਆਂ ਚੀਜ਼ਾਂ ਨੂੰ ਅਸੀਂ ਵਰਤ ਰਹੇ ਹਾਂ ਵੀ ਇਹ ਸੁਧਾਰੀਆਂ ਜਾ ਸਕਦੀਆਂ ਨੇ। ਕੁਦਰਤੀ ਤੌਰ ਤੇ ਤੁਸੀਂ ਪੱਥਰ ਚੱਕਿਆ ਤੇ ਉਹਦੇ ਨਾਲ ਹੱਡੀ ਭੰਨ ਲਈ। ਕਿਸ ਤਰ੍ਹਾਂ ਦਾ ਪੱਥਰ ਸਭ ਤੋਂ ਵਧੀਆ? ਨੁਕੀਲਾ ਸਭ ਤੋਂ ਵਧੀਆ। ਨੁਕੀਲੇ ਸਾਨੂੰ ਕੁਦਰਤ ਦੇ ਵਿੱਚੋਂ 10 ਚੋਂ 1 ਮਿਲ ਰਿਹਾ, ਫਿਰ ਅਸੀਂ ਨੁਕੀਲੇ ਖੁਦ ਬਣਾਈਏ। ਜੇ ਕੁਦਰਤ ਦੇ ਵਿੱਚ ਸਭ ਤੋਂ ਵਧੀਆ ਪੱਥਰ ਉਹ ਨੇ ਜਿਹੜੇ ਨੁਕੀਲੇ ਨੇ, ਜਿਨ੍ਹਾਂ ਨਾਲ ਹੱਡੀ ਭੰਨੀ ਜਾ ਸਕਦੀ ਹੈ, ਫਿਰ ਬਾਕੀਆਂ ਨੂੰ ਵੀ ਨੁਕੀਲੇ ਕਰ ਲਈਏ। ਇਹ 'ਚੋਂ ਉਹ ਪੱਥਰਾਂ ਨੂੰ ਤਰਾਸ਼ਣਾ ਸ਼ੁਰੂ ਕਰਦੇ ਨੇ। ਪੱਥਰਾਂ ਨੂੰ ਤਰਾਸ਼ਣ ਦੇ ਪ੍ਰੋਸੈਸ 'ਚੋਂ ਅੱਗ ਦੀ ਉਤਪਤੀ ਹੋ ਜਾਂਦੀ ਹੈ। ਉਹ ਫਿਰ ਲਗਭਗ ਹੁਣ ਜਿਹੜੀ ਆਪਾਂ ਇਹ ਗੱਲ ਕਰ ਰਹੇ ਹਾਂ ਆਸਟ੍ਰੇਲੋਪਿਥੇਕਸ ਦੀ, ਇਹ ਆਇਆ ਸੀਗਾ 24 ਲੱਖ ਸਾਲ ਪਹਿਲਾਂ ਅਫਰੀਕਾ ਦੇ ਜੰਗਲਾਂ 'ਚ। 24 ਤੋਂ 22 ਲੱਖ ਸਾਲ ਪਹਿਲਾਂ ਦਾ ਸਮਾਂ ਮੰਨਿਆ ਜਾਂਦਾ। ਇਹ ਪ੍ਰਜਾਤੀ ਨੇ 7-8 ਲੱਖ ਸਾਲ ਧਰਤੀ ਤੇ ਆਪਣਾ ਜਿਹੜਾ ਜੀਵਨ ਬਤੀਤ ਕੀਤਾ ਅਫਰੀਕਾ ਦੇ ਜੰਗਲਾਂ 'ਚ। ਇਹ ਤੋਂ ਅਗਲੀ ਪ੍ਰਜਾਤੀ ਵਿਕਸਿਤ ਹੋਈ ਹੋਮੋ ਹੈਬਿਲਸ। ਹੁਣ ਹੋਮੋ ਅਸੀਂ ਆ, ਹੋਮੋ ਸੈਪੀਅਨ। ਅਸੀਂ ਜਿਹੜੇ ਸਾਨੂੰ ਪਥਰਾਟ ਮਿਲੇ, ਉਹਨਾਂ 'ਚੋਂ ਕਿਸੇ ਪ੍ਰਜਾਤੀ ਨੂੰ ਜਾਂ ਆਪਦਾ ਨਾਮ ਦਿੱਤਾ, ਉਹ ਹੋਮੋ ਹੈਬਿਲਸ ਆ। ਹੁਣ ਹੋਮੋ ਹੈਬਿਲਸ ਨੂੰ ਅਸੀਂ ਆਪਦਾ ਨਾਮ ਕਿਉਂ ਦਿੱਤਾ? ਜਦੋਂ ਸਾਨੂੰ ਉਹਦੇ ਪਥਰਾਟ ਮਿਲੇ, ਉਹਦਾ ਜਦੋਂ ਅਸੀਂ ਉਹਦੇ ਤੇ ਮਾਡਲਿੰਗ ਕੀਤੀ, ਜਿਵੇਂ ਮਾਡਲਿੰਗ ਕੀ ਹੁੰਦੀ ਆ, ਸਾਨੂੰ ਇੱਕ ਸਕਲ ਮਿਲ ਗਈ ਆਸਟ੍ਰੇਲੋਪਿਥੇਕਸ ਦੀ। ਉਹਦੇ ਤੇ ਬਹੁਤ ਸਾਰੇ ਐਕਸਪਰਟ ਕੀ ਕਰਦੇ ਨੇ, ਉਹਦੀਆਂ ਹੱਡੀਆਂ ਦੇ ਉੱਤੇ ਮਸਲ ਬਣਾਉਂਦੇ ਨੇ ਵੀ ਇਹਦੀ ਆਹ ਹੱਡੀ ਆਹ ਮਸਲ ਨਾਲ ਐਂ ਜੁੜੀ ਹੋਊਗੀ। ਵਿਗਿਆਨ ਆ, ਅੱਡ ਤੋਂ ਵਿਗਿਆਨ ਆ ਇਹ। ਫਿਰ ਉਹਦੇ ਉੱਤੇ ਚਮੜੀ ਲਾਈ ਜਾਂਦੀ ਆ ਉਹਨਾਂ ਮਾਸਪੇਸ਼ੀਆਂ ਤੇ। ਅਖੀਰ ਨੂੰ ਉਹ ਚਿਹਰਾ ਉੱਭਰਿਆ ਹੁੰਦਾ ਵੀ ਉਹ ਹੱਡੀ ਉੱਤੇ ਚਿਹਰਾ ਕਿਹੋ ਜਿਹਾ ਹੋਊਗਾ। ਹੁਣ ਜਿਹੜਾ ਇਹ ਹੋਮੋ ਹੈਬਿਲਸ ਨੂੰ ਜਦੋਂ ਸਾਨੂੰ ਇਹਦੇ ਪਥਰਾਟ ਲੱਭੇ, ਇਹਦਾ ਚਿਹਰਾ ਸਾਡੇ ਵਰਗਾ ਸੀ, ਬਾਂਦਰਾਂ ਵਰਗਾ ਨਹੀਂ ਸੀ। ਇਹਦੇ ਜਿਹੜੇ ਸਰੀਰਕ ਢਾਂਚਾ ਸੀ ਉਹ ਲਗਭਗ ਸਾਡੇ ਵਰਗਾ ਸੀ ਬਹੁਤ ਹੱਦ ਤੱਕ। ਸਭ ਤੋਂ ਵੱਡੀ ਗੱਲ, ਜਿੱਥੇ ਜਿੱਥੇ ਸਾਨੂੰ ਹੋਮੋ ਹੈਬਿਲਸ ਦੇ ਪਥਰਾਟ ਮਿਲੇ, ਉੱਥੇ ਸਾਨੂੰ ਤਰਾਸ਼ੇ ਹੋਏ ਪੱਥਰ ਮਿਲੇ। ਜਿੰਨੀ ਵਾਰ ਵੀ ਸਾਨੂੰ ਆਸਟ੍ਰੇਲੋਪਿਥੇਕਸ ਦੇ ਪਥਰਾਟ ਮਿਲੇ ਨੇ, ਉੱਥੇ ਸਾਨੂੰ ਤਰਾਸ਼ੇ ਹੋਏ ਪੱਥਰ ਨਹੀਂ ਮਿਲਦੇ, ਉੱਥੇ ਸਾਨੂੰ ਪੱਥਰ ਮਿਲਦੇ ਨੇ, ਕੁਦਰਤੀ ਪੱਥਰ ਮਿਲਦੇ ਨੇ। ਤਾਂ ਮਤਲਬ ਇਹ ਇੱਕ ਵੱਡੀ ਉਛਾਲ ਹੈ, ਇੱਕ ਸਟੈਪ ਹੈ ਵੀ ਪੱਥਰਾਂ ਨੂੰ ਹੂਬਹੂ ਉਵੇਂ ਵਰਤਣਾ ਜਿਵੇਂ ਕੁਦਰਤ ਨੇ ਦੇਤੇ, ਫਿਰ ਪੱਥਰਾਂ ਨੂੰ ਆਪਦੇ ਹਿਸਾਬ ਨਾਲ ਤਬਦੀਲ ਕਰਨਾ। ਇੱਥੋਂ ਫਿਰ ਮਨੁੱਖ ਸ਼ੁਰੂ ਹੋ ਜਾਂਦਾ।
ਇਹ ਸੁਚੇਤ ਪ੍ਰਕਿਰਿਆ, ਇਹਨੂੰ ਆਪਾਂ ਕਹਿੰਦੇ ਆ ਵੀ ਚੇਤਨਾ ਦੀ ਉਤਪਤੀ, ਕੌਨਸ਼ੀਅਸਨੈਸ। ਵੀ ਹੁਣ ਮਨੁੱਖ ਦੇ ਦਿਮਾਗ 'ਚ ਸੰਕਲਪ ਬਣਿਆ, ਤੁਸੀਂ ਟੋਆ ਪੱਟਣਾ, ਤੁਸੀਂ ਕੀ ਲੈ ਕੇ ਜਾਓਗੇ, ਦਾਤੀ ਜਾਂ ਕਹੀ? ਅਸੀਂ ਕਹੀ ਲੈ ਕੇ ਜਾਵਾਂਗੇ। ਮਤਲਬ ਜੋ ਮੈਂ ਕਾਰਜ ਕਰਨਾ ਉਹਦਾ ਮੇਰੇ ਦਿਮਾਗ ਦੇ ਵਿੱਚ ਸੰਕਲਪ ਬਣੂਗਾ, ਫਿਰ ਉਹਦੇ ਹਿਸਾਬ ਨਾਲ ਮੈਂ ਸੰਦ ਦੀ ਚੋਣ ਕਰੂੰਗਾ ਵੀ ਕਿਹੜਾ ਔਜ਼ਾਰ ਇਹਦੇ ਲਈ ਬੈਸਟ ਹੈ। ਤਾਂ ਹੋਮੋ ਹੈਬਿਲਸ ਦੇ ਸਾਨੂੰ ਜਦੋਂ ਪਥਰਾਟ ਮਿਲਦੇ ਨੇ, ਉਹਨਾਂ ਦੇ ਸਾਨੂੰ ਪਥਰਾਟਾਂ ਦੇ ਨਾਲ 10 ਤਰ੍ਹਾਂ ਦੇ ਅੱਡ-ਅੱਡ ਪੱਥਰ ਮਿਲਦੇ ਨੇ ਤਰਾਸ਼ੇ ਹੋਏ। ਕੋਈ ਚਮੜੀ ਨੂੰ ਉਖੇੜਨੇ ਵਾਲੇ, ਕੋਈ ਹੱਡੀ ਤੋੜਨੇ ਵਾਲੇ, ਸਿਲਾਈ ਕਰਨੇ ਵਾਲੇ, ਕਿਸੇ ਵੀ ਤਰ੍ਹਾਂ ਦੇ। ਤਾਂ ਅਸੀਂ ਫਿਰ ਉਹਨਾਂ ਨੂੰ ਆਪਦੇ ਮੰਨਦੇ ਆ ਵੀ ਹੁਣ ਇਹ ਪਸ਼ੂ ਜਗਤ ਤੋਂ ਅੱਡ ਹੋਏ ਹੋਏ ਮਨੁੱਖ ਨੇ, ਜਿਨ੍ਹਾਂ ਨੂੰ ਅਸੀਂ ਨਾਮ ਦਿੱਤਾ ਹੋਮੋ ਹੈਬਿਲਸ। ਕਿੰਨਾ ਸਮਾਂ ਹੋਊ ਉਦੋਂ? ਇਹ 18 ਲੱਖ ਸਾਲ ਪਹਿਲਾਂ। ਅੱਛਾ, 18 ਲੱਖ ਸਾਲ ਪਹਿਲਾਂ ਹੋਮੋ ਹੈਬਿਲਸ ਤੇ ਆਸਟ੍ਰੇਲੋਪਿਥੇਕਸ ਇੱਕ ਟਾਈਮ ਤੇ ਅਫਰੀਕਾ 'ਚ ਇਕੱਠੇ ਰਹੇ ਨੇ। ਪਰ ਇਹਨਾਂ 'ਚੋਂ ਜਿਹੜੀ ਹੁਣ ਬੈਸਟ ਜਿਹੜੀ ਸਪੀਸੀਜ਼ ਸੀਗੀ ਉਹ ਹੋਮੋ ਹੈਬਿਲਸ ਸੀਗੀ, ਜਿਹੜੀ ਪੱਥਰਾਂ ਨੂੰ ਤਰਾਸ਼ ਸਕਦੀ ਹੈ, ਜਿਹਦਾ ਦਿਮਾਗ ਹੋਰ ਵਿਕਸਿਤ ਹੋ ਚੁੱਕਾ, ਸੰਕਲਪ ਬਣਦਾ। ਇਹ 'ਚ ਆਪਾਂ ਫਰਕ ਵੀ ਦੇਖ ਲੈਂਦੇ ਹਾਂ। ਆਰਡੀਪਿਥੇਕਸ ਦਾ ਦਿਮਾਗ ਸੀਗਾ 350 ਸੀਸੀ ਕਿਊਬਿਕ ਸੈਂਟੀਮੀਟਰ, ਆਸਟ੍ਰੇਲੋਪਿਥੇਕਸ ਦਾ ਸੀਗਾ 450 ਸੀਸੀ, ਹੋਮੋ ਹੈਬਿਲਸ ਦਾ ਸੀਗਾ 650 ਸੀਸੀ। ਤਾਂ ਤੁਹਾਨੂੰ ਦਿਮਾਗ ਦੇ ਵਿੱਚ ਇੱਕ ਵੱਡੀ ਉਛਾਲ ਦਿਖਾਈ ਦਿੰਦੀ ਆ ਇੱਕ ਪ੍ਰਜਾਤੀ ਤੋਂ ਦੂਜੀ ਪ੍ਰਜਾਤੀ। ਇੱਥੇ ਮੈਂ ਥੋੜੀ ਜਿਹੀ ਸੈਪੀਅਨ ਬਾਰੇ ਵੀ ਗੱਲ ਕਰ ਲੈਣਾ। ਸੈਪੀਅਨ ਦੀ ਇਹੀ ਕਿਤਾਬ ਦੀ ਗੱਲ ਗਲਤ ਹੈ ਜਿਹੜੀ ਯੁਵਲ ਨੋਆ ਹਰਾਰੀ ਨੇ ਲਿਖੀ ਆ। ਉਹ ਕਹਿੰਦਾ ਵੀ ਸਾਡੀ ਪੈਦਾਵਾਰ ਸਾਨੂੰ ਬਣਾਇਆ ਜੰਬੋ ਬ੍ਰੇਨ ਨੇ, ਵੀ ਮਨੁੱਖ ਇਸ ਕਰਕੇ ਜਾਨਵਰਾਂ ਤੋਂ ਅਲੱਗ ਵਿਕਸਿਤ ਹੋਇਆ ਵੀ ਇਹਦੇ ਕੋਲ ਜੰਬੋ ਬ੍ਰੇਨ ਸੀ। ਇਹ ਜੰਬੋ ਬ੍ਰੇਨ ਤੋਂ ਨਹੀਂ ਵਿਕਸਿਤ ਹੋਇਆ। ਬ੍ਰੇਨ ਤਾਂ ਇਹਦਾ ਹੁਣ ਮੈਂ ਥੋੜੀ ਜਿਹੀ ਗੱਲ ਕਰੂੰਗਾ। ਚਿੰਪੈਂਜੀ ਦਾ ਦਿਮਾਗ 400 ਸੀਸੀ ਹੈ ਤੇ ਆਰਡੀਪਿਥੇਕਸ ਦਾ 350 ਸੀਸੀ। ਜੇ ਦਿਮਾਗ ਨੇ ਹੀ ਵਿਕਸਿਤ ਕਰਨਾ ਸੀ ਫਿਰ ਚਿੰਪੈਂਜੀ ਹੋਣੇ ਚਾਹੀਦੇ ਸੀ, ਸਾਡੇ ਤੋਂ 50 ਸੀਸੀ ਵੱਧ ਦਿਮਾਗ ਵਾਲੇ ਨੇ। ਤਾਂ ਕੁੱਲ 'ਚ ਹੁਣ ਇੱਥੋਂ ਆਪਾਂ ਅਗਲੀ ਸਪੀਸੀਜ਼ ਤੇ ਜੰਪ ਕਰਦੇ ਹਾਂ, ਆਪਾਂ ਅਗਲੀ ਨੂੰ ਵਿਸਥਾਰ 'ਚ ਚਰਚਾ ਕਰਦੇ ਹਾਂ। ਅਗਲੀ ਸਪੀਸੀਜ਼ ਹੈ ਹੋਮੋ ਇਰੈਕਟਸ। ਇਰੈਕਟ ਦਾ ਮਤਲਬ ਹੁੰਦਾ ਸਿੱਧਾ। ਇਹ ਉਹ ਪ੍ਰਜਾਤੀ ਸੀ ਜਿਹੜੀ ਸਾਡੇ ਵਾਂਗ ਪਿਓਰਲੀ ਸਿੱਧੀ ਖੜੀ ਹੋ ਚੁੱਕੀ ਸੀ। ਹੋਮੋ ਇਰੈਕਟਸ ਦੀ ਖਾਸੀਅਤ ਇਹ ਸੀ, ਇਹ 15 ਲੱਖ ਸਾਲ ਪਹਿਲਾਂ ਅਫਰੀਕਾ ਦੇ ਜੰਗਲਾਂ 'ਚ ਵਿਕਸਿਤ ਹੋਏ। ਇਹਨਾਂ ਨੇ ਅੱਗ ਬਾਲਣੀ ਸਿੱਖ ਲਈ ਸੀ। ਹੁਣ ਅੱਗ ਨੇ ਸਾਨੂੰ ਬਹੁਤ ਫਾਇਦੇ ਕਰੇ। ਭੁੰਨਿਆ ਹੋਇਆ ਮਾਸ ਖਾਣ ਲੱਗੇ। ਉਦੋਂ ਆਈਸ ਏਜ ਚੱਲ ਰਹੀ ਸੀ ਧਰਤੀ ਤੇ। ਧਰਤੀ ਦੇ 2 ਦੌਰ ਚੱਲਦੇ ਨੇ, ਗਲੇਸ਼ੀਏਸ਼ਨ ਤੇ ਇੰਟਰਗਲੇਸ਼ੀਏਸ਼ਨ। ਇੱਕ ਦੌਰ 'ਚ ਧਰਤੀ ਬਰਫ਼ ਨਾਲ ਭਰ ਜਾਂਦੀ ਹੈ, ਫਿਰ ਬਰਫ਼ ਖਤਮ ਹੋ ਜਾਂਦੀ ਹੈ, ਫਿਰ ਆ ਜਾਂਦੀ ਹੈ, ਫਿਰ 2 ਦੌਰ ਚੱਲਦੇ ਰਹਿੰਦੇ ਨੇ। ਮਤਲਬ ਇਹ ਹੈ ਵੀ ਜੇ ਅੱਗ ਨਾ ਹੁੰਦੀ ਤਾਂ ਮਨੁੱਖ ਇੱਥੋਂ ਤੱਕ ਨਹੀਂ ਆਉਣਾ ਸੀਗਾ। ਮਨੁੱਖ ਦੀ ਜਿਹੜਾ ਵਿਕਾਸ ਆ ਉਹ ਇੰਨਾ ਤੇਜ਼ ਹੀ ਨਹੀਂ ਹੋਣਾ ਸੀ। ਅੱਗ ਨੇ ਮਨੁੱਖ ਨੂੰ ਭੁੰਨਿਆ ਹੋਇਆ ਮਾਸ ਦਿੱਤਾ। ਅਸੀਂ ਕਹਿੰਦੇ ਆ ਵੀ ਮਨੁੱਖ ਦੀ ਸਭ ਤੋਂ ਵੱਧ એનર્ਜੀ ਕੌਣ ਕੰਜ਼ਿਊਮ ਕਰਦਾ? ਦਿਮਾਗ। ਤਾਂ ਦਿਮਾਗ ਨੂੰ ਉਸ ਟਾਈਮ ਜਿੰਨੀ ਊਰਜਾ ਚਾਹੀਦੀ ਸੀਗੀ ਉਹ ਭੁੰਨੇ ਹੋਏ ਮਾਸ ਤੋਂ ਮਿਲ ਸਕੀ। ਅੱਜ ਬਹੁਤ ਸਾਰੇ ਲੋਕ ਕਹਿੰਦੇ ਨੇ ਮਾਸ ਖਾਣਾ ਪਾਪ ਆ, ਮਾਸ ਖਾਣਾ ਗਲਤ ਹੈ, ਮਾਸ ਨਹੀਂ ਖਾਣਾ ਚਾਹੀਦਾ, ਸਾਡੀ ਕੁਦਰਤੀ ਖੁਰਾਕ ਤਾਂ ਵੈਜੀਟੇਸ਼ਨ ਹੈ, ਵੀ ਸਾਨੂੰ ਫਲ ਰੁੱਖ ਖਾਣੇ ਚਾਹੀਦੇ ਨੇ। ਤਾਂ ਇਹ ਦੋਨੋਂ ਧਾਰਨਾਵਾਂ ਗਲਤ ਨੇ। ਸਾਡੀ ਖੁਰਾਕ ਕੁੱਲ ਮਿਲਾ ਕੇ ਸੰਤੁਲਿਤ ਹੋਣੀ ਚਾਹੀਦੀ ਹੈ। ਉਹ 'ਚ ਫਲ ਸਬਜ਼ੀਆਂ ਵੀ ਨੇ, ਉਹ 'ਚ ਮਾਸ ਵੀ ਆ। ਸਾਡੇ ਮਾਸ ਤੇ ਅੱਗ ਨਾ ਹੁੰਦੇ ਦੋ ਤਾਂ ਸਾਡਾ ਵਿਕਾਸ ਨਹੀਂ ਹੋਣਾ ਸੀ, ਅਸੀਂ ਇੱਥੇ ਤੱਕ ਨਹੀਂ ਆਉਣਾ ਸੀ। ਮਾਸ ਕਰਕੇ ਹੀ ਸਾਡੀ ਉਤਪਤੀ ਹੋ ਸਕੀ ਆ। ਜੇ ਅੱਜ ਟੋਟੈਲਿਟੀ 'ਚ ਗੱਲ ਕਰਨੀ ਹੋਵੇ, ਜੇ ਅਸੀਂ ਮਾਸ ਨਾ ਖਾਂਦੇ ਹੁੰਦੇ, ਅਸੀਂ ਇਸ ਸਟੇਜ ਤੇ ਜਿੱਥੇ ਅੱਜ ਮਨੁੱਖ ਪਹੁੰਚਿਆ ਇਹ ਨਹੀਂ ਹੋਣਾ ਸੀ। ਆਈਸ ਏਜ ਚੱਲ ਰਹੀ ਸੀਗੀ, ਉਹ ਠੰਡ ਦੇ ਵਿੱਚ ਹੀ ਉਹਨਾਂ ਦਾ ਔਖਾ ਹੋ ਜਾਣਾ ਸੀਗਾ। ਚਲੋ ਅਫਰੀਕਾ 'ਚ ਫਿਰ ਵੀ ਹਜੇ ਮੌਸਮ ਉਸ ਤਰ੍ਹਾਂ ਦਾ ਨਹੀਂ ਸੀਗਾ, ਪਰ ਯੂਰਪ ਦੇ ਵਿੱਚ ਹੁਣ ਇਹ ਚੀਜ਼ ਇੱਥੋਂ ਫੇਰ ਆ ਜਾਂਦੀ ਆ। ਹੋਮੋ ਇਰੈਕਟਸ ਨੇ ਮਾਈਗ੍ਰੇਸ਼ਨ ਕੀਤੀ ਅਫਰੀਕਾ 'ਚੋਂ। ਪਹਿਲੀ ਵਾਰ ਮਨੁੱਖ ਜਦੋਂ ਨਿਕਲਿਆ ਏਸ਼ੀਆ 'ਚ ਗਿਆ ਤੇ ਯੂਰਪ ਦੇ ਵਿੱਚ ਗਿਆ, ਉਹ ਹੋਮੋ ਇਰੈਕਟਸ ਗਿਆ। ਹਾਂ, ਇਹੀ ਸਵਾਲ ਆ ਰਿਹਾ ਸੀਗਾ ਵੀ ਕੀ ਜੀਵਨ ਇੱਕ ਥਾਂ ਤੋਂ ਪੈਦਾ ਹੋ ਕੇ ਉਹਨੇ ਮਾਈਗ੍ਰੇਟ ਕੀਤਾ ਆਸੇ-ਪਾਸੇ, ਜਾਂ ਬਰਾਬਰ ਸਾਰੇ ਹੀ ਪੈਦਾ ਹੋ ਰਿਹਾ ਸੀ? ਇਹ ਇੱਕ ਹੁਣ ਇਹਦੇ 'ਚ ਅਲੱਗ-ਅਲੱਗ ਕਈ ਚੀਜ਼ਾਂ ਆ ਜਾਣਗੀਆਂ। ਇੱਕ ਤਾਂ ਇਹ ਕਹਿੰਦੇ ਵੀ ਮਨੁੱਖ ਦੀ ਸ਼ੁਰੂਆਤ ਕਿੱਥੋਂ ਹੋਈ, ਫਿਰ ਤਾਂ ਅਫਰੀਕਾ, ਜਿਹਨੂੰ ਕਹਿੰਦੇ ਕ੍ਰੈਡਲ ਆਫ ਹਿਊਮੈਨਿਟੀ, ਵੀ ਮਨੁੱਖਤਾ ਦਾ ਪੰਘੂੜਾ ਜਿੱਥੇ ਉਹਨੇ ਜਨਮ ਲਿਆ, ਉਹ ਤਾਂ ਅਫਰੀਕਾ ਹੈ। ਫਿਰ ਉੱਥੋਂ ਹੁਣ 4 ਸਪੀਸੀਜ਼ ਉੱਥੇ ਪੈਦਾ ਹੋ ਗਈਆਂ। ਆਰਡੀਪਿਥੇਕਸ ਆਈ, ਆਸਟ੍ਰੇਲੋਪਿਥੇਕਸ, 3 ਸਪੀਸੀਜ਼ ਬਣੀਆਂ ਆਸਟ੍ਰੇਲੋ ਦੀਆਂ ਵੀ, ਇਕੱਲੀ ਇੱਕ ਨਹੀਂ ਸੀ। ਫਿਰ ਹੋਮੋ ਹੈਬਿਲਸ ਆਉਂਦੀ ਹੈ, ਫਿਰ ਹੋਮੋ ਇਰੈਕਟਸ ਆਉਂਦੀ ਹੈ। ਹੁਣ ਹੋਮੋ ਇਰੈਕਟਸ ਦਾ ਚੇਤਨਾ ਪੱਧਰ ਬਾਕੀ ਸਾਰੇ ਨਾਲੋਂ ਬਹੁਤ ਉੱਚਾ ਹੈ। ਅੱਗ ਦੀ ਉਹ ਵਰਤੋਂ ਕਰ ਰਿਹਾ। ਤਾਂ ਅੱਗ ਦੀ ਵਰਤੋਂ, ਬਾਕੀ ਸਾਰੇ ਜਾਨਵਰ ਅੱਗ ਤੋਂ ਡਰਦੇ ਨੇ, ਅੱਗ ਤੋਂ ਭੱਜਦੇ ਨੇ। ਜਿਹਨੇ ਪਹਿਲੀ ਕੁਦਰਤ ਦੀ ਭੌਤਿਕ ਤਾਕਤ ਨੂੰ ਆਪਦੇ ਅਧੀਨ ਕਰ ਲਿਆ, ਤਾਂ ਉਹ ਕਿੱਡਾ ਸ਼ਾਨਦਾਰ ਜੀਵ ਹੋਊਗਾ, ਉਹਦੀ ਚੇਤਨਾ ਕਿੰਨੀ ਉੱਚੀ ਹੋਊਗੀ। ਤਾਂ ਉਹ ਮਨੁੱਖ ਨੇ ਫਿਰ ਅਫਰੀਕਾ ਦਾ ਘੇਰਾ ਵੀ ਤੋੜਤਾ। ਏਸ਼ੀਆ 'ਚ ਆਇਆ, ਯੂਰਪ ਦੇ ਵਿੱਚ ਆਇਆ। ਯੂਰਪ ਦੇ ਵਿੱਚ ਆਈਸ ਏਜ ਚੱਲ ਰਹੀ ਸੀ, ਉਹਨੇ ਉਦੋਂ ਯੂਰਪ ਤੇ ਵੀ ਆਪਣਾ ਕਬਜ਼ਾ ਕਰ ਲਿਆ ਸੀ ਆਈਸ ਏਜ ਦੇ ਦੌਰਾਨ। ਹੁਣ ਇੱਥੋਂ ਥੋੜਾ ਜਿਹਾ ਰੌਲਾ ਸ਼ੁਰੂ ਹੁੰਦਾ ਹੈ। ਮੈਂ ਇਹੀ ਰੌਲੇ ਵੱਲ ਮੇਰਾ ਦਿਮਾਗ ਜਾ ਰਿਹਾ ਸੀ। ਹਾਂ, ਕੋਈ ਨਹੀਂ, ਤੁਸੀਂ ਰੌਲੇ ਵਾਲੀ ਗੱਲ ਕਰੋ। ਮੈਂ ਕੰਟੀਨਿਊ ਕਰਦਾ, ਜਿੱਥੇ ਤੁਹਾਡਾ ਸਵਾਲ ਹੋਇਆ ਤੁਸੀਂ ਕਰ ਲਿਓ। ਕੋਈ ਗੱਲ ਨਹੀਂ।
ਹੁਣ ਅਸੀਂ ਅਫਰੀਕਾ ਚੋਂ ਬਾਹਰ ਆ ਗਏ, ਇੱਕ ਮਨੁੱਖ ਦਾ ਜਿਹੜਾ ਹੋਮੋ ਇਰੈਕਟਸ ਯੂਰਪ ਦੇ ਵਿੱਚ ਆ ਗਿਆ, ਇੱਧਰ ਫਿਲੀਪੀਨ ਤੱਕ ਜਾਂਦਾ, ਥੱਲੇ ਉਹ ਚੀਨ ਦੇ ਅਲੱਗ-ਅਲੱਗ ਦੇਸ਼ਾਂ ਤੱਕ ਜਾਂਦਾ, ਇੱਧਰ ਯੂਰਪ 'ਚ ਜਾਂਦਾ। ਅਫਰੀਕਾ 'ਚ ਰਹਿਣ ਵਾਲਾ ਹੋਮੋ ਸੈਪੀਅਨ ਹੋਮੋ ਇਰੈਕਟਸ ਆ ਜਿਹੜਾ, ਉਹ ਇੱਕ ਹਿੱਸਾ ਉੱਥੇ ਹੀ ਰਹਿੰਦਾ। ਹੁਣ ਇੱਥੋਂ ਨਾ 3 ਅਲੱਗ-ਅਲੱਗ ਪ੍ਰਜਾਤੀਆਂ, 6 ਟੋਟਲ ਪ੍ਰਜਾਤੀਆਂ ਵਿਕਸਿਤ ਹੋਈਆਂ ਮਨੁੱਖ ਦੀਆਂ। ਹੋਮੋ ਜਿਹੜੇ ਖੁਦ ਆ ਹੋਮੋ ਸੈਪੀਅਨ, ਹੋਮੋ ਨੈਂਡਰਥਲ, ਹੋਮੋ ਡੈਨੀਸੋਵਨ, ਹੋਮੋ ਰੋਡੋਲਫੈਂਸਿਸ, ਇਸ ਤਰ੍ਹਾਂ ਕਰਕੇ 2 ਹੋਰ ਨੇ। ਤਾਂ ਇਹ ਜਿਹੜੇ 6 ਸਪੀਸੀਜ਼ ਡਿਵੈਲਪ ਹੋਈਆਂ, ਇਹ ਹੋਮੋ ਇਰੈਕਟਸ ਤੋਂ ਅਲੱਗ-ਅਲੱਗ ਥਾਵਾਂ ਤੇ ਡਿਵੈਲਪ ਹੋਈਆਂ। ਜਿਵੇਂ ਆਪਾਂ ਕਹਿੰਦੇ ਹੋਮੋ ਨੈਂਡਰਥਲ ਯੂਰਪ ਦੇ ਵਿੱਚ ਪੈਦਾ ਹੋਇਆ, ਉੱਥੇ ਹੀ ਮਨੁੱਖ ਹੋਮੋ ਇਰੈਕਟਸ ਗਿਆ ਸੀ ਜਿੱਥੋਂ ਬਣਿਆ, ਤੇ ਏਸ਼ੀਆ ਤੇ ਅਫਰੀਕਾ ਦੇ ਵਿੱਚ ਹੋਮੋ ਸੈਪੀਅਨ ਅਸੀਂ ਵਿਕਸਿਤ ਹੋਏ। ਤਾਂ 6 ਸਪੀਸੀਜ਼ ਅਲੱਗ-ਅਲੱਗ ਜਗ੍ਹਾ ਤੇ ਧਰਤੀ ਉੱਤੇ ਇਸ ਤੋਂ ਬਾਅਦ ਵਿਕਸਿਤ ਹੋਈਆਂ ਹੋਮੋ ਇਰੈਕਟਸ ਦੀ ਮਾਈਗ੍ਰੇਸ਼ਨ ਤੋਂ ਬਾਅਦ। ਆਪਸ ਵਿੱਚ ਵਿਚਰਦੇ ਸੀ ਇਹ ਪਹਿਲਾਂ? ਇਹ ਡਿਬੇਟੇਬਲ ਆ, ਇਹਦੇ ਤੇ ਮੈਂ ਮਤਲਬ ਗੱਲ ਨੂੰ ਕੰਟੀਨਿਊ ਕਰਦਾ ਅੱਗੇ। ਓਕੇ, ਇਹਦੀ ਡਿਬੇਟ ਕੀ ਆ। ਫਿਰ ਕੀ ਹੁੰਦਾ, ਲਗਭਗ 70,000 ਸਾਲ ਪਹਿਲਾਂ ਜਾਂ 1 ਲੱਖ ਸਾਲ ਦੇ ਆਸ-ਪਾਸ ਪਹਿਲਾਂ ਹੋਮੋ ਸੈਪੀਅਨ ਅਫਰੀਕਾ ਚੋਂ ਨਿਕਲਦਾ। ਹੋਮੋ ਇਰੈਕਟਸ ਬਹੁਤ ਸਾਲ ਪਹਿਲਾਂ ਨਿਕਲ ਗਿਆ ਸੀ, ਜਿਹਦੇ ਤੋਂ ਵੱਖ-ਵੱਖ ਸਪੀਸੀਜ਼ ਬਣੀਆਂ। ਹੋਮੋ ਸੈਪੀਅਨ ਇਸ ਦੌਰ 'ਚ ਬਾਹਰ ਨਿਕਲਦਾ 1,70,000 ਸਾਲ ਦੇ ਵਿੱਚ ਦਾ ਸਮਾਂ। ਉਹ ਯੂਰਪ ਦੇ ਵਿੱਚ ਵੀ ਜਾਂਦਾ, ਏਸ਼ੀਆ 'ਚ ਵੀ ਆਉਂਦਾ। ਜਿਹੜੀਆਂ ਉੱਥੇ ਪਹਿਲਾਂ ਤੋਂ ਐਗਜ਼ਿਸਟ ਕਰ ਰਹੀਆਂ ਸਪੀਸੀਜ਼ ਨੇ, ਉਹਨਾਂ ਨਾਲੋਂ ਇਹ ਜਿਹੜੀ ਸਪੀਸੀਜ਼ ਹੁਣ ਮਾਈਗ੍ਰੇਟ ਕਰ ਰਹੀ ਸੀ, ਇਹ ਜ਼ਿਆਦਾ ਉੱਨਤ ਸੀਗੀ। ਇਹਦੇ ਕੋਲ ਭਾਸ਼ਾ ਸੀਗੀ, ਉੱਨਤ ਸੱਭਿਆਚਾਰ ਸੀਗਾ, ਉੱਨਤ ਔਜ਼ਾਰ ਸੀਗੇ, ਭਾਲੇ, ਤੀਰ ਕਮਾਨ, ਤੇ ਸਭ ਤੋਂ ਵੱਡਾ ਟੂਲ ਆਪਾਂ ਭਾਸ਼ਾ ਨੂੰ ਮੰਨਦੇ ਆ। ਜੇ ਆਪਾਂ ਇਹ ਮੰਨਦੇ ਆ ਵੀ ਜੇ ਤੁਹਾਡੇ ਦਿਮਾਗ 'ਚ ਕੋਈ ਸੰਕਲਪ ਬਣ ਸਕਦਾ, ਉਹ ਸਿਰਫ ਪਸ਼ੂਆਂ ਨੂੰ ਛੱਡ ਕੇ ਮਨੁੱਖ ਦੇ ਦਿਮਾਗ 'ਚ ਬਣਦਾ, ਤਾਂ ਸੰਕਲਪ ਬਣਨ ਦੀ ਜਿਹੜੀ ਜ਼ਰੂਰਤ ਹੈ, ਨੀਡ ਹੈ, ਨੈਸੈਸਿਟੀ ਆ, ਉਹ ਭਾਸ਼ਾ ਹੈ, ਸ਼ਬਦ ਨੇ। ਹੁਣ ਤੁਹਾਡੇ ਦਿਮਾਗ 'ਚ ਇੱਕ ਸੰਕਲਪ ਬਣੂਗਾ ਬੋਤਲ, ਤਾਂ ਇਹ ਜਿਹੜੀ ਚੀਜ਼ ਨੂੰ ਮੈਂ ਜੇ ਬੋਤਲ ਕਹਿ ਰਿਹਾ, ਇਹਦੇ ਲਈ ਮੈਨੂੰ ਸ਼ਬਦ ਚਾਹੀਦਾ। ਜਾਰਜ ਥਾਮਸਨ ਨੇ ਇਹਨੂੰ ਕਿਹਾ ਸੈਕਿੰਡ ਸਿਗਨਲ। ਚਲੋ ਆਪਾਂ ਇੱਧਰ ਨਹੀਂ ਜਾਂਦੇ, ਬਹੁਤ ਡਿਟੇਲ 'ਚ ਚਲੀ ਜਾਊ ਗੱਲ। ਬਿਲਕੁਲ। ਤਾਂ ਮਨੁੱਖ, ਮੈਂ ਕੁੱਲ 'ਚ ਇਹ ਕਹਿਣਾ ਚਾਹ ਰਿਹਾ, ਮਨੁੱਖ ਜਦੋਂ ਅਫਰੀਕਾ ਤੋਂ ਬਾਹਰ ਆਇਆ, ਦੂਜੀ ਮਾਈਗ੍ਰੇਸ਼ਨ ਜਦੋਂ ਹੋਈ, ਤਾਂ ਉਹ ਬਹੁਤ ਉੱਨਤ ਸੀਗਾ। ਤਾਂ ਇਹਦੇ ਤੇ ਇੱਕ ਡਾਕੂਮੈਂਟਰੀ YouTube ਤੇ ਹੈ, ਦਾ ਲਾਸਟ ਨੈਂਡਰਥਲ, ਜਾਂ ਬਹੁਤ ਸਾਰੇ ਲੋਕਾਂ ਨੇ ਲਿਖਿਆ ਇਹਦੇ ਤੇ, ਐਂਥਰੋਪੋਲੋਜਿਸਟਾਂ ਨੇ, ਐਵੋਲੂਸ਼ਨ ਤੇ ਕੰਮ ਕਰਨ ਵਾਲਿਆਂ ਨੇ। ਉਹ ਕਹਿੰਦੇ ਜਦੋਂ ਮਨੁੱਖ, ਹੁਣ ਦੇਖੋ ਹੈ ਤਾਂ ਇਹ ਪਸ਼ੂ ਪੱਧਰ ਦਾ ਹੀ ਮਨੁੱਖ, ਅੱਜ ਦੀ ਸਿਵਲਾਈਜੇਸ਼ਨ ਵਾਲਾ ਮਨੁੱਖ ਤਾਂ ਨਹੀਂ ਸੀ। ਜਦੋਂ ਉਹ ਅਲੱਗ-ਅਲੱਗ ਕਬੀਲਿਆਂ ਨਾਲ ਟੱਕਰਦਾ ਸੀ, ਤਾਂ ਉਹਨਾਂ 'ਚ ਟਕਰਾਵ ਹੋ ਜਾਂਦਾ ਸੀ, ਤਾਂ ਉਹ ਮਾਰਕਟ ਕਰਦੇ ਸੀ। ਇਹ ਤੋਂ ਤਾਂ ਕੋਈ ਲੁਕ ਨਹੀਂ ਜਾ ਬਚ ਨਹੀਂ ਸਕਦਾ। ਦੂਜੇ ਪਾਸੇ ਸਾਨੂੰ ਇਹ ਸਬੂਤ ਮਿਲਦੇ ਨੇ ਵੀ ਮਨੁੱਖ ਜਦੋਂ ਨੈਂਡਰਥਲ ਦੇ ਨਾਲ ਯੂਰਪ ਦੇ ਵਿੱਚ ਜਾ ਕੇ ਟਕਰਾਇਆ, ਜਾਂ ਇੱਧਰ ਏਸ਼ੀਆ 'ਚ ਆ ਕੇ ਟੱਕਰ ਹੋਈ ਉਹਦੀ, ਤਾਂ ਉੱਥੇ ਉਹਨਾਂ ਨੇ ਵੱਖ-ਵੱਖ ਪ੍ਰਜਾਤੀਆਂ ਨਾਲ ਮੇਲ ਮਿਲਾਪ ਵੀ ਵਧਾਇਆ। ਸਾਡੇ DNA ਦੇ ਵਿੱਚ 4 ਤੋਂ 5% DNA ਨੈਂਡਰਥਲ ਦਾ, 4-5% DNA ਡੈਨੀਸੋਵਨਸ ਦਾ। ਤਾਂ ਇਹ ਇੱਕ ਤਰ੍ਹਾਂ ਇਸ ਵੱਲ ਵੀ ਇਸ਼ਾਰਾ ਕਰਦਾ ਵੀ ਇਹਨਾਂ ਨੇ ਆਪਸ ਦੇ ਵਿੱਚ ਕਿਤੇ ਨਾ ਕਿਤੇ ਕੋਆਰਡੀਨੇਟ ਵੀ ਕਰਿਆ। ਹੁਣ ਮੈਂ ਇਹ ਨਹੀਂ ਕਹਿੰਦਾ ਵੀ ਉਹ ਬਹੁਤ ਸੱਚੇ ਸੁੱਚੇ ਸੀਗੇ, 100% ਕੋਆਰਡੀਨੇਟ ਕਰਿਆ, ਜਾਂ ਮੈਂ ਇਹ ਨਹੀਂ ਕਹਿੰਦਾ ਬਹੁਤ ਖੁੰਖਾਰ ਸੀ, ਉਹਨਾਂ ਨੇ ਕਤਲੇਆਮ ਕਰਿਆ। ਹਰਾਰੀ ਇਹ ਕਹਿੰਦਾ ਵੀ ਉਹਨਾਂ ਨੇ ਕਤਲੇਆਮ ਕਰਿਆ, ਇਸੇ ਕਰਕੇ ਅੱਜ ਅਸੀਂ ਵੀ ਕਾਤਲ ਆ। ਤਾਂ ਇਹ ਗਲਤ ਧਾਰਨਾ। ਗੱਲਾਂ ਤਾਂ ਦੋਨੇ ਹੀ ਹੋਣਗੀਆਂ ਮਨੁੱਖ 'ਚ ਦੋਨੋਂ ਗੱਲਾਂ ਸੀ, ਤੇ ਉਹ ਮਨੁੱਖ ਨਹੀਂ ਨਾ ਸੀ। ਜਦੋਂ ਆਪਾਂ ਮਨੁੱਖ ਦੀ ਗੱਲ ਕਰਦੇ ਹਾਂ, ਉਹ ਮਨੁੱਖਾਂ ਦਾ ਪੂਰਵਜ ਸੀ। ਪਸ਼ੂ ਪੁਣੇ ਚੋਂ ਬਾਹਰ ਨਿਕਲ ਰਿਹਾ ਸੀ। ਹਜੇ ਸੱਭਿਅਤਾ ਤਾਂ ਉਹਨੇ ਉਸਾਰੀ ਨਹੀਂ ਸੀ। ਸੱਭਿਅਤਾਵਾਂ ਤਾਂ ਆਪਾਂ ਇਹ ਕਹਿੰਦੇ ਆ ਵੀ ਅੱਜ ਤੋਂ 5-7 ਹਜ਼ਾਰ ਸਾਲ ਪਹਿਲਾਂ ਇਹ ਸੱਭਿਅਤਾਵਾਂ ਨੇ, ਸਿੰਧੂ ਘਾਟੀ ਜਾਂ ਹੋਰ, ਜਾਂ ਉਸ ਤੋਂ ਪਹਿਲਾਂ ਨਿਓਲਿਥਿਕ ਪੀਰੀਅਡ ਦੀਆਂ ਗੁਫਾਵਾਂ ਵਾਲੀਆਂ ਸੱਭਿਅਤਾਵਾਂ ਨੇ। ਪਰ ਉਹ ਸੱਭਿਅਤਾਵਾਂ ਦੇ ਵੇਲੇ ਵੀ ਮਨੁੱਖ ਅਜੇ ਪਸ਼ੂ ਜਗਤ ਦੇ ਪੱਧਰ ਤੇ ਸੀ। ਅਸੀਂ ਮਨੁੱਖ ਨੂੰ ਉਦੋਂ ਤੋਂ ਮੰਨਦੇ ਆ ਜਦੋਂ ਮਨੁੱਖ ਪੈਦਾਵਾਰ ਦੇ ਵਿੱਚ ਆ ਜਾਂਦਾ, ਮਨੁੱਖ ਪੈਦਾ ਕਰਨ ਲੱਗ ਜਾਂਦਾ, ਫਿਰ ਉਹਨੂੰ ਉਸ ਤਰ੍ਹਾਂ ਦੇ ਉਹਦੀ ਲੋੜ ਨਹੀਂ ਕੰਪੀਟੀਸ਼ਨ ਦੀ ਜਾਂ ਕਤਲੇਆਮ ਦੀ, ਮੰਨ ਲਓ ਆਪਾਂ ਇਹ ਮੰਨ ਕੇ ਚੱਲੀਏ। ਤਾਂ ਇਹਦੇ ਵਿੱਚ ਦੋਨੋਂ ਚੀਜ਼ਾਂ ਨੇ। ਮਨੁੱਖ ਨੇ ਹੋਰਾਂ ਪ੍ਰਜਾਤੀਆਂ ਨਾਲ ਜਾ ਕੇ ਲੜਾਈ ਝਗੜੇ ਵੀ ਕਰੇ, ਕਤਲੇਆਮ ਵੀ ਕਰੇ, ਉਹਨਾਂ ਨਾਲ ਕੋਆਰਡੀਨੇਸ਼ਨ ਵੀ, ਮੇਲ ਮਿਲਾਪ ਵੀ ਬਣਾਇਆ। ਪਰ ਇੱਥੋਂ ਸਾਨੂੰ ਇਹ ਨਤੀਜੇ ਨਹੀਂ ਕੱਢਣੇ ਚਾਹੀਦੇ ਜਿਵੇਂ ਹਰਾਰੀ ਨੇ ਕੱਢੇ ਨੇ, ਵੀ ਜਿਵੇਂ ਮਨੁੱਖ ਨੇ ਫਲਾਣੀ ਪ੍ਰਜਾਤੀ ਦਾ ਕਤਲੇਆਮ ਕੀਤਾ ਤਾਂ ਮਨੁੱਖ ਅੱਜ ਵੀ ਕਾਤਲ ਹੈ। ਅੱਜ ਦਾ ਮਨੁੱਖ ਕਾਤਲ ਤਾਂ ਨਹੀਂ ਹੈਗਾ। ਅੱਜ ਆਪਾਂ ਇੱਥੇ 5-7 ਬੰਦੇ ਬੈਠੇ ਆ, ਜਾਂ ਬਾਹਰ ਯੂਨੀਵਰਸਿਟੀ 'ਚ 15,000 ਬੰਦੇ ਬੈਠੇ ਆ, ਆਪਾਂ ਸਾਰਾ ਦਿਨ ਤਲਵਾਰਾਂ ਲੈ ਕੇ ਤਾਂ ਨਹੀਂ ਘੁੰਮਦੇ ਹੈਗੇ ਵੀ ਮੈਂ ਇਹਨੂੰ ਮਾਰ ਦੂੰ, ਮੈਂ ਇਹਨੂੰ ਮਾਰ ਦੂੰ। ਤਾਂ ਉਹ ਥੋੜ੍ਹੀ ਜਿਹੀ ਉੱਧਰ ਨੂੰ ਲੈ ਜਾਂਦਾ ਗੱਲਾਂ ਜੀ। ਤਾਂ ਕੁੱਲ ਦੇ ਵਿੱਚ ਆਪਾਂ ਇੱਥੇ ਆ ਚੁੱਕੇ ਹਾਂ ਵੀ ਮਨੁੱਖ ਜੰਗਲਾਂ 'ਚੋਂ ਨਿਕਲ ਕੇ ਇਹ ਹੋਮੋਸੈਪੀਅਨ ਪ੍ਰਜਾਤੀ ਵਿਕਸਿਤ ਹੋ ਜਾਂਦੀ ਹੈ। ਫਿਰ ਅੱਗੇ ਸੋਸ਼ਲ ਸਾਇੰਸਿਸ ਦੀ ਸਾਰੀ ਗੱਲ ਹੈ
ਕਿਵੇਂ ਸੱਭਿਅਤਾਵਾਂ ਦੀ ਉਸਾਰੀ ਹੁੰਦੀ ਹੈ, ਕਿਵੇਂ ਵੱਖ-ਵੱਖ ਨਾਚ ਗੀਤ ਇਹ ਸਾਡੀ ਸੁਸਾਇਟੀ ਦਾ ਹਿੱਸਾ ਇਹ ਬਣਦੇ ਅੱਗੇ ਨੇ। ਜਾ ਕੇ ਪਾਰਟ ਆ। ਇਹ ਮਤਲਬ ਟੋਟਲੀ ਅਲੱਗ ਤਰ੍ਹਾਂ ਦੀ ਗੱਲਬਾਤ ਆਉਂਦੀ ਇਹਦੇ ਚੋਂ। ਇੱਥੇ ਇੱਕ ਮੇਰੇ ਮਨ 'ਚ ਸਵਾਲ ਆ ਰਿਹਾ ਵੀ ਜਦੋਂ ਮਨੁੱਖ ਦਾ ਇਤਿਹਾਸ ਆ ਜਿਹੜਾ ਉਹ ਕਿਵੇਂ ਹੌਲੀ ਹੌਲੀ ਅੱਗੇ ਉਹ ਕਿਰਤ ਨਾਲ ਜੁੜਦਾ, ਵੀ ਕਿਰਤ ਕਰਕੇ ਉਹ ਇੱਥੋਂ ਤੱਕ ਆਇਆ। ਹਾਂਜੀ। ਤਾਂ ਇਹ ਉਹ ਕਿੱਥੋਂ ਆਉਂਦੀ ਆ ਸੋਚ ਉਹਦੇ ਮਨ ਦੇ ਵਿੱਚ ਵੀ ਰੱਬ ਹੈਗਾ, ਕੋਈ ਹੋਰ ਸ਼ਕਤੀ ਚਲਾ ਰਹੀ ਆ, ਡਰਦਾ ਫਿਰ ਉਹ ਚੀਜ਼ ਤੋਂ, ਹਨਾ? ਤਾਂ ਇਹ ਕਿੱਥੋਂ ਆ ਜਾਂਦਾ ਵੀ ਨਹੀਂ ਰੱਬ ਆ? ਇਹ ਜਿਵੇਂ ਆਪਾਂ ਇਹ ਮੰਨਦੇ ਆ, ਇਹਨੂੰ ਕਹਿੰਦੇ ਮੈਜੀਕਲ ਵਰਲਡ ਵਿਊ। ਜਿਵੇਂ ਫਿਲਾਸਫੀਆਂ ਨੇ, ਅੱਜ ਆਪਾਂ ਕਹਿੰਦੇ ਪਦਾਰਥਵਾਦ, ਵਿਚਾਰਵਾਦ। ਵੀ ਮੈਂ ਕਹਿੰਦਾ ਵੀ ਪਦਾਰਥ ਪਹਿਲਾ, ਪਦਾਰਥ ਬਿਨਾਂ ਕਿਸੇ ਚੇਤਨਾ ਤੋਂ ਚੱਲ ਸਕਦਾ, ਮੈਂ ਪਦਾਰਥਵਾਦੀ ਹਾਂ। ਵਿਚਾਰਵਾਦੀ ਕਹਿੰਦੇ ਨੇ ਵੀ ਕੋਈ ਆਤਮਾ ਜਾਂ ਸ਼ਕਤੀ ਇਹਨਾਂ ਨੂੰ ਚਲਾਉਂਦੀ ਆ। ਸਾਡੇ ਪੂਰਵਜ ਇਹਨਾਂ ਦੋਨਾਂ ਚੋਂ ਕੁਝ ਨਹੀਂ ਮੰਨਦੇ ਸੀ। ਉਹ ਸੀਗੇ ਮੈਜੀਕਲ ਵਰਲਡ ਵਿਊ ਦੇ ਐਂਗਲ ਤੋਂ। ਉਹਨੂੰ ਉਹ ਅੱਡ ਤਰ੍ਹਾਂ ਦੀ ਤੀਜੀ ਫਿਲਾਸਫੀ ਹੈ। ਉਹਨੂੰ ਕਹਿੰਦੇ ਨੇ ਜਾਦੂਮਈ ਸੰਸਾਰ ਦ੍ਰਿਸ਼ਟੀਕੋਣ। ਉਹ ਕੀ ਕਰਦੇ ਸੀਗੇ, ਜਿਵੇਂ ਮੈਂ ਕਹਾ ਮਨੁੱਖ ਕਿਰਤ ਦੇ ਵਿੱਚੋਂ ਪੈਦਾਵਾਰ ਕਰਨੀ ਸਿੱਖਦਾ। ਜਦੋਂ ਉਹ ਮਨੁੱਖ ਪੈਦਾ ਕਰ ਰਿਹਾ, ਕੁਝ ਲੌਜੀਕ ਉਹਨੂੰ ਸਮਝ ਆਉਂਦੇ ਨੇ ਨਾ, ਪ੍ਰੈਕਟਿਸ 'ਚ ਲੱਗੇ ਹੋਏ ਨੂੰ। ਜਿਵੇਂ ਹੁਣ ਖੇਤੀਬਾੜੀ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਵੀ ਜਿਹੜੇ ਅਸੀਂ ਆ ਦਾਣੇ ਜਾਂ ਫਲ ਖਾਂਦੇ ਆ, ਜੇ ਅਸੀਂ ਸਿੱਟ ਦਿੰਦੇ ਆ ਇਹ ਉੱਗੇ ਆਉਂਦੇ ਨੇ, ਫਿਰ ਅਸੀਂ ਇਹਨਾਂ ਨੂੰ ਖੁਦ ਉਗਾਈਏ। ਸ਼ਿਕਾਰ ਦਾ ਕਿੱਥੋਂ, ਪਸ਼ੂ ਪਾਲਣ ਕਿੱਥੋਂ ਆਉਂਦਾ ਵੀ ਸਾਨੂੰ ਜੰਗਲੀ ਜਾਨਵਰ ਮਿਲਦੇ ਨੇ, ਅਸੀਂ ਉਹਦਾ ਸ਼ਿਕਾਰ ਕਰ ਲੈਂਦੇ ਹਾਂ ਤੇ ਮੁੱਕ ਜਾਂਦੇ ਨੇ, ਖਾ ਲੈਂਦੇ ਆ। ਪਰ ਸਾਂਭੇ ਕਿਵੇਂ ਜਾਣ? ਸਾਂਭਣ ਦੀ ਪ੍ਰਕਿਰਿਆ ਦੇ ਵਿੱਚੋਂ ਫਿਰ ਇਹ ਹੈ ਵੀ ਸ਼ਿਕਾਰ ਨੂੰ ਫੜ ਕੇ ਮਾਰਿਆ ਨਾ ਜਾਵੇ। ਵੀ ਇਹ ਮਾਰਿਆ ਤਾਂ ਕਿਸੇ ਵੇਲੇ ਵੀ ਜਾ ਸਕਦਾ, ਇਹਨੂੰ ਕਬੀਲੇ 'ਚ ਲਿਆਓ, ਵੀ ਜਦੋਂ ਲੋੜ ਹੋਊਗੀ ਉਦੋਂ ਮਾਰਾਂਗੇ। ਹੁਣ ਜਦੋਂ ਕਬੀਲੇ ਦੇ ਅੰਦਰ ਲੈ ਆਏ, ਹਿਰਨ ਫੜ ਲਿਆਏ ਜਾਂ ਮੱਝ ਗਾਂ ਦਾ ਜੋ ਵੀ ਪੂਰਵਜ ਆ ਉਹਨਾਂ ਨੂੰ ਫੜ ਲਿਆਏ, ਹੁਣ ਉਹ ਬੱਚਾ ਜਨਮ ਦਿੰਦਾ, ਉਹ ਦੁੱਧ ਦਿੰਦਾ, ਫਿਰ ਮਨੁੱਖ ਦੀ ਚੇਤਨਾ 'ਚ ਇਹਦਾ ਵੀ ਅਸਰ ਪੈਂਦਾ ਵੀ ਫਿਰ ਮਾਰਨ ਦੀ ਕੀ ਲੋੜ ਹੈ ਜੇ ਸਾਨੂੰ ਇਹ ਦੁੱਧ ਦੇ ਰਿਹਾ, ਜੇ ਸਾਨੂੰ ਇਹ ਹਰ 9 ਮਹੀਨੇ ਬਾਅਦ, ਸਾਲ ਬਾਅਦ ਨਵਾਂ ਇੱਕ ਬੱਚਾ ਪੈਦਾ ਕਰਕੇ ਦੇ ਰਿਹਾ, ਜਾਂ ਲੋੜ ਅਨੁਸਾਰ ਅਸੀਂ ਇਹਨੂੰ ਕਦੇ ਵੀ ਮਾਰ ਸਕਦੇ ਹਾਂ। ਪਸ਼ੂ ਪਾਲਣ ਤੇ ਖੇਤੀਬਾੜੀ ਸ਼ੁਰੂ ਹੋ ਜਾਂਦੇ ਨੇ। ਇਹ 'ਚ ਚੀਜ਼ ਇੱਕ ਇਹ ਵੀ ਆ ਵੀ ਜਦੋਂ ਮਨੁੱਖ ਖੇਤੀ ਕਰਨ ਲੱਗਿਆ, ਖੇਤੀ ਜਿਹੜੇ ਸਾਡੇ ਖੇਤ ਸੀਗੇ, ਪਸ਼ੂ ਉੱਥੇ ਆਉਂਦੇ ਸੀ। ਅਸੀਂ ਬੱਚਿਆਂ ਖੁੱਚਿਆਂ ਉਹਨਾਂ ਨੂੰ ਛੱਡ ਦਿੰਦੇ ਸੀ ਵੀ ਚਲੋ ਖਾ ਲਓ। ਇਹ ਗਾਰਡਨ ਚਾਈਲਡ ਦਿਖਦਾ ਇਸ ਤਰ੍ਹਾਂ। ਜਿਹੜੇ ਸਾਡੀ ਜਿਹੜੀ ਸੱਭਿਅਤਾ, ਸਾਡੇ ਜਿਹੜੇ ਖੇਤ, ਉੱਥੇ ਜਿਹੜੇ ਪਸ਼ੂ ਆ ਗਏ ਉਹ ਜੰਗਲੀ ਜੀਵਾਂ ਤੋਂ ਬਚ ਜਾਂਦੇ ਸੀ। ਸਾਡੀ ਸੱਭਿਅਤਾ ਦੇ ਨੇੜੇ ਸ਼ੇਰ ਚੀਤੇ ਕਦੇ ਨਹੀਂ ਆਉਂਦੇ ਸੀ। ਉਹ ਅੱਗ ਤੋਂ ਡਰਦੇ ਸੀ, ਉਹ ਮਨੁੱਖ ਤੋਂ ਡਰਦੇ ਸੀ। ਮਨੁੱਖ ਨੇ 15 ਲੱਖ 20 ਲੱਖ ਸਾਲਾਂ 'ਚ ਇੰਨਾ ਕੁ ਦਬਦਬਾ ਬਣਾ ਲਿਆ ਸੀਗਾ ਵੀ ਬਾਕੀ ਸਾਰੇ ਜਾਨਵਰ ਇਹ ਤੋਂ ਦੂਰ ਰਹਿੰਦੇ ਸੀ। ਤਾਂ ਇਸ ਦੂਰੀ ਦਾ ਫਾਇਦਾ ਉਹ ਦੂਜੇ ਜਾਨਵਰਾਂ ਨੂੰ ਮਿਲਦਾ ਵੀ ਜੇ ਸ਼ੇਰਾਂ ਚੀਤਿਆਂ ਤੋਂ ਬਚਣਾ ਤਾਂ ਆਹ ਮਨੁੱਖ ਦੇ ਕੋਲ ਜਾਓ, ਵੀ ਇਹਦੇ ਕੋਲ ਨਹੀਂ ਉਹ ਆਉਂਦੇ ਹੈਗੇ। ਹੌਲੀ ਹੌਲੀ ਉਹ ਸਾਡੇ ਪਾਲਤੂ ਕਰਨ 'ਚ ਆ ਜਾਂਦੇ ਨੇ। ਕਹਿੰਦੇ ਕੁੱਤਾ ਜ਼ਿਆਦਾ ਨੇੜੇ ਰਿਹਾ ਮਨੁੱਖ ਦੇ, ਕੁੱਤਾ ਜ਼ਿਆਦਾ ਨੇੜੇ ਰਿਹਾ। ਕੁੱਤੇ ਦੀ ਮਤਲਬ ਕੁੱਤਾ ਸਾਡੇ ਨਾਲ 35,000 ਸਾਲ ਪਹਿਲਾਂ ਅਸੀਂ ਉਹਦਾ ਪਾਲਤੂਕਰਨ ਕਰਦੇ ਹਾਂ। ਬਾਕੀਆਂ ਦਾ 10-12,000 ਸਾਲ ਪਹਿਲਾਂ, ਪਸ਼ੂਆਂ ਦਾ ਜਾਂ ਹੋਰਾਂ ਦਾ। ਕੁੱਤਾ ਅਸਲ 'ਚ ਕੀ ਸੀਗਾ ਵੀ ਜਿਵੇਂ ਅਸੀਂ ਸ਼ਿਕਾਰ ਕਰ ਲਿਆ, ਅਸੀਂ ਅੰਦਰਲਾ ਸਾਰਾ ਜਿਹੜਾ ਜੀਵ ਦਾ ਹੈਗਾ ਮਟੀਰੀਅਲ ਉਹ ਬਾਹਰ ਛੱਡ ਦਿੰਦੇ ਆ, ਜਾਂ ਆਪਾਂ ਹੱਡੀਆਂ ਛੱਡ ਦਿੰਦੇ ਆ। ਉਹ ਜਿਹੜੇ ਕੁੱਤਾ ਭੇੜੀਆਂ ਤੋਂ ਆਇਆ, ਭੇੜੀਆਂ ਦੀ ਇੱਕ ਨਸਲ ਹੈ। ਕੁੱਤਾ ਆਪਣੇ ਆਪ 'ਚ ਪਹਿਲਾਂ ਕੁਝ ਨਹੀਂ ਸੀ। ਭੇੜੀਆਂ ਦਾ ਇੱਕ ਜਿਹੜੀ ਨਸਲ ਸੀ ਪਰਿਵਰਤਿਤ, ਉਹ ਇਹ ਸਾਡੇ ਫਿਰ ਇਹਨਾਂ ਦੇ ਨੇੜੇ ਤੇੜੇ ਰਹਿੰਦੀ ਸੀ ਵੀ ਖਾ ਲਓ, ਵੀ ਆ ਇੱਥੇ ਸਾਨੂੰ ਖਾਣਾ ਮਿਲ ਰਿਹਾ, ਉਹ ਖਾਣ ਲਈ ਆ ਜਾਂਦੇ ਸੀ। ਹੁਣ ਸਾਨੂੰ ਉਹਦਾ ਕੀ ਫਾਇਦਾ ਸੀ? ਮੰਨ ਲਓ ਕਿ ਜਿਹੜੇ ਕਬੀਲੇ 'ਚ ਮਨੁੱਖ ਬੈਠਾ ਉੱਥੇ ਆਲੇ ਦੁਆਲੇ ਸ਼ੇਰ ਆ ਜਾਵੇ, ਉਹ ਫਿਰ ਗਾਹ ਪਾਉਂਦੇ ਸੀ, ਕੁੱਤੇ ਭੇੜੀਏ ਜੋ ਵੀ ਨੇ ਉਹ। ਫਿਰ ਮਨੁੱਖ ਨੂੰ ਉਹਦਾ ਫਾਇਦਾ ਹੋਇਆ ਵੀ ਆਦਾ ਯਾਰ ਮਤਲਬ ਇਹ ਤਾਂ ਇੱਕ ਤਰ੍ਹਾਂ ਸਾਡੇ ਚੌਕੀਦਾਰ ਨੇ, ਸਾਡੇ ਕਬੀਲੇ ਦੇ ਆਲੇ ਦੁਆਲੇ ਰਹਿੰਦੇ ਨੇ, ਸਾਨੂੰ ਖਤਰੇ ਦਾ ਇਸ਼ਾਰਾ ਕਰ ਦਿੰਦੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਹੁੰਦੀ ਆ। ਤਾਂ ਇੱਕ ਹੌਲੀ ਹੌਲੀ ਕਰਕੇ ਫਿਰ ਫਿਰ ਇੱਥੇ ਆ ਜਾਂਦੀ ਹੈ ਬਨੌਟੀ ਚੋਣ। ਫਿਰ ਮਨੁੱਖ ਉਹਨਾਂ ਪਸ਼ੂਆਂ ਨੂੰ ਆਪਣੇ ਨੇੜੇ ਲਿਆ ਕੇ ਸੁਧਾਰਦਾ ਜਾਂਦਾ ਜਿਹੜੇ ਸਾਊ ਨੇ, ਜਿਹੜੇ ਖੁੰਖਾਰ ਨਹੀਂ ਹੈਗੇ, ਜਿਹੜੇ ਨੁਕਸਾਨ ਨਹੀਂ ਪਹੁੰਚਾਉਂਦੇ, ਜਿਹੜੇ ਵੀ ਖਤਰਨਾਕ ਨੇ, ਜਿਹੜੇ ਵੀ ਨੁਕਸਾਨ ਪਹੁੰਚਾਉਣਗੇ ਉਹਨਾਂ ਦਾ ਅਸੀਂ ਉਹਨਾਂ ਨੂੰ ਮਾਰਦੇ ਜਾਂਦੇ ਹਾਂ। ਇਹਨੂੰ ਕਹਿੰਦੇ ਆ ਆਰਟੀਫੀਸ਼ੀਅਲ ਸਿਲੈਕਸ਼ਨ। ਵੀ ਅਸੀਂ ਸਿਲੈਕਟ ਕਰੇ, ਫਿਰ ਉਹ ਅਸੀਂ ਫਸਲਾਂ ਸਿਲੈਕਟ ਕਰੀਆਂ, ਅਸੀਂ ਪਸ਼ੂ ਸਿਲੈਕਟ ਕਰੇ। ਤਾਂ ਅੱਜ ਸਾਡੇ ਕੋਲ ਕੁੱਤਾ ਸਿਲੈਕਸ਼ਨ 'ਚ ਦੇਖੋ ਕਿੰਨੇ ਤਰ੍ਹਾਂ ਦੇ ਨੇ। ਆਪਾਂ ਬੁੱਲ ਡੌਗ ਦੇਖਦੇ ਹਾਂ, ਆਪਾਂ ਛੋਟੇ ਤੋਂ ਛੋਟਾ ਦੇਖਦੇ ਹਾਂ, ਵੱਡੇ ਤੋਂ ਵੱਡਾ ਦੇਖਦੇ ਹਾਂ। ਇਹ ਸਾਰੇ ਅਸੀਂ ਬਣਾਏ ਆਰਟੀਫੀਸ਼ੀਅਲ ਸਿਲੈਕਸ਼ਨ 'ਚੋਂ। ਇਹੀ ਕੁਦਰਤ ਨੇ ਕਰਨੇ ਸੀ। ਕੁਦਰਤ ਬਸ ਕੋਈ ਸੁਚੇਤ ਤਾਕਤ ਨਹੀਂ ਹੈਗੀ ਵੀ ਐਂ ਕਹੇ ਵੀ ਮੈਨੂੰ ਇਸ ਤਰ੍ਹਾਂ ਦਾ ਕੁੱਤਾ ਪਸੰਦ ਆ ਵੀ ਮੈਂ ਤਾਂ ਆਹ ਜਿਉਂਦਾ ਰੱਖਣਾ। ਮਨੁੱਖ ਨੇ ਸੁਚੇਤ ਕਰਿਆ ਸਾਰਾ ਕੰਮ। ਤਾਂ ਇੱਥੋਂ ਜਦੋਂ ਹੁਣ ਆਪਾਂ ਇਹ ਗੱਲ ਕਰਦੇ ਹਾਂ, ਮਨੁੱਖ ਦੋ ਚੀਜ਼ਾਂ ਤੇ ਆ ਗਿਆ, ਇੱਕ ਪਸ਼ੂਆਂ ਦਾ ਪਾਲਣ ਕਰਨ ਲੱਗ ਗਿਆ, ਇੱਕ ਖੇਤੀ ਕਰਨ ਲੱਗ ਗਿਆ। ਸੁਚੇਤ ਰੂਪ 'ਚ ਮਨੁੱਖ ਪੈਦਾਵਾਰ ਕਰਨ ਲੱਗ ਗਿਆ। ਪੈਦਾਵਾਰ ਦਾ ਮਨੁੱਖ ਦੇ ਦਿਮਾਗ ਤੇ ਅਸਰ ਕੀ ਪੈਂਦਾ ਵੀ ਮਨੁੱਖ ਨੂੰ ਕੁਦਰਤ ਦੇ ਲੌਜਿਕ ਸਮਝ ਆਉਣ ਲੱਗ ਜਾਂਦੇ ਨੇ ਵੀ ਜੇ ਆਹ ਫਸਲ ਮੈਂ ਬੀਜੀ ਇਹਨੂੰ ਪਾਣੀ ਦੇਣਾ ਪੈਣਾ, ਜੇ ਪਾਣੀ ਨਹੀਂ ਦਿੱਤਾ ਜਾਊਗਾ ਫਸਲ ਖਤਮ ਹੋ ਜੂ। ਸਿੱਧੀ ਗੱਲ ਸਮਝ ਆਉਂਦੀ ਹੈ
ਵੀ ਫਿਰ ਮਤਲਬ ਪਾਣੀ ਦੇਣਾ ਪੈਣਾ। ਜੇ ਮੈਂ ਫਸਲ ਬੀਜਣੀ ਆ ਤਾਂ ਜ਼ਮੀਨ ਨੂੰ ਵਾਹੁਣਾ ਪੈਣਾ। ਜੇ ਆ ਮੈਂ ਪਸ਼ੂ ਨੂੰ ਆਪਣੇ ਘੇਰੇ 'ਚ ਲਿਆਂਦਾ ਤਾਂ ਇਹਨੂੰ ਮੈਨੂੰ ਖਾਣਾ, ਇਹਨੂੰ ਖਵਾਉਣਾ ਪੈਣਾ। ਕੁਦਰਤ ਦੀਆਂ ਉਹ ਚੀਜ਼ਾਂ ਨੂੰ ਸਮਝਣ ਲੱਗ ਜਾਂਦਾ। ਇਹਨਾਂ ਚੀਜ਼ਾਂ ਦੀ ਜਿਹੜੀ ਸਮਝ ਦੇ ਵਿੱਚੋਂ ਮਨੁੱਖ ਦੇ ਦਿਮਾਗ 'ਚ ਸੰਕਲਪ ਬਣਦੇ ਨੇ। ਹੁਣ ਫਸਲ ਸਾਡੀ ਸਾਰੀ ਦੀ ਸਾਰੀ ਕਿਸ ਚੀਜ਼ ਤੇ ਨਿਰਭਰ ਕਰਦੀ ਹੈ? ਇਰੀਗੇਸ਼ਨ ਕਿੱਥੋਂ ਹੋਊਗੀ? ਮੀਂਹ ਦੇ ਪਾਣੀ ਤੋਂ। ਜਾਂ ਜਿਵੇਂ ਜਿਹੜੀ ਮੀਜ਼ੋਪੋਟਾਮੀਆ ਦੀ ਸੱਭਿਅਤਾ ਉਹ ਨੀਲ ਨਦੀ ਦੇ ਕੰਢੇ ਸੀ, ਉਹਦੇ 'ਚ ਐਨੂਅਲੀ ਹਰ ਸਾਲ ਹੜ੍ਹ ਆਉਂਦੇ ਸੀ। ਹੜ੍ਹ ਆਉਣਗੇ, ਹੜ੍ਹਾਂ ਤੋਂ ਬਾਅਦ ਅਸੀਂ ਫਸਲ ਬੀਜਾਂਗੇ, ਇਹ ਸਾਡਾ ਪੱਕਾ ਹੀ ਸੀ। ਤਾਂ ਅਸੀਂ ਕੁਦਰਤੀ ਤਾਕਤਾਂ ਤੇ ਨਿਰਭਰ ਸੀਗੇ ਜੀ। ਹੁਣ ਮੈਂ ਇਹਦੇ ਨਾਲ ਇੱਕ ਛੋਟੀ ਜਿਹੀ ਗੱਲ ਜੋੜਦਾ ਵੀ ਸਾਡਾ ਫਿਰ ਆ ਤਾਰਿਆਂ ਵੱਲ ਧਿਆਨ ਕਿਉਂ ਗਿਆ? ਮਨੁੱਖ ਐਂ ਕਦੋਂ ਕਹਿਣ ਲੱਗ ਗਿਆ ਵੀ ਰਾਸ਼ੀਆਂ ਸਾਨੂੰ ਪ੍ਰਭਾਵਿਤ ਕਰਦੀਆਂ ਨੇ? ਨੀਲ ਨਦੀ 'ਚ ਹੜ੍ਹ ਆਉਂਦੇ ਨੇ। ਮੰਨ ਲਓ ਆਪਾਂ ਕਿਸੇ ਜੂਨ ਦੇ ਮਹੀਨੇ ਬਹੁਤ ਮੀਂਹ ਪੈਂਦਾ ਤੇ ਨੀਲ ਨਦੀ 'ਚ ਹੜ੍ਹ ਆਉਂਦੇ ਨੇ। ਜੂਨ ਦੇ ਹੀ ਮਹੀਨੇ ਹੋਰਾਈਜ਼ਨ ਦੇ ਉੱਤੇ ਸੀਰੀਅਸ ਨਾਂ ਦਾ ਕੌਨਸੋਲੇਸ਼ਨ ਬਣਦੀ ਆ। ਜਿਵੇਂ ਆਪਾਂ ਬਾਹਰ ਦੇਖਦੇ ਆ ਨਾ ਵੀ ਤਾਰਿਆਂ ਦਾ ਸਮੂਹ, ਉਹਨੂੰ ਆਪਾਂ ਕਿਸੇ ਨੂੰ ਕੁਝ ਕਹਿੰਦੇ ਆ, ਕਿਸੇ ਨੂੰ ਕੁਝ ਕਹਿੰਦੇ ਆ। ਉਹ ਹੜ੍ਹਾਂ ਦਾ ਆਉਣਾ ਤੇ ਉੱਪਰ ਸਪੇਸ ਦੇ ਵਿੱਚ ਉਹ ਕੌਨਸੋਲੇਸ਼ਨ ਬਣਨਾ, ਉਹ ਦੋਨੋਂ ਇੱਕੋ ਮਹੀਨੇ 'ਚ ਹੁੰਦੇ ਸੀ। ਮੰਨ ਲਓ ਆਪਾਂ ਜੂਨ ਮੰਨ ਕੇ ਚੱਲੀਏ, ਜੂਨ ਦੇ ਵਿੱਚ ਜਦੋਂ ਹੋਰਾਈਜ਼ਨ ਤੇ ਉਹ ਸੀਰੀਅਸ ਨਾਂ ਦਾ ਤਾਰਾ ਚੜ੍ਹਦਾ, ਇੱਧਰ ਹੜ੍ਹ ਆਏ ਹੁੰਦੇ ਸੀ। ਤਾਂ ਮਨੁੱਖ ਨੇ ਕੀ ਕਨਕਲੂਡ ਕਰਿਆ ਵੀ ਉਹ ਤਾਰੇ ਕਰਕੇ ਹੜ੍ਹ ਆਉਂਦੇ ਨੇ। ਕੋਈ ਲੈਣ ਦੇਣ ਨਹੀਂ ਹੈਗਾ, ਪਰ ਲੈਣ ਦੇਣ ਸੀ। ਮਨੁੱਖ ਨੇ ਕੈਲੰਡਰ ਬਣਾਏ। ਹੁਣ ਮਨੁੱਖ ਨੂੰ ਕੀ ਪਤਾ ਕਦੋਂ ਕੀ ਹੋਣਾ, ਦਿਨ ਰਾਤ ਕੀ ਨੇ, ਮਹੀਨੇ ਕੀ ਨੇ, ਰੁੱਤਾਂ ਕੀ ਨੇ। ਮਨੁੱਖ ਨੇ ਸੂਰਜ ਤੇ ਚੰਦ ਦੇ ਕੈਲੰਡਰ ਬਣਾਏ, ਤਾਰਿਆਂ ਦੇ ਕੈਲੰਡਰ ਬਣਾਏ ਵੀ 15 ਦਿਨਾਂ ਬਾਅਦ ਸੂਰਜ ਹਨੇਰੇ 'ਚ ਰਹਿੰਦਾ, 15 ਦਿਨਾਂ ਬਾਅਦ ਚਾਨਣ 'ਚ ਰਹਿੰਦਾ ਚੰਦ, ਤੇ ਸੂਰਜ ਆਪਣਾ 365 ਦਿਨਾਂ 'ਚ ਸਾਈਕਲ ਪੂਰਾ ਕਰਦਾ, ਤੇ 4 ਰੁੱਤਾਂ ਸਾਡੇ ਐ ਘੁੰਮਣ ਘੇਰੀ 'ਚ ਰਹਿੰਦੀਆਂ ਨੇ। ਇਹਦੇ ਵਿੱਚੋਂ ਉਹ ਕੁਦਰਤ ਨੂੰ ਸਮਝਦੇ ਸਮਝਦੇ ਇਹਨਾਂ ਤਾਰਿਆਂ ਵੱਲ ਦੇਖਣ ਲੱਗ ਜਾਂਦੇ ਨੇ ਵੀ ਉਹ ਤਾਰੇ ਦਾ ਮਤਲਬ ਹੁਣ ਆਹ ਚੀਜ਼ ਦਾ ਵੇਲਾ ਆ ਗਿਆ। ਜਿਵੇਂ ਹੁਣ ਸਾਡੇ ਬਹੁਤ ਸਾਰੇ ਵਰਤ ਨੇ ਵੀ ਉਹ ਤਾਰਾ ਜਦੋਂ ਸਾਨੂੰ ਦਿਖ ਗਿਆ ਅਸੀਂ ਫੇਰ ਵਰਤ ਤੋੜਾਂਗੇ ਜੀ, ਜਾਂ ਉਹ ਚੰਦ ਜਦੋਂ ਉਸ ਜਗ੍ਹਾ ਤੇ ਆ ਗਿਆ ਅਸੀਂ ਫੇਰ ਵਰਤ ਤੋੜਾਂਗੇ ਜੀ। ਇਹ ਤੇ ਕਦੇ ਹੋਰ ਵੀ ਲੰਮੀ ਗੱਲਬਾਤ ਕਰਾਂਗੇ। ਮੈਨੂੰ ਲੱਗਦਾ ਟਾਈਮ ਕਾਫੀ ਹੋ ਗਿਆ। ਜਿੱਥੇ ਗੱਲ ਛੱਡੀ ਆ ਇੱਥੋਂ ਦੁਬਾਰਾ ਗੱਲ ਫੇਰ ਵੀ ਕਰਾਂਗੇ, ਤੇ ਉਸ ਵਿਚਾਰਧਾਰਾ ਦਾ ਵੀ ਸਵਾਗਤ ਕਰਾਂਗੇ ਜਿਹੜੀ ਕਹਿੰਦੀ ਆ ਕਿ ਮਨੁੱਖ ਰੱਬ ਦੀ ਦੇਣ ਆ। ਤਾਂ ਅਸੀਂ ਕਹਾਂਗੇ ਕਿ ਆਪਣੀ ਗੱਲ ਜ਼ਰੂਰ ਰੱਖਣ ਇਸ ਤੇ, ਜੋ ਵੀ ਲੌਜਿਕ ਆ, ਜਿਸ ਦਾ ਵੀ ਲੌਜਿਕ ਆ, ਜਿਵੇਂ ਵੀ ਤੁਸੀਂ ਇਸ ਵੀਡੀਓ ਨੂੰ ਸਮਝਿਆ ਸੁਣਿਆ, ਤਾਂ ਆਪਣੀ ਗੱਲ ਜ਼ਰੂਰ ਰੱਖਣਾ ਇਸ ਤੇ। ਤੁਸੀਂ ਕੀ ਸਮਝਦੇ ਇਸ ਵੀਡੀਓ ਬਾਰੇ? ਗੱਲਬਾਤ ਕਾਫੀ ਲੰਮੀ ਹੋਈ ਆ, ਮੈਨੂੰ ਲੱਗਦਾ ਹੋਰ ਵੀ ਲੰਮੀ ਹੋ ਸਕਦੀ ਸੀਗੀ, ਪਰ ਸਾਡੀ ਇੰਨੀ ਕੁ ਸੀਮਤ ਆ, ਇੰਨੀ ਕੁ ਗੱਲ ਹੀ ਹੋ ਸਕਦੀ ਸੀ। ਕੋਸ਼ਿਸ਼ ਕੀਤੀ ਆ ਤੁਹਾਡੇ ਕੋਲ ਇਹ ਗੱਲ ਲਿਆਉਣ ਦੀ, ਤਾਂ ਤੁਸੀਂ ਇਸ ਗੱਲ 'ਚੋਂ ਜੋ ਸਮਝਿਆ, ਜੋ ਸਿੱਖਿਆ, ਜਾਂ ਜੋ ਸਾਨੂੰ ਦੱਸਣਾ ਚਾਹੁੰਦੇ ਹੋ ਉਹ ਜ਼ਰੂਰ ਕਹਿਣਾ। ਜੁੜੇ ਰਹੋ ਦੁਨੀਆ ਦੇ ਨਾਲ।